ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਮਣ ਕਲਾਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਵੋਕੇਸ਼ਨਲ ਟ੍ਰੇਨਰ ਹੈਲਥ ਕੇਅਰ ਦੀ ਸੇਵਾ ਨਿਭਾ ਰਹੀ ਹਾਂ। ਮੈਂ ਅੱਜ ਤੁਹਾਨੂੰ +1 ਦੇ 2 ਈਅਰ ਸਿਲੇਬਸ ਦੇ ਅਨੁਸਾਰ 4th ਯੂਨਿਟ ਬਾਰੇ ਜਾਣਕਾਰੀ ਦੱਸਾਂਗੀ। ਸੋ ਬੱਚਿਓ, ਜਿਹੜਾ 4th ਯੂਨਿਟ ਹੈਗਾ +1 ਦਾ, ਉਹਦਾ ਨਾਂ ਹੈਗਾ ਹਿਊਮਨ ਅਨਾਟਮੀ, ਫਿਜ਼ੀਓਲੋਜੀ ਐਂਡ ਨਿਊਟ੍ਰੀਸ਼ਨ। ਸੋ ਉਹਦੇ ਵਿੱਚ ਬੱਚਿਓ ਸਭ ਤੋਂ ਪਹਿਲਾਂ ਆਉਂਦਾ ਹੈਗਾ ਵਾ ਸੈਸ਼ਨ, ਜਿਹੜਾ ਫਸਟ ਹੈਗਾ ਜਾਂ ਪਹਿਲਾ ਟੌਪਿਕ ਆ, ਉਹ ਹੈਗਾ ਆਇਡੈਂਟੀਫਾਈ ਦਾ ਪਾਰਟਸ ਆਫ ਹਿਊਮਨ ਬੋਡੀ। ਇਹਦੇ ਵਿੱਚ ਆਪਾਂ ਬੱਚੇ ਪੜ੍ਹਾਂਗੇ ਕਿ ਸਾਡੀ ਜਿਹੜੀ ਕੁਦਰਤ ਦੀ ਰਚਨਾ, ਸਾਡਾ ਮਨੁੱਖੀ ਸਰੀਰ ਹੈਗਾ ਵਾ, ਉਹ ਕਿਹੜੇ ਕਿਹੜੇ ਅੰਗਾਂ ਤੋਂ ਬਣਿਆ ਵਾ, ਉਹ ਜਿਹੜੇ ਅੰਗ ਨੇ ਜਾਂ ਉਹ ਜੋ ਸਾਡੇ ਅੰਦਰ ਸਿਸਟਮ ਆ, ਪ੍ਰਣਾਲੀਆਂ ਨੇ, ਉਹ ਕਿਵੇਂ ਆਪਸ ਵਿੱਚ ਮਿਲ ਕੇ ਕੰਮ ਕਰਦੇ ਨੇ। ਇਹ ਸਾਰੀ ਡਿਟੇਲਸ ਆਪਾਂ ਅੱਜ ਇਸ ਯੂਨਿਟ ਵਿੱਚ ਪੜ੍ਹਾਂਗੇ। ਸੋ ਬੱਚੇ, ਤੁਸੀਂ ਇਸ ਯੂਨਿਟ ਨੂੰ, ਮੇਰੀ ਇਸ ਵੀਡੀਓ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਅਤੇ ਸਮਝਣਾ ਵਾ, ਠੀਕ ਆ। ਇਹਦੇ ਵਿੱਚ ਆਪਾਂ ਜਦੋਂ ਸਰੀਰ ਦੇ ਬਾਰੇ ਪੜ੍ਹਦੇ ਆ ਤਾਂ ਉਹਦੇ ਵਿੱਚ ਆਪਾਂ ਬੱਚਿਓ 2 ਟਰਮਸ ਯੂਜ਼ ਕਰਦੇ ਹੈਗੇ ਆ, ਅਨਾਟਮੀ ਐਂਡ ਫਿਜ਼ੀਓਲੋਜੀ। ਇਹ ਦੋਨੋਂ ਟਰਮਸ ਜਿਹੜੀਆਂ ਬਹੁਤ ਮਹੱਤਵਪੂਰਨ ਜਾਂ ਬਹੁਤ ਇੰਪੋਰਟੈਂਸ ਰੱਖਦੀਆਂ ਜਦੋਂ ਅਸੀਂ ਆਪਣੇ ਸਰੀਰ ਦੀ ਰਚਨਾ ਬਾਰੇ ਜਾਂ ਹਿਊਮਨ ਬੋਡੀ ਬਾਰੇ ਪੜ੍ਹਨਾ ਹੋਵੇ। ਸੋ ਬੱਚਿਓ, ਅਨਾਟਮੀ ਜਿਹੜੀ ਵਰਡ ਹੈਗਾ ਵਾ, ਜਾਂ ਅਨਾਟਮੀ ਨੂੰ ਅਸੀਂ ਇੱਕ ਵਿਗਿਆਨ ਮੰਨ ਲਈਏ, ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਵੀ ਸਰੀਰ ਦੀ ਰਚਨਾ ਕੀ ਆ, ਜਾਂ ਸਰੀਰ ਦੇ ਵੱਖ-ਵੱਖ ਅੰਗਾਂ ਦਾ ਆਪਸ ਵਿੱਚ ਕੀ ਸੰਬੰਧ ਹੈਗਾ ਵਾ। ਸੋ ਤੁਹਾਨੂੰ ਮੈਂ ਇਹ ਪਿਕਚਰ ਸ਼ੋਅ ਕਰਦੀ ਹਾਂ। ਜਿਵੇਂ ਇਹਦੇ ਵਿੱਚ ਸਭ ਤੋਂ ਪਹਿਲੀ ਪਿਕਚਰ ਜਿਹੜੀ ਹੈਗੀ ਆ, ਅਨਾਟਮੀ ਹੈਗੀ ਆ ਹਿਊਮਨ ਬੋਡੀ ਦੀ, ਜਿਹਦੇ ਵਿੱਚ ਦੱਸਿਆ ਹੋਇਆ ਵੀ ਵੇਖੋ, ਸਭ ਤੋਂ ਉੱਪਰ ਦਿੱਤਾ ਹੋਇਆ ਬ੍ਰੇਨ, ਲੰਗਸ, ਹਾਰਟਸ, ਮਤਲਬ ਕਿ ਦਿੱਤੇ ਹੋਏ ਆ ਸਟਮਕ। ਸਾਡੇ ਸਰੀਰ ਦੇ ਜਿਹੜੇ ਵੱਖਰੇ ਵੱਖਰੇ ਪਾਰਟਸ ਨੇ ਜਾਂ ਜਿਹੜੇ ਵੱਖਰੇ ਵੱਖਰੇ ਔਰਗਨਸ ਨੇ, ਉਹਨਾਂ ਦੇ ਨਾਂ ਦਿੱਤੇ ਹੋਏ ਆ। ਅਤੇ ਜਦੋਂ ਆਪਾਂ ਇਹਨਾਂ ਬਾਰੇ ਪੜ੍ਹਨਾ ਹੁੰਦਾ ਤਾਂ ਉਦੋਂ ਆਪਾਂ ਟਰਮ ਯੂਜ਼ ਕਰਦੇ ਹੈਗੇ ਆ ਅਨਾਟਮੀ। ਸੋ ਸੈਕਿੰਡ ਟਰਮ ਬੱਚਿਓ ਸਾਡੇ ਕੋਲ ਹੈਗੀ ਆ ਫਿਜ਼ੀਓਲੋਜੀ। ਫਿਜ਼ੀਓਲੋਜੀ ਦੇ ਵਿੱਚ ਆਪਾਂ ਪੜ੍ਹਦੇ ਆ, ਉਹ ਇੱਕ ਅਜਿਹਾ ਵਿਗਿਆਨ ਆ ਜਾਂ ਇੱਕ ਅਜਿਹੀ ਸਟੱਡੀ ਹੈ ਜਿਹਦੇ ਵਿੱਚ ਆਪਾਂ ਪੜ੍ਹਦੇ ਕਿ ਸਰੀਰ ਦੇ ਜਿਹੜੇ ਸਾਡੇ ਕੰਮ ਆ, ਸਾਡੇ ਸਰੀਰ ਦੇ, ਉਹ ਕਿਵੇਂ ਇੱਕ ਯੂਨਿਟ ਦੇ ਰੂਪ ਵਿੱਚ ਚੱਲਦੇ ਨੇ, ਜਾਂ ਵੱਖ-ਵੱਖ ਜਿਹੜੇ ਅੰਗ ਨੇ ਸਾਡੇ ਸਰੀਰ ਦੇ, ਜਾਂ ਸਾਡੇ ਅੰਦਰ ਜੋ ਪ੍ਰਣਾਲੀਆਂ ਨੇ, ਜੋ ਸਿਸਟਮ ਨੇ, ਜੋ ਔਰਗਨਸ ਨੇ, ਉਹ ਕਿਵੇਂ ਆਪਸ ਵਿੱਚ ਕੰਮ ਕਰਦੇ ਨੇ। ਜਦੋਂ ਆਪਾਂ ਇਹਦੇ ਬਾਰੇ ਸਾਰੀ ਡਿਟੇਲਸ ਪੜ੍ਹਨੀ ਹੁੰਦੀ ਆ ਤਾਂ ਆਪਾਂ ਕਿਹੜੀ ਟਰਮ ਯੂਜ਼ ਕਰਦੇ ਹਾਂ? ਫਿਜ਼ੀਓਲੋਜੀ। ਜਿਵੇਂ ਆਹ ਵਾਲੀ ਸੈਕਿੰਡ ਪਿਕਚਰ ਵੇਖੋ ਬੱਚਿਓ, ਹਿਊਮਨ ਸਰਕੂਲੇਟਰੀ ਸਿਸਟਮ, ਜਿਹਦੇ ਵਿੱਚ ਜਿੱਦਾਂ ਇੱਥੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦੀ ਹਾਂ। ਜਿਵੇਂ ਸਾਡਾ ਹਾਰਟ ਆ, ਹਾਰਟ ਦਾ ਤੁਸੀਂ ਪੜ੍ਹਿਆ ਹੀ ਹੋਏਗਾ, ਜਾਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਕਿ ਹਾਰਟ ਕੀ ਕਰਦਾ, ਸਾਡੇ ਸਰੀਰ ਨੂੰ ਪੂਰੇ ਨੂੰ ਸਾਫ਼ ਜਿਹੜਾ ਬਲੱਡ ਹੈਗਾ ਵਾ, ਜੋ ਸਾਡੀ ਸਰੀਰ ਨੂੰ ਚਾਹੀਦਾ ਵਾ, ਉਹ ਦਿੰਦਾ ਹੈਗਾ ਵਾ, ਸਰਕੂਲੇਟਰੀ ਸਿਸਟਮ ਦਾ ਕੰਮ ਕਰਦਾ ਵਾ। ਅਤੇ ਜਦੋਂ ਆਪਾਂ ਪੂਰੇ ਹਾਰਟ ਬਾਰੇ ਪੜ੍ਹਨਾ ਹੋਏ, ਉਹਦੀ ਡਿਟੇਲ ਬਾਰੇ ਪੜ੍ਹਨਾ ਹੋਏ, ਕੋ ਕਿਵੇਂ ਵਰਕ ਕਰਦਾ ਵਾ, ਕਿਵੇਂ ਚੱਲਦਾ ਵਾ, ਤਾਂ ਆਪਾਂ ਕਿਹੜੀ ਟਰਮ ਯੂਜ਼ ਕਰਾਂਗੇ? ਫਿਜ਼ੀਓਲੋਜੀ। ਮਤਲਬ ਕਿ ਫਿਜ਼ੀਓਲੋਜੀ ਵਿੱਚ ਆਪਾਂ ਕੀ ਪੜ੍ਹਦੇ ਹਾਂ ਵੀ ਸਾਡੇ ਜਿਹੜੇ ਸਰੀਰ ਦੇ ਅੰਦਰਲੇ ਔਰਗਨਸ ਆ, ਉਹ ਕਿਵੇਂ ਕੰਮ ਕਰਦੇ ਆ। ਅਤੇ ਅਨਾਟਮੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਸਾਡੇ ਸਰੀਰ ਦੀ ਬਣਤਰ ਕੀ ਆ, ਠੀਕ ਆ। ਸਾਡੇ ਸਰੀਰ ਦੇ ਜਿਹੜੇ ਅੰਗ ਆ, ਉਹਨਾਂ ਦਾ ਆਪਸ ਵਿੱਚ ਕਿਵੇਂ ਇੱਕ ਦੂਜੇ ਨਾਲ ਤਾਲਮੇਲ ਹੈਗਾ, ਕੀ ਸੰਬੰਧ ਹੈਗਾ, ਆਪਾਂ ਉਹ ਟਰਮ ਵਿੱਚ ਕੀ ਪੜ੍ਹਾਂਗੇ? ਅਨਾਟਮੀ ਵਿੱਚ। ਅਸੀਂ ਅਨਾਟਮੀ ਜਿਹੜੀ ਇਹ ਟਰਮ ਆ ਉਹਦੇ ਵਾਸਤੇ ਯੂਜ਼ ਕਰਦੇ ਹਾਂ। ਆਈ ਹੋਪ ਸੋ ਕਿ ਤੁਹਾਨੂੰ ਬੱਚੋ ਇਹ ਦੋਨੋਂ ਟਰਮਸ ਜਿਹੜੀਆਂ ਕਲੀਅਰ ਹੋ ਗਈਆਂ ਹੁਣ, ਅਨਾਟਮੀ ਅਤੇ ਫਿਜ਼ੀਓਲੋਜੀ। ਉਸ ਤੋਂ ਅੱਗੇ ਬੱਚੇ ਆਪਾਂ ਚੱਲਦੇ ਹੈਗੇ ਆ, ਦਾ ਸਬਜੈਕਟ ਅਨਾਟਮੀ ਇਨਕਲੂਡ ਦਾ ਫੋਲੋਇੰਗ। ਜਦੋਂ ਆਪਾਂ ਅਨਾਟਮੀ ਬਾਰੇ ਪੜ੍ਹਨਾ ਤਾਂ ਉਹਦੇ ਵਿੱਚ ਅੱਗੋਂ ਥੋੜ੍ਹੇ ਹੋਰ ਜਿਹੜੀਆਂ ਉਹਦੀਆਂ ਸਭ ਮਤਲਬ ਕਿ ਟੌਪਿਕਸ ਹੈਗੇ ਆ, ਕੁਛ ਉਹਦੇ ਵਿੱਚ ਹੋਰ ਇਨਕਲੂਡ ਹੋ ਜਾਂਦਾ ਵਾ, ਹੋਰ ਟੌਪਿਕਸ ਜਿਹੜੇ ਐਡ ਹੋ ਜਾਂਦੇ ਆ, ਠੀਕ ਆ। ਉਹਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਹਿਸਟੋਲੋਜੀ। ਸਾਰੇ ਵਰਡਸ ਦੇ ਵਿੱਚ ਲਾਸਟ ਦੇ ਵਿੱਚ ਬੱਚੇ ਵੇਖੋ ਲੋਜੀ ਵਰਡ ਦਿੱਤਾ ਹੋਇਆ ਵਾ, LOGY, ਠੀਕ ਆ। ਲੋਜੀ ਦਾ ਮਤਲਬ ਕੀ ਹੁੰਦਾ ਵਾ? ਸਟੱਡੀ ਕਰਨਾ, ਕਿਸੇ ਬਾਰੇ ਸਟੱਡੀ ਕਰਨਾ, ਠੀਕ ਆ। ਸਭ ਤੋਂ ਪਹਿਲਾਂ ਹੈਗਾ ਹਿਸਟੋਲੋਜੀ। ਹਿਸਟੋਲੋਜੀ ਦਾ ਮਤਲਬ ਹੈਗਾ ਵੀ ਜਦੋਂ ਆਪਾਂ ਉਹਦੇ ਵਿੱਚ ਆਪਾਂ ਪੜ੍ਹਦੇ ਹਾਂ ਟਿਸ਼ੂਸ ਬਾਰੇ, ਸਟੱਡੀ ਆਫ ਟਿਸ਼ੂਸ, ਤੰਤੂਆਂ ਬਾਰੇ, ਸਾਡੀ ਬਾਡੀ ਵਿੱਚ ਜਿਹੜੇ ਟਿਸ਼ੂ ਹੈਗੇ ਨੇ, ਜਦੋਂ ਆਪਾਂ ਉਹਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਪੜ੍ਹਨਾ ਹੋਏ ਤਾਂ ਆਪਾਂ ਕਿਹੜੀ ਟਰਮ ਯੂਜ਼ ਕਰਾਂਗੇ? ਹਿਸਟੋਲੋਜੀ। ਨੈਕਸਟ ਬੱਚੇ ਹੈਗੀ ਆ ਸਾਈਟੋਲੋਜੀ। ਸਾਈਟੋਲੋਜੀ ਵਿੱਚ ਆਪਾਂ ਪੜ੍ਹਾਂਗੇ ਸੈੱਲਾਂ ਦਾ ਗਿਆਨ, ਜਿਹੜੇ ਹੈਗੇ ਆ ਸਟੱਡੀ ਆਫ ਸੈਲਸ, ਮਤਲਬ ਕਿ ਸਾਡੇ ਸਰੀਰ ਵਿੱਚ ਜਿੰਨੇ ਸੈੱਲ ਹੈਗੇ ਆ, ਜਦੋਂ ਅਸੀਂ ਉਹਨਾਂ ਬਾਰੇ ਪੂਰੀ ਡਿਟੇਲਸ ਬਾਰੇ ਪੜ੍ਹਨਾ ਹੋਏ ਤਾਂ ਆਪਾਂ ਪੜ੍ਹਦੇ ਹਾਂ ਸਾਈਟੋਲੋਜੀ। ਸਾਈਟੋਲੋਜੀ ਟਰਮ ਆਪਾਂ ਯੂਜ਼ ਕਰਦੇ ਹੈਗੇ ਆ। ਨੈਕਸਟ ਹੈਗਾ ਬੱਚਿਓ ਮਾਇਓਲੋਜੀ। ਮਾਇਓਲੋਜੀ ਵਿੱਚ ਆਪਾਂ ਸਟੱਡੀ ਆਫ ਮਸਲਸ ਕਰਦੇ ਹਾਂ, ਮਤਲਬ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਸਾਡੇ ਸਰੀਰ ਦੇ ਜਿਹੜੇ ਪੱਠੇ ਆ, ਉਹਨਾਂ ਦੇ ਬਾਰੇ ਜਦੋਂ ਆਪਾਂ ਸਟੱਡੀ ਕਰਨੀ ਹੈ ਤਾਂ ਆਪਾਂ ਟਰਮ ਯੂਜ਼ ਕਰਾਂਗੇ ਮਾਇਓਲੋਜੀ। ਨੈਕਸਟ ਬੱਚਿਓ ਹੈਗੀ ਆ ਓਸਟੋਲੋਜੀ, ਸਟੱਡੀ ਆਫ ਬੋਨਸ। ਜਦੋਂ ਆਪਾਂ ਹੱਡੀਆਂ ਬਾਰੇ ਮਤਲਬ ਕਿ ਡੀਪਲੀ ਸਰਚ ਕਰਨੀ ਹੋਏ ਜਾਂ ਡੀਪਲੀ ਸਟੱਡੀ ਕਰਨੀ ਹੋਏ ਤਾਂ ਆਪਾਂ ਕਿਹੜੀ ਟਰਮ ਯੂਜ਼ ਕਰਾਂਗੇ? ਓਸਟੋਲੋਜੀ। ਨੈਕਸਟ ਬੱਚਿਓ ਹੈਗਾ ਆਰਥੋਲੋਜੀ। ਆਰਥੋਲੋਜੀ ਵਿੱਚ ਆਪਾਂ ਜੋੜਾਂ ਦਾ ਗਿਆਨ ਬਾਰੇ ਪੜ੍ਹਾਂਗੇ, ਸਟੱਡੀ ਆਫ ਜੁਆਇੰਟਸ ਬਾਰੇ ਆਪਾਂ ਜਦੋਂ ਡੀਪਲੀ ਪੜ੍ਹਦੇ ਹਾਂ ਤਾਂ ਆਪਾਂ ਟਰਮ ਯੂਜ਼ ਕਰਦੇ ਹਾਂ ਆਰਥੋਲੋਜੀ। ਨੈਕਸਟ
ਬੱਚਿਓ ਇਹਦੇ ਵਿੱਚ ਹੈਗੀ ਆ ਨਿਊਰੋਲੋਜੀ, ਸਟੱਡੀ ਆਫ ਨਰਵਸ ਸਿਸਟਮ, ਜੋ ਸਾਡਾ ਬ੍ਰੇਨ ਸਿਸਟਮ ਹੈਗਾ ਵਾ, ਜੋ ਸਾਡੀਆਂ ਨਰਵਸ ਸਿਸਟਮ ਬਾਰੇ ਜਦੋਂ ਆਪਾਂ ਡੀਪਲੀ ਪੜ੍ਹਦੇ ਹਾਂ ਤਾਂ ਆਪਾਂ ਟਰਮ ਯੂਜ਼ ਕਰਦੇ ਹਾਂ ਨਿਊਰੋਲੋਜੀ। ਨੈਕਸਟ ਬੱਚੇ ਦੇ ਵਿੱਚ ਹੈਗੀ ਆ ਸਪੈਂਚੋਲੋਜੀ। ਸਪੈਂਚੋਲੋਜੀ ਵਿੱਚ ਆਪਾਂ ਜਿਹੜੇ ਸਾਡੇ ਅੰਦਰਲੇ ਅੰਗ ਹੈਗੇ ਨੇ, ਖਾਲੀ ਔਰਗਨਸ, ਉਹਨਾਂ ਬਾਰੇ ਆਪਾਂ ਡੀਪਲੀ ਪੜ੍ਹਦੇ ਹਾਂ। ਇਹ ਵਾਲੀਆਂ ਬੱਚੇ ਜਿਹੜੀਆਂ ਟਰਮਸ ਨੇ, ਮਤਲਬ ਜਦੋਂ ਆਪਾਂ ਕਿਸੇ ਇੱਕ ਪਰਟੀਕੂਲਰ ਸਬਜੈਕਟ ਬਾਰੇ ਜਾਂ ਇੱਕ ਪਰਟੀਕੂਲਰ ਸਰੀਰ ਦੇ ਕਿਸੇ ਬੋਡੀ ਪਾਰਟ ਬਾਰੇ ਆਪਾਂ ਪੜ੍ਹਨਾ ਹੋਏ ਤਾਂ ਆਪਾਂ ਇਹ ਵਾਲੇ ਸਾਰੇ ਟਰਮਸ ਜਿਹੜੀਆਂ ਵਾ ਯੂਜ਼ ਕਰਦੇ ਹਾਂ। ਸੋ ਨੈਕਸਟ ਬੱਚੇ ਉਹ ਸਾਡੇ ਕੋਲ ਇਹਦੇ ਨਾਲ ਹੀ ਹੈਗੀਆਂ ਵਾ ਅਨਾਟਮੀਕਲ ਟਰਮੀਨੋਲੋਜੀ ਹੈਗੀ ਆ, ਮਤਲਬ ਕਿ ਹੋਰ ਕੀ ਸਾਡੇ ਸਰੀਰ ਦੇ ਨਾਲ ਜਿਹੜੀਆਂ ਰਿਲੇਟਡ ਟਰਮਸ ਨੇ ਜਾਂ ਜਿਹੜੀਆਂ ਐਡ ਹੋ ਜਾਂਦੀਆਂ ਨੇ। ਇਹਦੇ ਵਿੱਚ ਬੱਚੇ ਤੁਹਾਨੂੰ ਮੈਂ ਮੇਨ ਜਿਹੜੀ ਆ ਪਿਕਚਰਸ ਨੇ ਸ਼ੋਅ ਹੁੰਦੀਆਂ ਪਈਆਂ ਨੇ ABC, ਤੁਸੀਂ ਇਹਨਾਂ ਨੂੰ ਧਿਆਨ ਦੇ ਨਾਲ ਸਮਝਣਾ ਵਾ, ਇਹਨਾਂ ਤੋਂ ਹੀ ਤੁਹਾਨੂੰ ਜ਼ਿਆਦਾ ਵਧੀਆ ਜਿਹੜਾ ਪਤਾ ਲੱਗੇਗਾ। ਠੀਕ ਹੈ, ਸਭ ਤੋਂ ਪਹਿਲਾਂ ਬੱਚੇ ਇਹਦੇ ਵਿੱਚ ਹੈਗਾ ਵਾ ਕਰੇਨੀਅਲ, ਸਪੀਰੀਅਰ, ਮੀਡੀਅਲ, ਲੇਟਰਲ, ਇਨਫੀਰੀਅਰ। ਸੋ ਬੱਚੇ ਇੱਕ ਦੂਜੇ ਦੇ ਨਾਲ ਕੋਰਿਲੇਟਡ ਨੇ। ਤੁਹਾਨੂੰ ਮੈਂ ਇਹਦੇ ਵਿੱਚ ਦੱਸਾਂਗੇ ਜਦੋਂ ਆਪਾਂ ਪੜ੍ਹਨਾ ਹੋਏ ਸਪੀਰੀਅਰ, ਮਤਲਬ ਕਿ ਉੱਪਰਲੇ ਸਰੀਰ ਦੇ ਜਿਹੜਾ ਸਾਡਾ ਨੇੜਲਾ ਖੇਤਰ ਹੁੰਦਾ, ਜਿਹੜਾ ਜਿਸ ਨੂੰ ਆਪਾਂ ਕੈਰੀਨਲ ਵੀ ਆਖਦੇ ਹਾਂ, ਜਦੋਂ ਆਪਾਂ ਉਹਦੇ ਬਾਰੇ ਸਟੱਡੀ ਕਰਨੀ ਹੋਏ ਤਾਂ ਆਪਾਂ ਉਹਨੂੰ ਬੋਲਦੇ ਆ ਸਪੀਰੀਅਰ। ਠੀਕ ਆ, ਉਸ ਤੋਂ ਨੀਚੇ ਵੇਖੋ ਇਹ ਪਿਕਚਰ 'ਚ ਨੀਚੇ ਨੂੰ ਐਰੋ ਬਣਿਆ ਹੋਇਆ ਇਨਫੀਰੀਅਰ। ਜਦੋਂ ਆਪਾਂ ਪੈਰਾਂ ਦਾ ਮਤਲਬ ਕਿ ਨੇੜਲਾ ਖੇਤਰ ਨੂੰ ਪੜ੍ਹਨਾ ਹੋਏ, ਉਹਨੂੰ ਆਪਾਂ ਕੋਰਡਲ ਵੀ ਆਖਦੇ ਆ, ਉਹਦੇ ਬਾਰੇ ਸਟੱਡੀ ਕਰਦੇ ਆ ਤਾਂ ਉਹਨੂੰ ਆਪਾਂ ਉਹ ਵਾਲੇ ਪਾਰਟ ਨੂੰ ਕਹਿੰਦੇ ਆ ਇਨਫੀਰੀਅਰ। ਠੀਕ ਆ, ਉਹਦੇ ਵਿੱਚ ਬੱਚੇ ਹੈਗਾ ਮੀਡੀਅਲ, ਜਿਹੜਾ ਸਾਡੀ ਸੈਂਟਰ ਲਾਈਨ ਹੈਗੀ ਆ ਬੋਡੀ ਦੀ, ਜਿਹੜਾ ਮੀਡੀਅਲ ਰੇਖਾ ਦੇ ਸੈਂਟਰ ਰੇਖਾ ਦੇ ਨੇੜੇ ਵਾਲਾ ਪਾਰਟ ਹੋਏ ਉਹਨੂੰ ਆਪਾਂ ਮੀਡੀਅਲ ਕਹਿੰਦੇ ਆ। ਅਤੇ ਜਿਹੜਾ ਲੇਟਰਲ ਵੇਖੋ ਉਹਦਾ ਐਰੋ ਬਾਹਰ ਨੂੰ ਬਣਿਆ ਹੋਇਆ ਵਾ, ਮਤਲਬ ਮੀਡੀਆ ਸੈਂਟਰ ਰੇਖਾ ਤੋਂ ਜਿਹੜਾ ਪਰਾਂ ਨੂੰ ਜਾਂਦਾ ਪਿਆ ਵਾ ਉਹ ਹੈਗੀ ਆ ਸਾਡੀ ਲੇਟਰਲ ਪੋਜੀਸ਼ਨ ਜਾਂ ਲੇਟਰਲ ਸਾਈਡ 'ਤੇ ਹੋ ਜਾਂਦੀ ਆ ਸਾਡੀ ਲੇਟਰਲ, ਮਤਲਬ ਕਿ ਸਰੀਰ ਜਿਹੜਾ ਸਾਡਾ ਬੋਡੀ ਪਾਰਟ ਹੈਗਾ ਵਾ ਸੈਂਟਰ ਉਹ ਤੋਂ ਪਰਾਂ ਨੂੰ ਆਪਾਂ ਕਰੀਏ। ਅਤੇ ਨੈਕਸਟ ਬੱਚੇ ਇਹਦੇ ਵਿੱਚ ਪਿਕਚਰ ਦੇਖੋ, ਉਹਦੇ ਵਿੱਚ ਹੈਗਾ ਪੋਸਟੀਰੀਅਰ, ਅੰਟੀਰੀਅਰ, ਡੋਰਸਲ, ਵੈਂਟਰਲ। ਠੀਕ ਆ, ਸੈਂਟਰ ਬੋਡੀ ਦੇ ਵਿੱਚ ਜਿਹੜਾ ਸਭ ਤੋਂ ਬੱਚੇ ਹੈਗਾ ਪੋਸਟੀਰੀਅਰ ਨੂੰ ਆਪਾਂ ਜਿਹੜਾ ਹੈਗਾ ਬੋਲਦੇ ਹਾਂ ਡੋਰਸਲ ਵੀ ਬੋਲਦੇ, ਜਦੋਂ ਉਹ ਆਪਾਂ ਸਰੀਰ ਦੇ ਮਗਰਲੇ ਹਿੱਸੇ ਦੀ ਕਰਦੇ ਹੈਗੇ ਆ, ਸਰੀਰ ਦੇ ਪਿੱਠ ਵਾਲੇ ਭਾਗ ਵੱਲ ਨੂੰ ਕਰੀਏ ਸਟੱਡੀ ਹੈ ਨਾ, ਜੋ ਸਾਡੇ ਮਨੁੱਖੀ ਸਰੀਰ ਹੈ, ਅਤੇ ਉਹਨੂੰ ਆਪਾਂ ਪੋਸਟੀਰੀਅਰ ਬੋਲਦੇ ਹੈਗੇ ਆ। ਅਤੇ ਉਹਦੇ ਓਪੋਜ਼ਿਟ ਅੰਟੀਰੀਅਰ ਆ। ਠੀਕ ਆ, ਜਦੋਂ ਆਪਾਂ ਸਰੀਰ ਦੇ ਮੋਹਰਲੇ ਭਾਗ ਵੱਲ, ਫਰੰਟ ਵਾਲੇ ਪਾਸੇ ਵੱਲ ਮਤਲਬ ਕਿ ਸਟੱਡੀ ਕਰਨੀ ਹੋਵੇ ਤਾਂ ਉਹਨੂੰ ਆਪਾਂ ਅੰਟੀਰੀਅਰ ਬੋਲਦੇ ਹੈਗੇ ਆ। ਠੀਕ ਆ, ਉਸ ਤੋਂ ਬੱਚੇ ਅੱਗੇ ਹੈਗਾ ਵਾ ਡੋਰਸਲ। ਠੀਕ ਆ, ਵੈਂਟਰਲ। ਡੋਰਸਲ ਜਿਹੜਾ ਸਾਡਾ ਧੜ ਤੋਂ ਨੀਚੇ ਵਾਲਾ ਜਿਹੜਾ ਪਾਰਟ ਹੈਗਾ ਵਾ, ਜਦੋਂ ਆਪਾਂ ਉਹਦੇ ਬਾਰੇ ਸਟੱਡੀ ਕਰਾਂਗੇ ਤਾਂ ਉਹਨੂੰ ਡੋਰਸਲ ਆਖਾਂਗੇ। ਅਤੇ ਵੈਂਟਰਲ ਜੋ ਸਾਡਾ ਅਬਡੋਮੀਨਲ, ਮਤਲਬ ਜੋ ਸਾਡਾ ਫਰੰਟ ਵਾਲਾ ਪੇਟ ਵਾਲਾ ਪਾਰਟ ਹੈਗਾ ਵਾ, ਉਹਨੂੰ ਆਪਾਂ ਵਰਸਲ ਜਿਹੜਾ ਹੈਗਾ ਜਾਂ ਵੈਂਟਰਲ ਜਾਂ ਅਬਡੋਮੀਨਲ ਵਾਲ ਜਿਹੜਾ ਹੈਗਾ ਉਹਨੂੰ ਬਾਰੇ ਆਪਾਂ ਜਦੋਂ ਸਟੱਡੀ ਕਰਾਂਗੇ। ਨੈਕਸਟ ਬੱਚਿਓ ਇਹ ਅੱਗੇ ਹੈਗੀਆਂ ਵਾ ਸੀ ਪਾਰਟ ਦੇ ਵਿੱਚ ਵੇਖੋ ਸੈਜੀਟਲ, ਕੋਰਨਲ ਅਤੇ ਟਰਾਂਸਵਰਸ। ਸੈਜੀਨਲ ਜਿਹੜੇ ਬੱਚੇ ਉਹ ਸਾਡੇ ਜਿਹੜੀ ਸਰੀਰ ਦੇ ਉੱਪਰਲੀ ਜਿਹੜੀ ਹੈਗੀ ਆ ਸੈਂਟਰ ਲਾਈਨ ਤੋਂ ਉੱਪਰਲਾ ਪਾਰਟ ਬਾਰੇ ਸਟੱਡੀ ਕਰਦੇ ਹਾਂ ਆਪਾਂ ਉਹ। ਕੋਰਸਲ ਜਿਹੜੇ ਸੈਂਟਰ ਲਾਈਨ ਤੋਂ ਸਾਡੇ ਬੈਕ ਵਾਲੀ ਹੈਗੀ ਆ ਉਹਦੇ ਬਾਰੇ ਆਪਾਂ ਸਟੱਡੀ ਕਰਦੇ ਹਾਂ ਉਹਦੇ ਵਿੱਚ। ਠੀਕ ਆ, ਨੈਕਸਟ ਬੱਚਿਓ ਇਹਦੇ ਵਿੱਚ ਸਾਡੇ ਕੋਲ ਆ ਜਾਂਦੀਆਂ ਕੁਛ ਜਨਰਲ ਮੋਸ਼ਨਸ ਹੁੰਦੀਆਂ ਜਿਹੜੀਆਂ ਸਾਡੀਆਂ ਸਰੀਰ ਦੇ ਵੱਖ-ਵੱਖ ਅੰਗ ਆਪਸ ਵਿੱਚ ਰਲ ਕੇ ਸਰੀਰ ਨੂੰ ਚਲਾਉਂਦੇ ਆ, ਅਤੇ ਉਹਨਾਂ ਚਾਲਾਂ ਨੂੰ ਅਸੀਂ ਆਮ ਤੌਰ 'ਤੇ ਇੱਕ ਉਹਨਾਂ ਦੀਆਂ ਟਰਮਸ ਦਿੱਤੀਆਂ ਹੁੰਦੀਆਂ ਵਾ, ਉਹਦੇ ਨਾਲ ਆਪਾਂ ਜਿਹੜੇ ਆ ਰਿਲੇਟ ਕਰਦੇ ਹਾਂ, ਕੋਰਿਲੇਟ ਕਰਦੇ ਹਾਂ, ਜਾਂ ਉਹਨਾਂ ਟਰਮਸ ਦੇ ਨਾਲ ਸਾਨੂੰ ਈਜ਼ੀ ਪਤਾ ਲੱਗ ਜਾਂਦਾ ਹੈਗਾ ਵਾ। ਸੋ ਬੱਚੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਪਿਕਚਰ ਵੇਖੋ, ਸਭ ਤੋਂ ਉੱਪਰ ਜਿਹੜੀ ਗਰਲ ਦੀ ਪਿਕਚਰ ਹੈਗੀ ਆ ਉਹਦੇ ਵਿੱਚ ਹੈਗੀ ਆ ਅਬਡਕਸ਼ਨ। ਠੀਕ ਆ, ਅਬਡਕਸ਼ਨ ਦੇ ਵਿੱਚ ਇੱਕ ਅਜਿਹੀ ਮੋਸ਼ਨ ਜਾਂ ਅਜਿਹੀ ਹਰਕਤ ਹੈਗੀ ਹੈ ਜਿਹੜੀ ਕਿਸੇ ਸਰੀਰ ਦੇ ਰਚਨਾ ਹੱਥ ਜਾਂ ਬਾਂਹ ਨੂੰ ਕੇਂਦਰੀ ਰੇਖਾ ਜਿਹੜੀ ਸਾਡੀ ਸੈਂਟਰ ਰੇਖਾ ਉਹ ਤੋਂ ਦੂਰ ਵੱਲ ਨੂੰ ਜਾਂਦੀ ਹੈ। ਤੁਸੀਂ ਪਿਕਚਰ 'ਚ ਵੇਖੋ ਅਤੇ ਉਹਦੇ ਵਿੱਚ ਦਿੱਤਾ ਹੋਇਆ ਵਾ। ਠੀਕ ਆ, ਅਬਡਕਸ਼ਨ ਦੇ ਵਿੱਚ ਜਿਹੜੀ ਆ ਉਹਦੀ ਬਾਂਹ ਬਾਹਰ ਨੂੰ ਜਾਂਦੀ ਪਈ ਐਰੋ ਬਣਿਆ ਹੋਇਆ ਬਾਹਰ ਨੂੰ। ਅਤੇ ਅਡਕਸ਼ਨ ਦੇ ਵਿੱਚ ਜਿਹੜਾ ਵਾ ਇੱਕ ਅਜਿਹੀ ਇਹ ਮਤਲਬ ਕਿ ਮੂਵਮੈਂਟ ਹੈਗੀ ਆ ਜਿਹਦੇ ਵਿੱਚ ਸਾਡਾ ਹੱਥ ਬਾਂਹ ਜਿਹੜਾ ਵਾ ਉਹ ਅੰਦਰ ਨੂੰ ਆਉਂਦਾ ਵਾ, ਸਾਡੀ ਜੋ ਬੋਡੀ ਦਾ ਸੈਂਟਰ ਪਾਰਟ ਹੁੰਦਾ ਉਹਦੇ ਵੱਲ ਨੂੰ ਉਹ ਆਉਂਦੀ ਆ ਬਾਂਹ, ਉਹਦੇ ਵਿੱਚ ਐਰੋ ਵੇਖੋ ਦਿੱਤਾ ਹੋਇਆ ਵਾ। ਅਡਕਸ਼ਨ ਦੇ ਵਿੱਚ ਉਹਦੀ ਜਿਹੜੀ ਆ ਅੰਦਰ ਨੂੰ ਮੂਵਮੈਂਟ ਹੁੰਦੀ ਪਈ ਆ। ਸੋ ਉਹਦੇ ਵਿੱਚ ਅੱਗੇ ਬੇਟਾ ਹੈਗਾ ਲੇਟਰਲ ਰੋਟੇਸ਼ਨ ਅਤੇ ਮੀਡੀਅਲ ਰੋਟੇਸ਼ਨ। ਲੇਟਰਲ ਰੋਟੇਸ਼ਨ ਦੇ ਵਿੱਚ ਵੀ ਜਿਹੜਾ ਵਾ ਉਹ ਮਤਲਬ ਕਿ ਗੋਲ ਘੁੰਮਦੀ ਆ, ਅਤੇ ਮੀਡੀਅਲ ਜਿਹੜੇ ਸਿੱਧੇ ਵਾਲੀ ਹੈਗੀ ਆ। ਠੀਕ ਆ,
ਉਸ ਤੋਂ ਅੱਗੇ ਵਿੱਚ ਦਿੱਤੀ ਹੋਈ ਆ ਐਕਸਟੈਂਸ਼ਨ ਦੀ ਅਤੇ ਫਲੈਕਸ਼ਨ ਦੀ। ਫਲੈਕਸ਼ਨ ਤੁਹਾਨੂੰ ਪਤਾ ਇੱਕ ਅਜਿਹੀ ਜਿਹੜੀ ਚਾਲ ਹੁੰਦੀ ਹੈ ਜਿਹੜੀ ਸਰੀਰ ਦੇ ਅੰਗਾਂ ਦੇ ਵਿਚਾਲੇ ਕੋਣ ਨੂੰ ਘਟਾਉਂਦੀ ਆ। ਫਲੈਕਸ਼ਨ ਫਲੈਕਸੀਬਿਲਿਟੀ ਮਤਲਬ ਸਮਝਦੇ ਨਾ ਤੁਸੀਂ ਵੀ ਜੇ ਉਹ ਵਾਲੀ ਚੀਜ਼ ਜਿਹੜੀ ਫਲੈਕਸੀਬਿਲਿਟੀ ਹੋ ਜਾਂਦੀ ਆ। ਅਤੇ ਐਕਸਟੈਂਸ਼ਨ ਦਾ ਕੀ ਮਤਲਬ ਹੁੰਦਾ ਵਾ, ਜਿਹੜੀ ਮਤਲਬ ਕਿ ਦੂਰ ਖੜ੍ਹੇ, ਠੀਕ ਆ, ਜੋ ਸਾਡੇ ਸਰੀਰ ਹੈਗੇ ਆ, ਜੋ ਸਾਡੇ ਚਾਲ ਹੈਗੀ ਆ ਸਰੀਰ ਦੇ ਉਹਦੇ ਅੰਗਾਂ ਦੇ ਜਿਹੜਾ ਵਿੱਚ ਹਲਾ ਕੋਣ ਆ ਉਹਨੂੰ ਵਧਾਉਂਦੀ ਆ ਜਿਹੜੀ ਐਕਸਟੈਂਸ਼ਨ ਆ, ਮਤਲਬ ਕਿ ਐਕਸਟੈਂਡ ਹੋ ਜਾਣਾ, ਦੂਰ ਤੱਕ ਚਲੇ ਜਾਣਾ, ਠੀਕ ਆ। ਉਹ ਤੋਂ ਅੱਗੇ ਵਿੱਚ ਬੱਚੇ ਇਹਦੇ ਵਿੱਚ ਹੈਗੇ ਆ ਐਲੀਵੇਸ਼ਨ ਅਤੇ ਡਿਪਰੈਸ਼ਨ। ਐਲੀਵੇਸ਼ਨ ਵੇਖੋ ਜਿਹੜੀ ਉੱਪਰ ਨੂੰ ਦਿੱਤੀ ਹੋਈ ਆ, ਜਿਹੜੀ ਕਿਸੇ ਸਰੀਰ ਦੇ ਭਾਗ ਨੂੰ ਉੱਪਰ ਚੁੱਕਦੀ ਆ, ਅਤੇ ਡਿਪਰੈਸ਼ਨ ਜਿਹੜੀ ਨੀਚੇ ਵੱਲ ਨੂੰ ਲੈ ਕੇ ਆਉਂਦੀ ਆ। ਐਰੋਸ ਬਣੇ ਹੋਏ ਆ ਨਾਲ, ਤੁਸੀਂ ਉਹਨਾਂ ਤੋਂ ਸਮਝ ਸਕਦੇ ਹੋ, ਠੀਕ ਆ। ਉਹ ਤੋਂ ਅੱਗੇ ਬੱਚੇ ਦਿੱਤੇ ਹੋਈ ਆ ਐਕਸਟੈਂਸ਼ਨ ਅਤੇ ਫਲੈਕਸ਼ਨ। ਐਕਸਟੈਂਸ਼ਨ ਜਿਹੜੀ ਸਾਡੇ ਸਰੀਰ ਦੇ ਮਤਲਬ ਕਿ ਧੌਣ ਨੂੰ ਜਿਹੜਾ ਉੱਪਰਲਾ ਬੋਡੀ ਪਾਰਟ ਆਪਾਂ ਪਿੱਛੇ ਨੂੰ ਲੈ ਕੇ ਜਾਂਦੇ, ਐਕਸਟੈਂਡ ਕਰਦੇ ਹੈਗੇ ਆ, ਅਤੇ ਫਲੈਕਸ਼ਨ ਜਿਹੜਾ ਨੀਚੇ ਨੂੰ ਆਪਾਂ ਅੱਗੇਲੇ ਵਾਲੇ ਪਾਸੇ ਨੂੰ ਬੈਂਡ ਕਰਦੇ ਹੈਗੇ ਆ, ਠੀਕ ਆ। ਇੱਦਾਂ ਬੱਚੇ ਸਾਰੀਆਂ ਪੋਜੀਸ਼ਨਸ ਦਿੱਤੀਆਂ ਹੋਈਆਂ ਵਾ, ਐਕਸਟੈਂਸ਼ਨ ਫਲੈਕਸ਼ਨ ਸਾਰੀਆਂ ਉਹਨਾਂ ਨੇ ਵੱਖਰੀਆਂ ਵੱਖਰੀਆਂ ਦਿੱਤੀਆਂ ਹੋਈਆਂ ਵਾ। ਹੈਂਡਸ ਦੀ ਮੂਵਮੈਂਟ ਦਿੱਤੀ ਹੋਈ ਆ, ਠੀਕ ਆ। ਅੱਗੇ ਦਿੱਤੀ ਹੋਈ ਆ ਲੈਗਸ ਦੀ ਦਿੱਤੀ ਹੋਈ ਹੈ ਕਿ ਫਲੈਕਸ਼ਨ ਦੇ ਵਿੱਚ ਵੇਖੋ ਲੈਗ ਜਿਹੜੀ ਆ ਫਲੈਕਸ ਕਰਦੇ ਪਏ ਆ, ਮਤਲਬ ਕਿ ਫੋਲਡ ਕੀਤੀ ਹੋਈ ਆ। ਐਕਸਟੈਂਸ਼ਨ ਦੇ ਵਿੱਚ ਜਿਹੜੀ ਉਹ ਕੀਤੀ ਹੋਈ ਆ, ਬਿਲਕੁਲ ਸਟਰੇਟ ਕੀਤੀ ਹੋਈ ਆ, ਐਕਸਟੈਂਡ ਕੀਤੀ ਹੋਈ ਆ, ਠੀਕ ਹੈ। ਇਵੇਂ ਸਾਰੀਆਂ ਜਿਹੜੀਆਂ ਉਹਨਾਂ ਨੇ ਪੋਜੀਸ਼ਨਸ ਜਿਹੜੀਆਂ ਵਾ ਮੂਵਮੈਂਟਸ ਦਿੱਤੀਆਂ ਹੋਈਆਂ ਨੇ। ਆਈ ਹੋਪ ਕਿ ਤੁਹਾਨੂੰ ਇਹਨਾਂ ਪਿਕਚਰਸ ਤੋਂ ਅੱਛੀ ਤਰ੍ਹਾਂ ਜਿਹੜਾ ਸਮਝ ਆ ਗਿਆ ਹੋਏਗਾ। ਨੈਕਸਟ ਬੱਚਿਓ ਸਾਡਾ ਜਿਹੜਾ ਅੱਜ ਦਾ ਮੇਨ ਹੈਗਾ ਹੀ ਪਾਰਟ ਵਿੱਚ ਆ ਜਾਂਦਾ ਸੀ ਸਰੀਰ ਦੀ ਰਚਨਾ ਦੇ ਵਿੱਚ, ਵੀ ਕਿੰਨਾ ਕਿੰਨਾ ਬੋਡੀ ਪਾਰਟਸ ਤੋਂ ਬਣਿਆ ਵਾ, ਕਿਹੜੇ ਕਿਹੜੇ ਇਹਦੇ ਵਿੱਚ ਔਰਗਨਸ ਹੈਗੇ ਆ, ਕਿਹੜੇ ਕਿਹੜੇ ਇਹ 'ਚ ਪ੍ਰਣਾਲੀਆਂ ਵਾ ਜਿਨ੍ਹਾਂ ਬਾਰੇ ਆਪਾਂ ਪੜ੍ਹਨਾ ਵਾ। ਸਭ ਤੋਂ ਪਹਿਲਾਂ ਇਹ ਗਿਆ ਵਾ ਕੰਪੋਜੀਸ਼ਨ ਆਫ ਬੋਡੀ, ਮਤਲਬ ਕਿ ਸਰੀਰ ਦੀ ਰਚਨਾ, ਜਿਹਦੇ ਵਿੱਚ ਸਭ ਤੋਂ ਮੇਨ ਇਹਦਾ ਇੰਪੋਰਟੈਂਟ ਪਾਰਟ ਆਉਂਦਾ ਹੈਗਾ ਸੈੱਲ। ਸੈੱਲ ਜਿਹੜਾ ਬੱਚਿਓ ਹੈਗਾ ਵਾ ਉਹ ਸਾਡੀ ਸਰੀਰ ਦੀ ਰਚਨਾ ਦਾ ਮੁੱਢਲਾ ਭਾਗ ਸੈੱਲ ਹੁੰਦਾ ਵਾ। ਮਤਲਬ ਕਿ ਇਹ ਇੱਕ ਇੱਟਾਂ ਦੀ ਕੰਧ ਦੀ ਸਮਾਨ ਹੁੰਦਾ ਵਾ। ਜਿਵੇਂ ਘਰ ਬਣਾਉਣ ਵਾਸਤੇ ਸਾਨੂੰ ਇੱਟਾਂ ਚਾਹੀਦੀਆਂ ਨਾ, ਇਵੇਂ ਸਾਡੇ ਸਰੀਰ ਨੂੰ ਬਣਾਉਣ ਵਾਸਤੇ ਸੈੱਲ ਜਿਹੜਾ ਵਾ ਬਹੁਤ ਜ਼ਰੂਰੀ ਹੈਗਾ ਵਾ। ਸਾਰੇ ਸੈੱਲ ਸਾਡੇ ਜਿਉਣ ਲਈ, ਕੰਮ ਕਰਨ ਲਈ, ਪਾਣੀ, ਖਾਣੇ, ਆਕਸੀਜਨ ਦੀ ਲੋੜ ਹੁੰਦੀ ਹੈ ਸਾਰੇ ਸੈੱਲਾਂ ਨੂੰ। ਜਦੋਂ ਸੈੱਲ ਖਾਣੇ ਅਤੇ ਆਕਸੀਜਨ ਦੀ ਵਰਤੋਂ ਕਰਦੇ ਅਤੇ ਕਾਰਬਨ ਡਾਈਆਕਸਾਈਡ ਅਤੇ ਜਿਹੜਾ ਰਹਿੰਦ ਖੂੰਹਦ ਆ ਉਹ ਆਪਣੇ ਵਿੱਚੋਂ ਕੱਢ ਦਿੰਦੇ ਆ। ਸੋ ਬੱਚਿਓ ਤੁਸੀਂ ਇਹ ਸਾਇੰਸ ਦੇ ਵਿੱਚ ਵੀ ਪੜ੍ਹਿਆ ਹੋਏਗਾ ਸੈੱਲ ਬਾਰੇ। ਇਹਦੇ ਵੇਖੋ ਆ ਜਿਹੜੀ ਡਾਇਗਰਾਮ ਆ ਉਹਦੇ ਵਿੱਚ ਕਾਫੀ ਕੁਛ ਹੁੰਦਾ ਵਾ। ਉਹਦਾ ਮੇਨ ਜਿਹੜਾ ਪਾਰਟ ਹੁੰਦਾ ਵਾ ਸੈਂਟਰ ਬਿੰਦੂ ਜਿਹਨੂੰ ਆਪਾਂ ਕਹਿ ਲੈਂਦੇ ਆ, ਉਹ ਨਿਊਕਲੀਅਸ ਹੁੰਦਾ ਵਾ। ਉਹਦੇ ਅੱਗੇ ਜਿਹੜਾ ਵਾ ਉਹ ਨਿਊਕਲੀਅਸ ਇਹ ਕੀ ਕਰਦਾ, ਸੈੱਲ ਕੀ ਕਰਦਾ ਵਾ, ਅੱਗੇ ਗਤੀਵਿਧੀਆਂ ਨੂੰ ਨਿਰਦੇਸ਼ ਦਿੰਦਾ ਵਾ। ਜਿਹੜਾ ਨਿਊਕਲੀਅਸ ਦੇ ਆਲੇ ਦੁਆਲੇ ਕੀ ਹੁੰਦਾ, ਸਾਈਟੋਪਲਾਜ਼ਮ ਹੁੰਦਾ ਵਾ, ਰਾਈਬੋਸੋਮਸ ਹੁੰਦੇ ਨੇ, ਠੀਕ ਆ। ਨਿਊਕਲੀਅਰ ਮੈਂਬਰਨ ਹੁੰਦੀ ਆ, ਮਾਈਟੋਕੌਂਡਰੀਆ ਹੁੰਦਾ ਵਾ, ਗੋਲਗੀ ਆਪਰੇਟਸ, ਸੈੱਲ ਮੈਂਬਰਨ, ਪਲਾਜ਼ਮਿਕ ਰੈਟੀਕੂਲਮ, ਸਾਈਟੋਪਲਾਜ਼ਮ, ਰਾਈਬੋਸੋਮ, ਇਹ ਸਾਰੇ ਜਿਹੜੇ ਹੈਗੇ ਆ ਇਹ ਨਿਊਕਲੀਅਸ ਦੇ ਵਿੱਚ ਹੁੰਦੇ ਨੇ। ਇੰਨੇ ਸਾਰਿਆਂ ਤੋਂ ਨਿਊਕਲੀਅਸ ਬਣਿਆ ਹੁੰਦਾ ਵਾ, ਠੀਕ ਆ। ਇਹਦੇ ਅੱਗੇ ਨਿਊਕਲੀਅਸ ਦੇ ਕੰਮ ਕੀ ਆ, ਫੰਕਸ਼ਨ ਆਫ ਸੈੱਲ। ਸਭ ਤੋਂ ਪਹਿਲਾਂ ਇਹਦਾ ਰੈਸਪੀਰੇਸ਼ਨ ਦਾ, ਸਾਹ ਕਿਰਿਆ, ਅਤੇ ਜਿਹੜੇ ਇਹ ਸੈੱਲ ਹੈਗੇ ਆ ਉਹ ਸਾਨੂੰ ਖਾਣਾ ਪਚਾਉਣ ਲਈ ਆਕਸੀਜਨ ਦੀ ਲੋੜ ਹੁੰਦੀ ਆ, ਉਹਦੇ ਵਿੱਚ ਹੈਲਪ ਕਰਦੇ ਆ। ਫਿਰ ਇੰਜੈਸ਼ਨ ਐਂਡ ਅਸਿਮੀਲੇਸ਼ਨ, ਜੋ ਅਸੀਂ ਖਾਣਾ ਖਾਧਾ ਉਹਨੂੰ ਪਚਾਉਣਾ ਵਾ, ਉਹਨੂੰ ਮਤਲਬ ਕਿ ਇੱਕ ਜੋ ਉਹਦੇ ਵਿੱਚੋਂ ਵੇਸਟ ਮਟੀਰੀਅਲ ਉਹਨੂੰ ਬਾਹਰ ਕੱਢਣਾ ਵਾ। ਫਿਰ ਇਹ ਸੈੱਲ ਸਾਡੇ ਹੋਰ ਕੀ ਹੈਲਪ ਕਰਦੇ ਆ, ਗਰੋਥ ਅਤੇ ਰਿਪੇਅਰ ਦੇ ਵਿੱਚ ਹੈਲਪ ਕਰਦੇ ਆ, ਠੀਕ ਹੈ। ਜੋ ਨਵੇਂ ਸੈੱਲ ਬਣਦੇ ਆ, ਨਵੇਂ ਸੈੱਲ ਬਣਾਉਣ ਵਿੱਚ ਵਾਧਾ ਕਰਦੇ ਨੇ। ਉਹਨਾਂ ਦੇ ਵਿੱਚ ਮਤਲਬ ਕਿ ਜੋ ਸਾਡੇ ਅੰਗ ਆ ਉਹਨਾਂ ਦਾ ਵਾਧਾ ਅਤੇ ਮੁਰੰਮਤ ਕਰਦੇ, ਸਾਡੀ ਗਰੋਥ ਅਤੇ ਡਿਵੈਲਪਮੈਂਟ ਵਿੱਚ ਵੀ ਹੈਲਪ ਕਰਦੇ ਆ। ਐਕਸਕ੍ਰੀਸ਼ਨ ਮਤਲਬ ਕਿ ਜੋ ਸਾਡੀ ਮਤਲਬ ਕਿ ਸਰੀਰ ਦੇ ਵਿੱਚ ਵੇਸਟੇਜ ਆ ਉਹਨੂੰ ਬਾਹਰ ਕੱਢਣ ਵਿੱਚ ਵੀ ਸੈੱਲ ਹੈਲਪ ਕਰਦੇ ਨੇ। ਜੋ ਅੱਗੇ ਹੈਗਾ ਵਾ ਇਰੀਟੇਟਿਵ ਐਂਡ ਐਕਟੀਵਿਟੀ, ਜੋ ਸਾਡੇ ਸਟਿਮੂਲਾਈਟਸ ਮੈਨੂੰ ਮਿਲਦੀਆਂ ਵਾ ਬਾਹਰੋਂ, ਮਤਲਬ ਕਿ ਸਾਨੂੰ ਜੋ ਸੈਂਸਸ ਮਿਲਦੀਆਂ ਉਹਨਾਂ 'ਤੇ ਕੰਮ ਕਰਦੇ ਨੇ। ਨੈਕਸਟ ਹੈਗਾ ਬੱਚੇ ਮੈਟਾਬੋਲਿਜ਼ਮ ਐਂਡ ਰੀਪਰੋਡਕਸ਼ਨ। ਮੈਟਾਬੋਲਿਜ਼ਮ ਦੇ ਵਿੱਚ ਕੀ ਹੁੰਦਾ ਵਾ, ਸੈੱਲ ਖਾਣੇ ਜੋ ਅਸੀਂ ਖਾਂਦੇ ਉਹਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਤੋੜ ਕੇ ਉਹਦੇ ਵਿੱਚ ਜੋ ਸਾਨੂੰ ਚਾਹੀਦੀ ਹੈ ਐਨਰਜੀ, ਗਲੂਕੋਜ਼ ਚਾਹੀਦਾ, ਉਹ ਸਾਡੀ ਬੋਡੀ ਨੂੰ ਮਿਲੇ ਪ੍ਰੋਪਰ ਢੰਗ 'ਚ, ਉਹਦੇ ਵਿੱਚ ਹੈਲਪ ਕਰਦੇ ਨੇ। ਰੀਪਰੋਡਕਸ਼ਨ ਦੇ ਵਿੱਚ ਕੀ ਕਰਦੇ ਆ, ਜਿਹੜਾ ਇੱਕ ਸੈੱਲ ਟੁੱਟ ਕੇ ਜਾਂ ਹੋਰ ਵੱਧ ਸੈੱਲਾਂ ਨੂੰ ਜਨਮ ਦਿੰਦਾ ਵਾ ਕਿਵੇਂ, ਉਹਦੇ ਵਿੱਚ ਜਿਹੜੀ ਆ ਸਾਡੀ ਇਹ ਸੈੱਲ ਹੈਲਪ ਕਰਦੇ ਨੇ। ਸੋ ਬੱਚਿਓ ਸੈੱਲ ਜਿਹੜਾ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਹੀ ਦੱਸਿਆ ਕਿ ਸੈੱਲ ਸਾਡੇ ਸਰੀਰ ਵਿੱਚ ਇੱਟਾਂ ਦੀ ਕੰਧ ਦੀ ਸਮਾਨ ਕੰਮ ਕਰਦੇ ਨੇ। ਸੈੱਲ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਹਿੱਸੇ ਨੇ, ਬਹੁਤ ਹੀ ਜ਼ਿਆਦਾ। ਵੇਖੋ ਕਿੰਨੇ ਕੰਮ ਫੰਕਸ਼ਨ ਹੈਗੇ ਆ ਸੈੱਲ ਦੇ ਜਿਹੜੇ ਸਾਡੇ ਸਰੀਰ 'ਤੇ ਮਤਲਬ ਕਿ ਹੈਲਪ ਕਰਦੇ ਨੇ, ਜਾਂ ਸਾਡਾ ਸਰੀਰ ਇਹਨਾਂ ਫੰਕਸ਼ਨਸ 'ਤੇ ਡਿਪੈਂਡ ਹੈਗਾ ਵਾ। ਸੋ ਬੱਚਿਓ ਨੈਕਸਟ ਸੈੱਲ ਤੋਂ ਮਿਲ ਕੇ ਬਣਦੇ ਨੇ ਟਿਸ਼ੂ। ਟਿਸ਼ੂਸ ਕੀ ਹੁੰਦੇ ਨੇ, ਟਿਸ਼ੂ ਜਿਹੜੇ ਇੱਕ ਗਰੁੱਪ ਹੁੰਦਾ ਸੈੱਲਾਂ ਦਾ, ਮਤਲਬ ਮੰਨ ਲਓ 1 ਸੈੱਲ, 2 ਸੈੱਲ, 3 ਸੈੱਲ, 4 ਸੈੱਲ, ਉਹ ਇਕੱਠੇ ਮਿਲ ਕੇ ਜਦੋਂ 4-5 ਸੈੱਲ ਇਕੱਠੇ ਹੋ ਗਏ ਤਾਂ ਉਹ ਮਿਲ ਕੇ ਕੀ ਬਣ ਗਏ, ਟਿਸ਼ੂ,
ਠੀਕ ਆ। ਉਹਨਾਂ ਦਾ ਮੇਨ ਕੰਮ ਜਿਹੜਾ ਹੁੰਦਾ ਵਾ ਇੱਕੋ ਜਿਹਾ ਕੰਮ ਹੁੰਦਾ ਵਾ ਸਾਰੇ ਸੈੱਲਾਂ ਦਾ। ਮੇਨ ਇਹਦੇ ਵਿੱਚ ਬੱਚੇ 4 ਟਾਈਪ ਦੇ ਸਾਡੇ ਜਿਹੜੇ ਟਿਸ਼ੂ ਹੈਗੇ ਨੇ, ਐਪੀਥੀਲੀਅਮ, ਕਨੈਕਟਿਵ, ਮਸਕੂਲਰ ਤੇ ਨਰਵਸ। ਉਹਨਾਂ ਚਾਰਾਂ ਸੈੱਲਾਂ ਦੇ ਆਪਣੇ ਵੱਖਰੇ ਵੱਖਰੇ ਫੰਕਸ਼ਨ ਹੈਗੇ ਆ। ਸਭ ਤੋਂ ਪਹਿਲਾਂ ਬੱਚੇ ਇਹਦੇ ਵਿੱਚ ਹੈਗਾ ਐਪੀਥੀਲੀਅਮ। ਉਹਦਾ ਫੰਕਸ਼ਨ ਕੀ ਹੈਗਾ? ਪ੍ਰੋਟੈਕਸ਼ਨ। ਪ੍ਰੋਟੈਕਸ਼ਨ ਦਾ ਮਤਲਬ ਕੀ ਹੁੰਦਾ? ਰੱਖਿਆ ਕਰਨੀ। ਜਿਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦੱਸਾਂ, ਸਕਿਨ। ਠੀਕ ਆ। ਹੁਣ ਸਕਿਨ ਵੇਖੋ, ਸਾਨੂੰ ਮਤਲਬ ਕਿ ਜਿਹੜੀ ਹੈਗੀ ਆ ਇੱਕ ਹਿਸਾਬ ਦੀ ਸਾਡੀ ਬਾਹਰਲੀ ਜਿਹੜੀ ਸਾਡੇ ਸਰੀਰ ਦੀ ਬਣਤਰ ਦੀ ਬਾਹਰਲੀ ਜਿਹੜੀ ਮੇਨ ਸਭ ਤੋਂ ਬਾਹਰਲਾ ਹੈਗਾ ਉਹ ਸਾਡੀ ਸਕਿਨ ਹੈਗੀ ਆ, ਜਿਹਨੇ ਸਾਰੇ ਸਾਡੇ ਸਰੀਰ ਨੂੰ ਅੰਦਰਲਿਆਂ ਨੂੰ ਢੱਕ ਕੇ ਰੱਖਿਆ ਹੋਇਆ ਵਾ, ਪ੍ਰੋਟੈਕਟ ਕਰਕੇ ਰੱਖਿਆ ਹੋਇਆ ਵਾ। ਸਾਡੇ ਅੰਦਰਲੀਆਂ ਹੱਡੀਆਂ ਨੂੰ, ਔਰਗਨਸ ਨੂੰ, ਸਾਡੇ ਨਾੜੀਆਂ ਨੂੰ ਪ੍ਰੋਟੈਕਟ ਕਰਕੇ ਰੱਖਿਆ ਹੋਇਆ। ਅਤੇ ਨਾਲ ਸਾਈਡ ਬਾਏ ਸਾਈਡ ਸਾਡੀ ਜਿਹੜੀ ਹੈ ਹੋਰ ਕੀ ਹੈਲਪ ਕਰਦੀ ਹੈ? ਜੇ ਥੋੜ੍ਹਾ ਜਿਹਾ ਤੁਸੀਂ ਆਪਣੇ ਦਿਮਾਗ 'ਤੇ ਜ਼ੋਰ ਪਾ ਕੇ ਸੋਚੋ ਤਾਂ ਵੇਖੋ, ਜਦੋਂ ਸਾਨੂੰ ਸਾਡੇ ਬਾਹਰਲੇ ਆਪਾਂ ਪਾਣੀ ਦਾ ਹੀ ਟੈਂਪਰੇਚਰ ਚੈੱਕ ਕਰਨਾ ਹੋਏ ਤਾਂ ਆਪਾਂ ਹੱਥ ਡਿਪ ਕਰਕੇ ਪਤਾ ਕਰ ਲੈਂਦੇ ਹਾਂ, ਜਾਂ ਸਕਿਨ ਲਾ ਕੇ ਆਪਣੇ ਹੱਥ ਦੀ ਬੈਕ ਸਾਈਡ 'ਤੇ ਵੇਖ ਲੈਂਦੇ ਹਾਂ ਵੀ ਇਹ ਗਰਮ ਆ ਜਾਂ ਇਹ ਠੰਡਾ ਵਾ। ਅਤੇ ਸਾਨੂੰ ਇੱਕ ਹਿਸਾਬ ਦੀ ਜਿਹੜੀ ਆ ਉਹ ਉੱਤੋਂ ਸਾਨੂੰ ਪ੍ਰੋਟੈਕਸ਼ਨ ਵੀ ਕਰਦੀ ਹੈ ਵੀ ਆਹ ਚੀਜ਼ ਗਰਮ ਆ ਅਤੇ ਆਪਾਂ ਇੱਥੇ ਨਹੀਂ ਜ਼ਿਆਦਾ ਟੱਚ ਨਹੀਂ ਕਰਨਾ, ਜਾਂ ਇੱਥੇ ਲਾਗੇ ਬਹਿਣਾ ਨਹੀਂ ਆ, ਜਾਂ ਇਹ ਜ਼ਿਆਦਾ ਠੰਡੀ ਆ ਅਤੇ ਇਹ ਸਾਡੀ ਸਕਿਨ ਨੂੰ ਜਾਂ ਸਹੀ ਨਹੀਂ, ਅਤੇ ਸਾਨੂੰ ਉੱਤੋਂ ਪਤਾ ਚੱਲ ਜਾਂਦਾ ਹੈਗਾ ਵਾ। ਸੋ ਨੈਕਸਟ ਬੱਚੇ ਹੈਗਾ ਕਨੈਕਟਿਵ। ਕਨੈਕਟਿਵ ਦਾ ਮਤਲਬ ਕੀ ਹੁੰਦਾ ਵਾ? ਜੋੜ ਕੇ ਰੱਖਣਾ। ਇਹਦਾ ਫੰਕਸ਼ਨ ਕੀ ਹੈ? ਸਪੋਰਟ। ਸਪੋਰਟ ਦਾ ਮਤਲਬ ਕੀ ਹੁੰਦਾ? ਸਹਾਰਾ ਦੇਣਾ। ਅਤੇ ਇਹਦੀ ਐਗਜ਼ਾਮਪਲ ਕੀ ਹੈਗੀਆਂ ਵਾ? ਬੋਨਸ। ਜਿੱਦਾਂ ਬੋਨਸ ਸਾਡੀਆਂ ਸਾਰੀਆਂ ਵੱਖਰੀਆਂ ਵੱਖਰੀਆਂ ਜੋੜ ਕੇ ਅਤੇ ਸਾਨੂੰ ਸਪੋਰਟ ਕਰਦੀਆਂ ਹੈਗੀਆਂ ਵਾ। ਨੈਕਸਟ ਬੱਚੇ ਦੀ ਟਿਸ਼ੂਸ ਦੀ ਟਾਈਪ ਹੈਗੀ ਆ ਮਸਕੂਲਰ। ਮਸਕੂਲਰ ਕੀ ਹੁੰਦੇ? ਸਾਡੇ ਪੱਠੇ ਅਤੇ ਮਾਸਪੇਸ਼ੀਆਂ ਜਿਹੜੀਆਂ ਕੀ ਫੰਕਸ਼ਨ ਕਰਦੇ ਨੇ? ਮੂਵਮੈਂਟ, ਹਿਲਾਉਣ ਜਲਾਉਣ ਦਾ। ਠੀਕ ਆ। ਜਿਵੇਂ ਸਾਡਾ ਪਿੰਜਰ, ਸਕਲਟਨ ਸਿਸਟਮ। ਨੈਕਸਟ ਬੱਚੇ ਇਹਦੇ ਵਿੱਚ ਹੈਗਾ ਨਰਵਸ। ਨਰਵਸ ਕੀ ਹੁੰਦੇ ਆ? ਨਾੜੀ ਤੰਤਰ। ਜੋ ਉਹਨਾਂ ਦਾ ਮੇਨ ਕੰਮ ਕੀ ਹੁੰਦਾ? ਕਮਿਊਨੀਕੇਸ਼ਨ। ਜਿਵੇਂ ਸਾਡਾ ਬ੍ਰੇਨ ਹੈਗਾ, ਸਾਡੇ ਬ੍ਰੇਨ ਨੂੰ ਜਿੱਦਾਂ ਮੰਨ ਲਓ ਅਸੀਂ ਕਿਸੇ ਗਰਮ ਚੀਜ਼ ਨੂੰ ਹੱਥ ਲਾਇਆ ਅਤੇ ਉਸੇ ਵੇਲੇ ਜੋ ਸਾਡੀਆਂ ਸੈਂਸਸ ਨੇ, ਜੋ ਸਾਡੀਆਂ ਸਟੀਮੂਲਾਈ ਨੇ, ਉਸੇ ਵੇਲੇ ਬ੍ਰੇਨ ਨੂੰ ਮਤਲਬ ਕਿ ਇੱਕ ਹਿਸਾਬ ਦਾ ਕੀ ਕਰਦੀਆਂ ਨੇ? ਆਦੇਸ਼ ਦਿੰਦੀਆਂ ਨੇ, ਜਾਂ ਸੰਚਾਰ ਉਹਨਾਂ ਦਾ ਆਪਸ 'ਚ ਇੰਨਾ ਕਮਿਊਨੀਕੇਟ ਕਰਦੀਆਂ ਨੇ ਕਿ ਸਾਡੇ ਬ੍ਰੇਨ ਉਸੇ ਵੇਲੇ ਮਤਲਬ ਕਿ ਇਫੈਕਟ ਕੀਤਾ ਕਿ ਨਹੀਂ ਇਹ ਚੀਜ਼ ਮਤਲਬ ਕਿ ਗਰਮ ਹੈਗੀ, ਤਾਂ ਆਪਾਂ ਉਸ ਵੇਲੇ ਫਟਾਫਟ ਹੱਥ ਪਿੱਛੇ ਕਰ ਲੈਂਦੇ ਹਾਂ। ਠੀਕ ਹੈ। ਉਹਨਾਂ ਦਾ ਮੇਨ ਕੰਮ ਕੀ ਹੈ? ਨਰਵਸ ਸਿਸਟਮ ਦਾ ਕਮਿਊਨੀਕੇਸ਼ਨ ਕਰਨਾ, ਅਤੇ ਜਿਹਦਾ ਇੱਕ ਐਗਜ਼ਾਮਪਲ ਹੈਗੀ ਆ ਬ੍ਰੇਨ। ਸੋ ਬੱਚੇ ਇਹ ਸੀ ਟਿਸ਼ੂਸ ਦੇ ਟਾਈਪ। ਨੈਕਸਟ ਬੱਚੋ ਇਹਦੇ ਵਿੱਚ ਆ ਜਾਂਦਾ ਸਾਡੇ ਕੋਲ ਸਰੀਰ ਦੀ ਜਿਹੜੀ ਆਪਾਂ ਰਚਨਾ ਬਾਰੇ ਪੜ੍ਹਦੇ ਪਏ ਹਾਂ, ਉਹਦੇ ਵਿੱਚ ਆ ਜਾਂਦਾ ਵੇਰੀਅਸ ਸਿਸਟਮ ਜਿਹੜੇ ਹਿਊਮਨ ਬੋਡੀ ਦੇ ਹੋਰ ਵੀ ਸਾਡੇ ਨਾਲ ਇਨਕਲੂਡ ਹੈਗੇ ਨੇ। ਤੁਸੀਂ ਪੜ੍ਹਿਆ ਹੀ ਹੋਏਗਾ ਵੀ ਸਾਡੇ ਸਰੀਰ ਦੇ ਵਿੱਚ ਕਾਫੀ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਣੇ ਸਿਸਟਮ ਨੇ, ਮਤਲਬ ਕਿ 11 ਸਿਸਟਮ ਨੇ ਜਿਹੜਾ ਸਾਡਾ ਆਪਸ 'ਚ ਕੰਮ ਕਰਦੇ ਪਏ ਨੇ। ਅਤੇ ਜੇ ਉਹ 11 ਸਿਸਟਮ ਸਹੀ ਹੈਗੇ ਨਾ, ਅਤੇ ਆਪਾਂ ਠੀਕ ਠਾਕ ਹੈ। ਜੇ ਉਹਨਾਂ ਦੇ ਵਿੱਚ ਇੱਕ ਸਿਸਟਮ ਦੇ ਵਿੱਚ ਵੀ ਕੋਈ ਥੋੜ੍ਹੀ ਬਹੁਤੀ ਵੀ ਪ੍ਰੋਬਲਮ ਹੈਗੀ ਆ, ਅਤੇ ਆਪਾਂ ਆਪਣੇ ਆਪ ਨੂੰ ਬਿਮਾਰ ਮੰਨਾਂਗੇ, ਜਾਂ ਅਸੀਂ ਉਹ ਮਤਲਬ ਕਿ ਸਾਡੇ ਸਰੀਰ ਜਿਹੜਾ ਸਹੀ ਢੰਗ ਨਾਲ ਕੰਮ ਨਹੀਂ ਕਰੇਗਾ। ਸਾਨੂੰ ਲੱਖ ਵਾਰੀ ਕੁਦਰਤ ਦਾ ਜਿਹੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵਾ, ਪਰਮਾਤਮਾ ਦਾ, ਕਿ ਸਾਨੂੰ ਉਹਨੇ ਇੰਨੇ ਵਧੀਆ ਢੰਗ ਦੇ ਨਾਲ ਸਾਡੇ ਸਰੀਰ ਨੂੰ ਜਿਹੜਾ ਹੈਗਾ ਵਾ ਨਵਾਜਿਆ ਹੋਇਆ ਵਾ। ਮਤਲਬ ਕਿ ਹਰ ਇੱਕ ਸਿਸਟਮ ਦਾ ਆਪਣਾ ਆਪਣਾ ਕੰਮ ਆ, ਅਤੇ ਉਹ ਆਪਣੇ ਹਰ ਇੱਕ ਸਿਸਟਮ ਜਿਹੜਾ ਬੜੇ ਬਿਹਤਰੀਨ ਤਰੀਕੇ ਦੇ ਨਾਲ ਆਪਣਾ ਕੰਮ ਜਿਹੜਾ ਵਾ ਕਰਦਾ ਪਿਆ ਵਾ। ਸੋ ਬੱਚਿਓ ਨੈਕਸਟ ਇਹਦੇ ਵਿੱਚ ਹੈਗਾ ਵਾ ਆਪਣੇ ਕੋਲ 11 ਸਿਸਟਮ ਨੇ, ਉਹਨਾਂ ਬਾਰੇ ਮੈਂ ਤੁਹਾਨੂੰ ਥੋੜ੍ਹਾ ਦੱਸਦੀ ਹਾਂ। ਕਾਰਡੀਓਵੈਸਕੂਲਰ ਸਿਸਟਮ। ਕਾਰਡੀਓਵੈਸਕੂਲਰ ਜਿਹੜਾ ਕਾਰਡਿਕ ਮਤਲਬ ਕਿ ਸਾਡਾ ਦਿਲ ਦੇ ਨਾਲ ਸੰਬੰਧਿਤ ਹੈਗਾ ਵਾ। ਰੈਸਪੀਰੇਟਰੀ ਸਿਸਟਮ ਜਿਹੜਾ ਹੈਗਾ ਵਾ ਉਹ ਸਾਡੀ ਸਾਹ ਪ੍ਰਣਾਲੀ ਦੇ ਨਾਲ ਸੰਬੰਧਿਤ ਹੈਗਾ ਵਾ। ਸੋ ਬੱਚਿਓ ਨੈਕਸਟ ਹੈਗਾ ਵਾ ਸਾਡੇ ਕੋਲ ਡਿਜੈਸਟਿਵ ਸਿਸਟਮ। ਡਿਜੈਸਟਿਵ ਜੋ ਅਸੀਂ ਖਾਂਦੇ ਪੀਂਦੇ ਹਾਂ ਉਹਨੂੰ ਕਿਵੇਂ ਸਾਰਾ ਹਜਮ ਕਰਨਾ ਵਾ, ਜੋ ਸਾਨੂੰ ਲੋੜੀਂਦੇ ਤੱਤ ਉਹਦੇ ਵਿੱਚੋਂ ਚਾਹੀਦੇ ਨੇ ਕਿਵੇਂ ਉਹ ਕਰਨੇ ਆ, ਡਿਜੈਸਟ ਕਰਨਾ ਸਾਡੇ ਖਾਣੇ ਨੂੰ, ਉਹ ਵਾਲੇ ਸਿਸਟਮ ਨੂੰ ਆਪਾਂ ਕਹਿੰਦੇ ਹਾਂ ਡਿਜੈਸਟਿਵ ਸਿਸਟਮ। ਨੈਕਸਟ ਬੱਚੇ ਹੈਗਾ ਮਸਕੂਲਰ ਸਿਸਟਮ ਜਿਹੜਾ ਸਾਡਾ ਮਾਸਪੇਸ਼ੀਆਂ ਹੱਡੀਆਂ ਦੇ ਨਾਲ ਹੈਗਾ ਵਾ। ਨਰਵਸ ਸਿਸਟਮ ਜੋ ਸਾਡਾ ਦਿਮਾਗ ਦੇ ਨਾਲ, ਬ੍ਰੇਨ ਦੇ ਨਾਲ ਸੰਬੰਧਿਤ ਹੈਗਾ ਵਾ। ਯੂਰਿਨਰੀ ਸਿਸਟਮ ਜੋ ਸਾਡਾ ਮਤਲਬ ਕਿ ਆਪਾਂ ਹੁਣ ਵੇਖੋ ਜੋ ਆਪਾਂ ਖਾਂਦੇ ਪੀਂਦੇ ਹਾਂ ਅਤੇ ਸਾਡਾ ਜੇ ਸਾਡੀ ਇਨਪੁੱਟ ਹੁੰਦੀ ਪਈ ਹੈ ਤਾਂ ਆਊਟਪੁੱਟ ਵੀ ਹੁੰਦੀ ਪਈ ਆ, ਜੋ ਸਾਡੀ ਵੇਸਟੇਜ ਆ ਉਹ ਬਾਹਰ ਵੀ ਨਿਕਲਦੀ ਪਈ ਆ, ਉਹ ਵਾਲੇ ਸਿਸਟਮ ਹੈਗਾ ਵਾ ਯੂਰਿਨਰੀ ਸਿਸਟਮ। ਨੈਕਸਟ ਬੱਚੇ ਹੈਗਾ ਇੰਟੈਗੂਮੈਂਟਰੀ ਸਿਸਟਮ ਜੋ ਸਾਡੇ ਚਮੜੀ ਦੇ ਨਾਲ ਸੰਬੰਧਿਤ ਹੈਗਾ ਵਾ। ਨੈਕਸਟ ਔਰਗਨਸ ਆਫ ਦਾ ਸੈਂਸਰੀ ਸਿਸਟਮ। ਸੈਂਸਰੀ ਸਿਸਟਮ ਜਿਹੜੇ ਔਰਗਨ ਹੈਗੇ ਆ, ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਛੋਟੇ ਹੁੰਦੇ ਤੋਂ ਪੜ੍ਹਦੇ ਹਾਂ ਵੀ ਸਾਡੇ 5 ਸੈਂਸਸ ਹੈਗੀਆਂ ਵਾ। ਠੀਕ ਆ। ਟੇਸਟ ਵਾਲੀ ਹੋ ਗਈ, ਆਈਸ ਵਾਲੀ ਹੋ ਗਈ, ਟੱਚ ਵਾਲੀ ਹੋ ਗਈ। ਇਹਦੇ ਬਾਰੇ ਜਦੋਂ ਆਪਾਂ ਸਟੱਡੀ ਕਰਾਂਗੇ ਤਾਂ ਆਪਾਂ ਔਰਗਨਸ ਆਫ ਸੈਂਸਰੀ ਸਿਸਟਮ ਬਾਰੇ ਪੜ੍ਹਾਂਗੇ। ਨੈਕਸਟ ਬੱਚਾ ਹੈਗਾ ਰੀਪਰੋਡਕਟਿਵ ਸਿਸਟਮ। ਰੀਪਰੋਡਕਟਿਵ ਵਿੱਚ ਆਪਾਂ ਪੜ੍ਹਦੇ ਹਾਂ ਕਿਵੇਂ ਇੱਕ ਬਾਡੀ ਜਿਹੜੀ ਆ ਦੂਸਰੇ ਬਾਡੀ ਨੂੰ ਜਨਮ ਦਿੰਦੀ ਆ ਜਾਂ ਪ੍ਰੋਡਿਊਸ ਕਰਦੇ ਆ, ਕਿਵੇਂ ਨੈਕਸਟ ਜਿਹੜੇ ਹੁੰਦੇ ਆ
ਮਤਲਬ ਕਿ ਸਿਸਟਮ ਜਿਹੜਾ ਵਾ ਇੱਕ ਬੋਡੀ ਤੋਂ ਦੂਜੀ ਬੋਡੀ ਰੀਪਰੋਡਿਊਸ ਹੁੰਦੀ ਆ। ਨੈਕਸਟ ਬੱਚੇ ਹੈਗਾ ਐਂਡੋਕਰਾਈਨ ਸਿਸਟਮ। ਐਂਡੋਕਰਾਈਨ ਸਿਸਟਮ ਦੇ ਵਿੱਚ ਜੋ ਸਾਡੇ ਹੈਗੀਆਂ ਕ੍ਰਿਸ਼ਨਸ ਹੈਗੀਆਂ ਵਾ, ਰਸਾਬ ਪ੍ਰਣਾਲੀ, ਉਹਦੇ ਬਾਰੇ ਆਪਾਂ ਇਹਦੇ ਵਿੱਚ ਪੜ੍ਹਦੇ ਆ। ਨੈਕਸਟ ਬੱਚੇ ਸਾਡੇ ਕੋਲ ਹੈਗਾ ਇਮਿਊਨ ਸਿਸਟਮ। ਇਮਿਊਨ ਸਿਸਟਮ ਦੇ ਵਿੱਚ ਆਪਾਂ ਪੜ੍ਹਾਂਗੇ ਕਿਵੇਂ ਜੋ ਸਾਡੀ ਮਤਲਬ ਕਿ ਸਰੀਰ ਦੀ ਤਾਕਤ ਹੈਗੀ ਆ ਜਿਹੜੀ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਆ। ਜਦੋਂ ਆਪਾਂ ਉਸ ਬਾਰੇ ਗੱਲ ਕਰਦੇ ਆ ਤਾਂ ਆਪਾਂ ਕਿਹੜੇ ਸਿਸਟਮ ਬਾਰੇ ਕਰਦੇ ਆ? ਇਮਿਊਨ ਸਿਸਟਮ। ਇਹ 11 ਸਿਸਟਮ ਜਿਹੜੇ ਹੈਗੇ ਆ ਸਾਡੇ ਸਰੀਰ ਦੇ ਵਿੱਚ ਅੰਦਰ ਕੰਮ ਕਰਦੇ ਪਏ ਨੇ ਜਾਂ ਪ੍ਰੈਜੈਂਟ ਹੈਗੇ ਨੇ ਜਾਂ ਉਹ ਪ੍ਰੋਪਰ ਵੇ 'ਚ ਚੱਲਦੇ ਨੇ। ਸੋ ਨੈਕਸਟ ਬੱਚਿਓ ਇਹਦੇ ਵਿੱਚ ਮੈਂ ਤੁਹਾਨੂੰ ਬਰੀਫਲੀ ਥੋੜ੍ਹਾ ਐਕਸਪਲੇਨ ਕਰਾਂਗੀ। ਨੈਕਸਟ ਸਭ ਤੋਂ ਪਹਿਲਾਂ ਆਪਾਂ ਜਿਵੇਂ ਪੜ੍ਹਿਆ ਸੀ ਕਾਰਡੀਓਵਾਸਕੂਲਰ ਸਿਸਟਮ। ਕਾਰਡੀਓਵਾਸਕੂਲਰ ਸਿਸਟਮ ਦੇ ਵਿੱਚ ਆਪਾਂ ਬੱਚਿਓ ਹਾਰਟ ਬਾਰੇ ਸਭ ਤੋਂ ਪਹਿਲਾਂ ਮੇਨ ਪੜ੍ਹਾਂਗੇ। ਹਾਰਟ ਸਾਡਾ ਦਿਲ ਕੀ ਆ? ਮਨੁੱਖੀ ਦਿਲ ਜਿਹੜਾ ਉਹ 4 ਖਾਨਿਆਂ ਦਾ ਬਣਿਆ ਹੁੰਦਾ ਵਾ। ਇੱਕ ਪੋਲੇ ਜਿਹੇ ਅੰਗ ਦਾ ਕੰਮ ਕੀ ਹੁੰਦਾ? ਖੂਨ ਦੇ ਨਾਲ ਨਾਲ ਜੋ ਸਾਨੂੰ ਜ਼ਰੂਰੀ ਗੈਸਾਂ, ਖੁਰਾਕੀ ਤੱਤ ਜਾਂ ਹੋਰ ਜੋ ਸਾਡੇ ਲੋੜੀਂਦੇ ਤੱਤ ਹੁੰਦੇ ਆ ਸਰੀਰ ਨੂੰ ਪਹੁੰਚਾਉਣੇ ਹੁੰਦੇ ਆ, ਇਹਨੇ ਦਿਲ ਨੇ। ਇਹ ਦਿਲ ਜਿਹੜਾ ਵਾ ਛਾਤੀ ਦੇ ਫੇਫੜਿਆਂ ਦੇ ਵਿਚਕਾਰ ਸੀਨੇ ਦੀ ਹੱਡੀ ਦੇ ਪਿੱਛੇ ਹੁੰਦਾ ਵਾ। ਅਤੇ ਇਹਦਾ ਇੱਕ ਜਿਹੜਾ ਹੈਗਾ 2/3 ਜਿਹੜਾ ਹਿੱਸਾ ਖੱਬੇ ਪਾਸੇ ਨੂੰ ਟੇਢਾ ਜਿਹਾ ਹੁੰਦਾ। ਤੁਸੀਂ ਹਾਰਟ ਦੀ ਪਿਕਚਰ ਆ ਵੇਖੋ ਅੱਗੇ ਹੈਗੀ ਆ, ਵੇਖੋ ਇਹਦਾ ਇੱਕ ਮਤਲਬ ਕਿ ਇੱਕ ਥੋੜ੍ਹੀ ਜਿਹੀ ਜਿੱਦਾਂ ਮੁੱਠੀ ਬੰਦ ਹੁੰਦੀ ਆ ਨਾ, ਇਵੇਂ ਇਹਦੀ ਮਤਲਬ ਕਿ ਸ਼ੇਪ ਹੈਗੀ ਆ ਹਾਰਟ ਦੀ। ਠੀਕ ਆ। ਇਹਦਾ ਵਜ਼ਨ ਜਿਹੜਾ ਹੈਗਾ ਵਾ 250 ਤੋਂ 350 ਗ੍ਰਾਮ ਹੁੰਦਾ ਵਾ। ਅਤੇ ਇਹਦਾ ਆਕਾਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਬੰਦ ਮੁੱਠੀ ਵਾਂਗੂ ਹੁੰਦਾ। ਇਹਦੇ 4 ਖਾਨੇ ਹੁੰਦੇ ਆ। 2 ਹੁੰਦੇ ਆ ਆਰਟਰੀਕਲ, ਠੀਕ ਆ, ਅਤੇ 2 ਹੁੰਦੇ ਆ ਵੈਂਟਰੀਕਲ। ਜਿਵੇਂ ਆ ਵੇਖੋ ਰਾਈਟ ਆਰਟਰੀਅਮ, ਲੈਫਟ ਆਰਟਰੀਅਮ, ਰਾਈਟ ਵੈਂਟਰੀਕਲ ਅਤੇ ਲੈਫਟ ਵੈਂਟਰੀਕਲ। ਇਹਦੇ ਮੇਨ ਜਿਹੜੇ ਆ 4 ਖਾਨੇ ਹੁੰਦੇ ਆ। ਅਤੇ ਸਰੀਰ ਦਾ ਕੰਮ ਜਿਹੜਾ ਫੰਕਸ਼ਨ ਆ ਤੁਹਾਨੂੰ ਮੈਂ ਦੱਸਿਆ ਵਾ, ਜਿਵੇਂ ਵੀ ਇਹਦਾ ਕੀ ਕੰਮ ਆ? ਜਿਹੜਾ ਸਰਕੂਲੇਟਰੀ ਸਿਸਟਮ, ਗੰਦਾ ਖੂਨ ਆਪਣੇ ਵਿੱਚ ਲੈਣਾ ਅਤੇ ਉਹਨੂੰ ਸਾਫ਼ ਕਰਕੇ ਪਿਊਰੀਫਾਈ ਕਰਕੇ ਸਾਡੀ ਬੋਡੀ ਨੂੰ ਪੂਰੀ ਨੂੰ ਜਿਹੜਾ ਹੈਗਾ ਵਾ ਸਾਫ਼ ਖੂਨ ਜਿਹੜਾ ਵਾ ਭੇਜਣਾ ਹੈਗਾ ਵਾ। ਸੋ ਬੱਚਿਓ ਨੈਕਸਟ ਸਾਡੇ ਕੋਲ ਹੈਗਾ ਵਾ ਰੈਸਪੀਰੇਟਰੀ ਸਿਸਟਮ। ਰੈਸਪੀਰੇਟਰੀ ਸਿਸਟਮ ਕਿਹੜਾ ਹੈਗਾ? ਜੋ ਸਾਡੇ ਸਾਹ ਪ੍ਰਣਾਲੀ ਦੇ ਨਾਲ ਜਿਹੜਾ ਰਿਲੇਟਡ ਹੈਗਾ ਵਾ। ਸਾਹ ਪ੍ਰਣਾਲੀ ਵਿੱਚ ਸਾਹ ਦੀ ਲੈਣ ਦੀ ਜੋ ਵਰਤੇ ਜਾਂਦੇ ਅੰਗ ਆ ਜਾਂ ਢਾਂਚਿਆਂ ਦਾ ਕੰਮ ਦਾ ਸਮੇਲ ਨੂੰ ਆਪਾਂ ਸਾਹ ਪ੍ਰਣਾਲੀ ਕਹਿੰਦੇ ਆ। ਅਤੇ ਸਾਹ ਪ੍ਰਣਾਲੀ ਵਿੱਚ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਜਿਹੜੀ ਆਕਸੀਜਨ ਆ ਉਹ ਚਾਹੀਦੀ ਆ ਅਤੇ ਕਾਰਬਨ ਡਾਈਆਕਸਾਈਡ ਜਿਹੜੀ ਆਪਾਂ ਬਾਹਰ ਕੱਢਣੀ ਹੁੰਦੀ ਆ। ਅਤੇ ਸਾਹ ਲੈਣ ਦੇ ਕੰਮ ਕਰਨ ਵਿੱਚ ਇਹ ਨਹੀਂ ਵੀ ਇੱਕ ਰੈਸਪੀਰੇਟਰੀ ਸਿਸਟਮ ਵਿੱਚ ਮਤਲਬ ਕਿ ਹੋਰ ਵੀ ਬਹੁਤ ਸਾਰੇ ਜਿਹੜੇ ਔਰਗਨਸ ਹੈਗੇ ਆ ਉਹਨਾਂ ਦੇ ਨਾਲ ਹੈਲਪ ਕਰਦੇ ਹੈਗੇ ਆ। ਹੁਣ ਤੁਹਾਨੂੰ ਮੈਂ ਪਿਕਚਰ ਦਿਖਾਉਂਦੀ ਹਾਂ। ਇੱਕ ਵੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਉੱਪਰ ਨੱਕ ਤੋਂ ਸ਼ੁਰੂ ਹੋ ਜਾਓ। ਨੇਜ਼ਲ ਕੈਵਿਟੀ ਆ ਗਈ, ਫੈਰਿੰਗਸ ਆ ਗਏ, ਲੈਰਿੰਗਸ ਆ ਗਏ, ਟਰੈਕੀਆ, ਲੰਗਸ, ਬ੍ਰੌਂਕੀਆਈ, ਡਾਇਫ੍ਰਾਗਮ, ਐਲਵੋਲਾਈ, ਬ੍ਰੌਂਕੀਅਲਸ, ਇਹ ਸਾਰੇ ਮਿਲ ਕੇ ਕੰਮ ਕਰਦੇ ਨੇ ਅਤੇ ਤਾਂ ਹੀ ਸਾਨੂੰ ਸਾਹ ਜਿਹੜਾ ਵਾ ਆਉਂਦਾ ਪਿਆ ਜਾਂ ਤਾਂ ਹੀ ਸਾਡਾ ਜਿਹੜਾ ਰੈਸਪੀਰੇਟਰੀ ਸਿਸਟਮ ਆ ਚੱਲਦਾ ਪਿਆ ਵਾ। ਇਹ ਤਾਂ ਤੁਹਾਨੂੰ ਪਤਾ ਹੀ ਨਾ, ਜਿਹੜੀ ਅਸੀਂ ਹਵਾ ਅੰਦਰ ਆਕਸੀਜਨ ਖੜਦੇ ਹਾਂ ਅਤੇ ਉਹਨੂੰ ਆਪਾਂ ਇਨਹੇਲ ਕਹਿੰਦੇ ਹਾਂ, ਅਤੇ ਜਿਹੜੀ ਆਪਾਂ ਬਾਹਰ ਕੱਢਦੇ ਹਾਂ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਉਹਨੂੰ ਆਪਾਂ ਐਗਜ਼ੇਲ ਕਹਿੰਦੇ ਹਾਂ। ਸੋ ਬੱਚਿਓ ਇਹੀ ਸਾਡਾ ਰੈਸਪੀਰੇਟਰੀ ਸਿਸਟਮ। ਨੈਕਸਟ ਸਾਡੇ ਕੋਲ ਆ ਜਾਂਦਾ ਡਾਇਜੈਸਟਿਵ ਸਿਸਟਮ, ਪਾਚਨ ਪ੍ਰਣਾਲੀ ਵਾਲਾ। ਜੋ ਪਾਚਨ ਪ੍ਰਣਾਲੀ ਵਿੱਚ ਬੱਚਿਓ ਢਿੱਡ ਆ ਜਾਂਦਾ ਸਾਡਾ, ਅੰਤੜੀਆਂ ਨਾਲ ਸੰਬੰਧਿਤ ਹੁੰਦੀ ਆ। ਅਤੇ ਪਾਚਨ ਪ੍ਰਕਿਰਿਆ ਨੂੰ ਉੱਪਰਲੀ ਅਤੇ ਹੇਠਲੀ 2 ਹਿੱਸਿਆਂ ਵਿੱਚ ਵੰਡਿਆ ਜਾਂਦਾ ਵਾ। ਅਤੇ ਪਾਚਨ ਪ੍ਰਣਾਲੀ ਵਿੱਚ ਮੂੰਹ ਤੋਂ ਲੈ ਕੇ ਜੋ ਸਾਡਾ ਮਤਲਬ ਕਿ ਆਊਟਪੁੱਟ ਤੱਕ ਅੰਗ ਜਿਹੜੇ ਆ ਜਾਂਦੇ ਆ। ਅਤੇ ਇਹਦੀ ਪੂਰੀ ਜਿਹੜੀ ਪਾਚਨ ਪ੍ਰਣਾਲੀ ਦੀ ਪੂਰੀ ਲੰਬਾਈ ਜਿਹੜੀ ਹੈਗੀ ਆ 9 ਮੀਟਰ ਲੰਬੀ ਹੁੰਦੀ ਆ। ਵੇਖੋ 2 ਹਿੱਸਿਆਂ 'ਚ ਮੈਂ ਤੁਹਾਨੂੰ ਕਿਹਾ ਸੀ ਨਾ, ਉੱਪਰ ਤੋਂ ਲੈ ਕੇ ਔਰਲ ਕੈਵਿਟੀ ਮੂੰਹ ਰਾਹੀਂ ਆਪਾਂ ਖਾਣਾ ਖਾਂਦੇ ਹਾਂ ਅਤੇ ਨੀਚੇ ਤੱਕ ਐਨਸ ਤੱਕ ਇੱਕ ਲੰਬੀ ਜਿਹੜੀ ਫੂਡ ਪਾਈਪ ਹੈਗੀ ਆ। ਠੀਕ ਆ। 9 ਮੀਟਰ ਇਹਦੀ ਲੰਬਾਈ ਹੈਗੀ ਆ। ਠੀਕ ਆ। ਉੱਪਰਲਾ ਅਤੇ ਹੇਠਲਾ ਭਾਗ ਹੁੰਦਾ ਵਾ। ਉੱਪਰਲੇ ਭਾਗ ਦੇ ਵਿੱਚ ਬੱਚਿਓ ਜਿਹੜੇ ਆ ਜਾਂਦੇ ਆ ਓਸੋਫੀਗਸ ਆ ਜਾਂਦੀ ਆ, ਸਟਮਕ ਆ ਜਾਂਦਾ ਵਾ। ਠੀਕ ਆ। ਡਿਊਡੀਅਮ ਆ ਜਾਂਦਾ ਵਾ, ਜਜਨਮ ਆ ਜਾਂਦਾ ਵਾ, ਛੋਟੀ ਅੰਤੜੀ, ਵੱਡੀ ਅੰਤੜੀ ਜਿਹੜੀ ਆਪਾਂ ਆਮ ਪੰਜਾਬੀ 'ਚ ਬੋਲ ਲੈਂਦੇ ਹਾਂ। ਟਰਾਂਸਵਰਸ ਕੋਲਨਸ ਆ ਜਾਂਦੇ ਆ, ਰੈਕਟਮ ਆ ਜਾਂਦਾ, ਐਨਸ ਆ ਜਾਂਦਾ। ਇਹ ਸਾਰੇ ਸਾਡੇ ਬੱਚਿਓ ਆ ਜਾਂਦੇ ਆ ਪਾਚਨ ਪ੍ਰਣਾਲੀ 'ਚ। ਇੰਨੇ ਸਾਰੇ ਔਰਗਨਸ ਮਿਲ ਕੇ ਅਤੇ ਇੱਕ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਆ ਉਹਨੂੰ ਚਲਾਉਂਦੇ ਨੇ, ਮਤਲਬ ਕਿ ਉਹਦਾ ਸਾਰਾ ਮਿਲ ਕੇ ਆਪਸ 'ਚ ਕੰਮ ਕਰਦੇ ਨੇ। ਸੋ ਬੱਚਿਓ ਨੈਕਸਟ ਸਾਡੇ ਕੋਲ ਆ ਜਾਂਦਾ ਮਸਲ ਸਕੈਲਟਨ ਸਿਸਟਮ, ਹੱਡੀਆਂ ਬਾਰੇ, ਮਾਸਪੇਸ਼ੀਆਂ ਬਾਰੇ। ਕਹਿੰਦੇ ਮਨੁੱਖੀ ਮਾਸਪੇਸ਼ੀਆਂ ਜਿਹੜੇ ਪਿੰਜਰ ਪ੍ਰਣਾਲੀ ਦੀ ਇੱਕ ਅਜਿਹੀ ਅੰਗ ਪ੍ਰਣਾਲੀ ਹੈ ਜੋ ਮਾਸਪੇਸ਼ੀਆਂ ਅਤੇ ਪਿੰਜਰ ਪ੍ਰਣਾਲੀ ਦੀ ਵਰਤੋਂ ਨਾਲ ਮਨੁੱਖ ਨੂੰ ਤੋਰਨ ਦੇ ਕਾਬਲ ਬਣਾਉਂਦੀ ਹੈਗੀ ਆ। ਠੀਕ ਆ। ਮਾਸਪੇਸ਼ੀਆਂ ਪਿੰਜਰ ਪ੍ਰਣਾਲੀ ਸਰੀਰ ਨੂੰ ਜਿਹੜਾ ਵਾ ਢਾਂਚਾ, ਸਰੂਪ, ਚੱਲਣ ਦੇ ਯੋਗ ਬਣਾਉਂਦੇ ਹੈਗੇ ਆ। ਠੀਕ ਆ। ਸਰੀਰ 'ਚ ਹੱਡੀਆਂ ਵਾ, ਮਾਸਪੇਸ਼ੀਆਂ ਵਾ, ਹੱਡੀਆਂ ਨੂੰ ਆਪਸ 'ਚ ਜੋੜਨ ਵਾਲੇ ਰਿਸ਼ਤੇਦਾਰ ਟਿਸ਼ੂ ਨੇ।
ਠੀਕ ਆ, ਜਿਹੜੇ ਆਪਸ ਵਿੱਚ ਜੋੜਦੇ ਤੇ ਇੱਕ ਦੂਜੇ ਨੂੰ ਬਲ ਦਿੰਦੇ ਹੈਗੇ ਆ। ਤੇ ਜੇ ਬੱਚੇ ਮੈਂ ਤੁਹਾਨੂੰ ਦੱਸਾਂ ਕਿ ਮਾਸਪੇਸ਼ੀ ਪੰਜੇ ਪ੍ਰਣਾਲੀ ਦੇ ਕੰਮ ਕੀ ਆ, ਸਾਡੇ ਸਰੀਰ ਦੇ ਅੰਦਰੂਨੀ ਅੰਗਾਂ ਤੇ ਢਾਂਚਿਆਂ ਨੂੰ ਬਚਾਉਣਾ ਤੇ ਸਹਾਰਾ ਦੇਣਾ ਵਾ, ਚੱਲਣਯੋਗ ਬਣਾਉਂਦੇ ਆ, ਸਰੀਰ ਨੂੰ ਸਹੀ ਆਕਾਰ ਪ੍ਰਦਾਨ ਕਰਦੇ ਆ। ਵੇਖੋ ਜੇ ਸਾਡਾ ਜਿਹੜਾ ਹਿਊਮਨ ਸਿਸਟਮ ਹੈਗਾ ਵਾ, ਹਿਊਮਨ ਬੋਡੀ ਆ, ਤੇ ਜੇ ਕਿਸੇ ਦੀ ਹੱਡੀ ਜਿਹੜੀ ਆ ਪੈਰ ਦੀ ਹੱਡੀ ਵਿੰਗੀ ਹੋਵੇ ਜਾਂ ਥੋੜ੍ਹੀ ਉਹਦੀ ਹੱਥ ਬਾਂਹ ਦੀ ਹੱਡੀ ਵਿੰਗੀ ਹੋਏ ਤਾਂ ਉਹਦੇ ਸਰੀਰ ਦੀ ਬਣਤਰ ਜਿਹੜੀ ਸਹੀ ਨਹੀਂ ਸਾਨੂੰ ਦਿਖਦੀ, ਇੰਟਰਨਲ ਉਹ ਜਿਹੜੀ ਅੰਦਰੋਂ ਉਹਦੀ ਜਿਹੜੀ ਹੱਡੀ ਆਪਾਂ ਕਹਿ ਲੈਂਦੇ ਥੋੜ੍ਹੀ ਜਿਹੀ ਨੱਕ ਦੀ, ਮਤਲਬ ਕਿ ਕਈਆਂ ਦੇ ਮੇਨ ਆਪਣੇ ਪਿੰਡਾਂ 'ਚ ਜਾਂ ਆਪਣੇ ਘਰਾਂ 'ਚ ਵੇਖੋ ਤਾਂ ਨੱਕ ਦੀ ਹੱਡੀ ਕਹਿੰਦੇ ਵਧੀ ਆ, ਮਤਲਬ ਮਾੜੀ ਜਿਹੀ ਬਾਹਰ ਨੂੰ ਨਿਕਲੀ ਹੁੰਦੀ ਆ, ਤੇ ਉਹਦਾ ਨੱਕ ਵੇਖਣ ਨੂੰ ਅਜੀਬ ਹੀ ਲੱਗਦਾ ਵਾ। ਮਤਲਬ ਕਿ ਸਾਨੂੰ ਜਿਹੜਾ ਸਾਡਾ ਮਸਕੂਲਰ ਸਿਸਟਮ ਹੈਗਾ ਵਾ, ਸਾਡਾ ਹੱਡੀਆਂ ਵਾ, ਉਹਨੇ ਸਾਨੂੰ ਇੱਕ ਪ੍ਰੋਪਰ ਜਿਹੜਾ ਵਾ ਸਰੀਰ ਦਿੱਤਾ ਹੋਇਆ ਵਾ, ਇੱਕ ਪ੍ਰੋਪਰ ਸਹੀ ਆਕਾਰ ਦਿੱਤਾ ਹੋਇਆ ਵਾ, ਠੀਕ ਹੈ। ਖੂਨ ਦੇ ਸੈੱਲਾਂ ਦਾ ਨਿਰਮਾਣ ਵੀ ਹੁੰਦਾ ਵਾ ਸਾਡੇ ਮਸਕੂਲਰ ਸਿਸਟਮ ਵਿੱਚ, ਕੈਲਸ਼ੀਅਮ ਤੇ ਫਾਸਫੋਰਸ ਨੂੰ ਵੀ ਸੰਭਾਲ ਕੇ ਰੱਖਦਾ ਵਾ। ਸੋ ਬੱਚੇ ਆ ਵੇਖੋ ਅੱਗੇ ਜਿਹੜੀ ਹੈਗੀ ਆ ਸਾਡੇ ਹੱਡੀਆਂ ਦੇ ਵਿੱਚ, ਵੇਖੋ ਤੁਹਾਨੂੰ ਪਤਾ ਹੀ ਹੈ ਕਿੰਨੀਆਂ ਹੱਡੀਆਂ ਹੁੰਦੀਆਂ ਸਾਡੇ ਸਰੀਰ ਦੇ ਵਿੱਚ, 206 ਹੱਡੀਆਂ ਹੁੰਦੀਆਂ ਵਾ, ਠੀਕ ਆ ਸਾਰੀਆਂ। ਤੇ ਹੱਡੀਆਂ ਇੱਕ ਕਾਹਦੀਆਂ ਬਣੀਆਂ ਹੁੰਦੀਆਂ, ਇੱਕ ਸੁੱਕਾ ਤੇ ਠੋਸ ਤੰਤੂ ਹੁੰਦਾ ਵਾ, ਮਤਲਬ ਕਿ ਵਾਈਟ ਕਲਰ ਦੇ, ਤੁਸੀਂ ਵੇਖਿਆ ਹੋਏਗਾ ਆਮ ਟੀਵੀਜ਼ ਵਗੈਰਾ 'ਚ ਵੇਖੋਗੇ ਤੇ ਜੇ ਵੇਖਦੇ ਹੋਵੋਗੇ ਤੇ ਠੀਕ ਆ, ਠੀਕ ਆ। ਤੇ ਇਹ ਜਿਹੜੀ ਹੈਗੀ ਆ ਕੈਲਸ਼ੀਅਮ ਤੇ ਫਾਸਫੋਰਸ ਖਣਿਜ ਤੇ ਜੀਵਾਣੂ ਮਾਦੇ ਤੇ ਪਾਣੀ ਦੇ ਨਾਲ ਬਣੀ ਹੁੰਦੀ ਆ, ਠੀਕ ਆ। ਇੱਕ ਲੰਮੀ ਹੱਡੀ ਜਿਹੜੀ ਹੁੰਦੀ ਆ ਉਹਦੇ ਵਿੱਚ ਬੋਨ ਮੈਰੋ ਹੁੰਦਾ ਵਾ, ਜਿਹਦੇ ਵਿੱਚ ਖੂਨ, ਨਾੜਾਂ, ਚਰਬੀ ਵਾਲੇ ਸੈੱਲ, ਤੰਤੂ ਜਿਹੜੇ ਖੂਨ ਬਣਾਉਂਦੇ ਹਨ ਉਹ ਪਾਏ ਜਾਂਦੇ ਹਨ। ਸੋ ਬੱਚਿਓ ਹੱਡੀਆਂ ਜਿਹੜੀਆਂ ਸਾਡੀਆਂ ਉਹ ਮੇਨ 4 ਪ੍ਰਕਾਰ ਦੀਆਂ ਹੁੰਦੀਆਂ ਵਾ, ਫਲੈਟ, ਇਨਰੈਗੂਲਰ, ਸ਼ਾਰਟ ਤੇ ਲੌਂਗ। ਫਲੈਟ ਹੁੰਦੀਆਂ ਜਿਹੜੀਆਂ ਰਿਬਸ ਦੇ ਵਿੱਚ ਹੁੰਦੀਆਂ ਵਾ, ਇਨਰੈਗੂਲਰ ਜਿਹੜੇ ਸਾਡੇ ਵਰਟੀਬਲ ਕਾਲਮਸ ਦੇ ਵਿੱਚ ਹੁੰਦੀਆਂ ਵਾ, ਤੇ ਛੋਟੀਆਂ ਹੱਡੀਆਂ ਜਿਹੜੀਆਂ ਸਾਡੇ ਹੈਂਡਸ ਤੇ ਫੁੱਟ ਵਿੱਚ ਹੁੰਦੀਆਂ, ਲੌਂਗ ਜਿਹੜੀਆਂ ਸਾਡੇ ਫੀਮਰ ਦੇ ਵਿੱਚ ਹੁੰਦੀਆਂ ਵਾ। ਸੋ ਆ ਬੱਚਿਓ ਵੇਖੋ ਪਿਕਚਰ ਵਿੱਚ ਜਿਹੜੀ ਸਭ ਤੋਂ ਜਿਹੜੀ ਲੰਮੀ ਹੱਡੀ ਹੈਗੀ ਆ, ਸਭ ਤੋਂ ਵੱਡੀ ਹੱਡੀ ਆ ਸਾਡੀ, ਉਹ ਕਿਹੜੀ ਹੈਗੀ ਆ, ਪੱਟ ਦੀ ਹੱਡੀ। ਤੇ ਜਿਹੜੀਆਂ ਸਭ ਤੋਂ ਛੋਟੀਆਂ ਹੁੰਦੀਆਂ ਵਾ ਉਹ ਹੱਡੀਆਂ ਸਾਡੇ ਹੱਥਾਂ ਤੇ ਪੈਰਾਂ ਵਿੱਚ ਹੁੰਦੀਆਂ। ਤੁਸੀਂ ਸਕਲਟਨ ਸਿਸਟਮ ਵੇਖੋ, ਇਹਦੇ ਵਿੱਚ ਵੇਖੋ ਸਾਰੀਆਂ ਜਿਹੜੀਆਂ ਬੋਨਸ ਹੈਗੀਆਂ ਵੱਖਰੀ ਵੱਖਰੀ ਸ਼ੇਪ ਦੀਆਂ ਹੈਗੀਆਂ ਵਾ, ਕੋਈ ਸੇਮ ਨਹੀਂ ਹੈਗੀ ਵੀ, ਬਹੁਤੀਆਂ ਸਾਰੀਆਂ ਵੱਖਰੀਆਂ ਵੱਖਰੀਆਂ ਆਪਣੀ ਆਪਣੀ ਸ਼ੇਪ 'ਚ ਹੈਗੀਆਂ ਨੇ। ਸੋ ਬੱਚੇ ਨੈਕਸਟ ਸਾਡੇ ਕੋਲ ਆ ਜਾਂਦਾ ਜੁਆਇੰਟਸ। ਜੁਆਇੰਟਸ ਕੀ ਹੁੰਦੇ ਆ, ਉਹ ਜਗ੍ਹਾ ਹੁੰਦੀ ਆ ਜੋ ਸਾਡੇ 2 ਜਾਂ ਇਸ ਤੋਂ ਵੱਧ ਹੱਡੀਆਂ ਜਿਹੜੇ ਇੱਕ ਦੂਜੇ ਦੇ ਮਤਲਬ ਕਿ ਸੰਪਰਕ 'ਚ ਆਉਂਦੀਆਂ ਵਾ, ਠੀਕ ਆ। ਤੇ ਜੋੜ ਹੀ ਵੇਖੋ ਬੱਚੇ, ਜੋੜ ਜੇ ਹੈਗੇ ਆ ਸਾਡੇ ਸਰੀਰ ਤੇ ਅਸੀਂ ਬੈਠ ਜਾਂਦੇ ਹਾਂ ਆਰਾਮ ਨਾਲ, ਆਪਣੀ ਬਾਂਹ ਨੂੰ ਮੋੜ ਲੈਂਦੇ ਹਾਂ, ਆਪਣੇ ਪੈਰ ਨੂੰ, ਲੱਤ ਨੂੰ ਫੋਲਡ ਕਰ ਲੈਂਦੇ ਹਾਂ। ਤੇ ਜੇ ਜੋੜ ਹੀ ਨਹੀਂ ਹੋਣਗੇ ਸਾਡੇ ਸਰੀਰ 'ਚ, ਤੇ ਫਿਰ ਤੇ ਅਸੀਂ ਕੀ ਵੀ ਇੱਕ ਸੁੱਕੀ ਲੱਕੜ ਵਾਂਗੂ ਸਿੱਧੇ ਲਮਕੇ ਹੀ ਹੋ ਆਵਾਂਗੇ। ਜੋੜ ਜਿਹੜੇ ਆ ਬਹੁਤ ਇੰਪੋਰਟੈਂਟ ਆ ਸਾਡੇ ਸਿਸਟਮ ਦੇ ਵਿੱਚ। ਜੋੜ ਜਿਹੜੇ ਹੱਡੀਆਂ ਦੇ ਜੁੜੇ ਅੰਗਾਂ ਨੂੰ ਚੱਲਣ ਤੇ ਚਲਾਉਣ 'ਚ ਮਦਦ ਕਰਦੇ ਆ। ਜਿਹੜੀਆਂ ਹੱਡੀਆਂ ਜੁੜਦੀਆਂ ਵਾ ਤੇ ਉਹਨਾਂ ਨੂੰ ਹੱਡੀਆਂ ਜੋੜਨ ਵਿੱਚ ਇੱਕ ਲਿਗਾਮੈਂਟਸ ਹੁੰਦੇ ਆ। ਤੇ ਜਿਹੜੇ 3 ਪ੍ਰਕਾਰ ਦੇ ਮੇਨ ਜੋੜ ਹੁੰਦੇ ਆ, ਇੱਕ ਤੇ ਹੁੰਦੇ ਜਿਹੜੇ ਬਿਲਕੁਲ ਹਿਲ ਜੁਲ ਨਹੀਂ ਹੋਣ ਵਾਲੇ, ਜਿਵੇਂ ਸਾਡੀ ਖੋਪੜੀ ਹੁੰਦੀ ਆ, ਤੇ ਦੂਸਰੀ ਜਿਹੜੀ ਹੈਗੀ ਆ ਥੋੜ੍ਹੇ ਹਿੱਲਣ ਜੁਲਣ ਵਾਲੇ ਹੁੰਦੇ ਆ, ਰੀੜ੍ਹ ਦੀ ਹੱਡੀ ਵਾਲੇ। ਤੇ ਇੱਕ ਜਿਹੜੇ ਹੁੰਦੇ ਆ ਪੂਰੇ ਰੂਪ, ਮਤਲਬ ਕਿ ਪੂਰੀ ਤਰ੍ਹਾਂ ਆਪਾਂ ਜਿਹਨਾਂ ਨੂੰ ਹਿਲਾ ਸਕਦੇ ਹਾਂ, ਜਿਵੇਂ ਤੁਸੀਂ ਸਾਇੰਸ ਦੇ ਵਿੱਚ ਵੀ ਪੜ੍ਹਿਆ ਹੋਏਗਾ ਤੇ ਵਿੱਚ ਆਮ ਹੀ ਸੁਣਿਆ ਹੋਏਗਾ ਬੋਲ ਐਂਡ ਸੌਕਟ ਵਾਲਾ ਜੁਆਇੰਟ, ਜਿਹੜੇ ਜਿਵੇਂ ਚੂਲੇ ਦਾ ਹੋ ਗਿਆ ਤੇ ਮੋਢੇ ਦਾ। ਫਿਰ ਜਿਵੇਂ ਸਾਡਾ ਕੂਹਣੀ ਦਾ ਜੋੜ ਜਿਹੜਾ ਕਬਜੇ ਵਾਲਾ, ਫਿਰ ਸਰਕਣ ਵਾਲਾ ਜਿਹੜੇ ਗੁੱਟ ਦੀਆਂ ਹੱਡੀਆਂ ਵਾ, ਠੀਕ ਆ। ਅਸੀਂ ਆਪਣੇ ਹੱਥ ਜਿਹੜੇ ਗੁੱਟ ਆ ਉਹਨੂੰ ਮੂਵ ਕਰ ਲੈਂਦੇ ਹਾਂ, ਠੀਕ ਆ। ਇਹ ਸਾਰੇ ਹੈਗੇ ਆ ਬੱਚੇ ਜੁਆਇੰਟਸ। ਨੈਕਸਟ ਬੱਚੇ ਉਹ ਸਾਡੇ ਕੋਲ ਹੈਗਾ ਮਸਕੂਲਰ ਸਿਸਟਮ। ਮਸਕੂਲਰ ਸਿਸਟਮ ਜਿਹੜਾ ਹੈਗਾ ਵਾ ਉਹ ਮਾਸਪੇਸ਼ੀ ਪ੍ਰਣਾਲੀ ਜਿਹੜੀ ਹੈ ਸਾਡੀ ਪਿੰਜਰ ਪ੍ਰਣਾਲੀ ਦੇ ਨਾਲ ਚੱਲਣ ਫਿਰਨ ਵਿੱਚ ਮਦਦ ਕਰਦੀ ਆ, ਸਹਾਇਤਾ ਕਰਦੀ ਆ। ਸਾਡੇ ਜਿਹੜੇ ਸਰੀਰ ਦੇ ਵਿੱਚ ਅੰਦਰ 500 ਤੋਂ ਵੱਧ ਪੱਠੇ ਤੇ ਮਾਸਪੇਸ਼ੀਆਂ ਇਕੱਠੇ ਕੰਮ ਕਰਦੇ ਨੇ। ਤੇ ਮਾਸਪੇਸ਼ੀ ਪ੍ਰਣਾਲੀ ਦੇ ਮੁੱਖ ਕੰਮਾਂ ਵਿੱਚ ਸਾਡੇ ਸਰੀਰ ਨੂੰ ਕੀ ਕੰਮ ਕਰਨਾ ਹੁੰਦਾ, ਚਾਲ ਪ੍ਰਦਾਨ ਕਰਨਾ ਹੁੰਦਾ ਵਾ, ਠੀਕ ਹੈ। ਜੋ ਸਾਡੀ ਗੁਰਤਾ ਗ੍ਰੈਵਿਟੀ ਹੈਗੀ ਆ ਮੁਕਾਬਲੇ ਨੂੰ ਸਰੀਰ ਨੂੰ ਸਿੱਧਾ ਖੜੇ ਰੱਖਣਾ ਵਾ, ਸਰੀਰ ਦੇ ਅੰਦਰਲੇ ਢਾਂਚੇ ਨੂੰ ਚਲਾਉਣ ਵਿੱਚ ਮਦਦ ਕਰਨਾ ਹੁੰਦਾ ਵਾ। ਤੇ ਸਾਡੇ ਮੇਨ ਜਿਹੜੇ 3 ਪੱਠੇ ਹੁੰਦੇ ਆ ਸਾਡੇ ਸਰੀਰ ਦੇ ਵਿੱਚ, ਜਿਵੇਂ ਪਿੰਜਰ, ਮਲਾਇਮ ਤੇ ਦਿਲ ਦੇ ਪੱਠੇ। ਜਿਹੜੇ ਪਿੰਜਰ ਹੁੰਦੇ ਆ ਉਹ ਇਸ਼ਕ ਜਿਹੜੇ ਪੱਠੇ ਹੁੰਦੇ ਆ ਸਾਡੀਆਂ ਹੱਡੀਆਂ ਨਾਲ ਜੁੜੇ ਹੁੰਦੇ ਆ। ਤੇ ਮਲਾਇਮ ਜਿਹੜੇ ਇਨਵਲੰਟਰੀ ਜਾਂ ਅਨਇਸ਼ਕ ਪੱਠੇ ਹੁੰਦੇ ਆ, ਜਿਹੜੇ ਸਾਡੇ ਮਤਲਬ ਕਿ ਪੱਠੇ ਜਿਹੜੇ ਸਾਡੇ ਸਰੀਰ, ਜਿਗਰ ਤੇ ਖੂਨ ਵਾਲੀਆਂ ਨਾੜਾਂ ਨੂੰ ਕਰਦੇ ਆ, ਕੰਟਰੋਲ ਕਰਦੇ ਹੈਗੇ ਆ, ਠੀਕ ਆ। ਤੇ ਨੈਕਸਟ ਬੱਚੇ ਸਾਡੇ ਕੋਲ ਆ ਜਾਂਦਾ ਕਾਰਡਿਕ ਮਸਲ, ਜਿਹੜੇ ਸਾਡੇ ਦਿਲ ਦੇ ਪੱਠੇ ਹੁੰਦੇ ਆ। ਸੋ ਇਹ ਸੀ ਸਾਡਾ ਮਸਕੂਲਰ ਸਿਸਟਮ। ਨੈਕਸਟ ਬੱਚੇ ਸਾਡੇ ਕੋਲ ਹੈਗਾ ਵਾ ਨਰਵਸ ਸਿਸਟਮ। ਨਰਵਸ ਸਿਸਟਮ ਕੀ ਆ, ਨਾੜੀ ਤੰਤਰ ਹੀ ਸਰੀਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਚਲਾਉਣ ਤੇ ਉਹਨਾਂ ਵਿੱਚ ਤਾਲਮੇਲ ਦਾ ਕੰਮ ਕਰਦਾ ਵਾ,
ਠੀਕ ਹੈ। ਇਹ ਨਾ ਸਿਰਫ ਸਾਡੇ ਸਰੀਰ ਦੀ ਆਮ ਗਤੀਵਿਧੀਆਂ ਨੂੰ ਕੰਟੀਨਿਊ ਕਰਦਾ, ਸਗੋਂ ਜਦੋਂ ਸਾਡੇ ਕੋਈ ਐਮਰਜੈਂਸੀ ਹਾਲਤ ਆ ਜਾਂਦੀ ਆ, ਸੰਕਟਕਾਲੀ ਜਿਹੜੀ ਹਾਲਤ ਆ ਜਾਂਦੀ ਆ, ਉਹਦੇ ਵਿੱਚ ਵੀ ਸਾਡੀ ਸਰੀਰ ਨੂੰ ਮਤਲਬ ਕਿ ਇੰਨੀ ਸ਼ਕਤੀ ਦਿੰਦਾ ਕਿ ਉਹ ਉਹਨਾਂ ਨੂੰ ਕਾਬੂ ਕਰ ਸਕੇ। ਅਤੇ ਇਹਦੇ ਫੰਕਸ਼ਨ ਕੀ ਹੈਗੇ ਆ ਨਾੜੀ ਪ੍ਰਬੰਧ ਦੇ ਜਾਂ ਨਰਵਸ ਸਿਸਟਮ ਦੇ? ਇੱਕ ਸਭ ਤੋਂ ਪਹਿਲਾਂ ਮਹਿਸੂਸ ਕਰਨ ਵਾਲੀਆਂ ਨਾੜਾਂ ਦਾ ਕੰਮ, ਸਰੀਰ ਦੇ ਅੰਦਰਲੇ ਅਤੇ ਬਾਹਰਲੇ ਵਾਤਾਵਰਨ ਦੀ ਜਾਣਕਾਰੀ ਇਕੱਠੀ ਕਰਦੀਆਂ ਵਾ। ਫਿਰ ਇਹ ਨਾੜਾਂ ਜਾਣਕਾਰੀ ਜਿਹੜੀਆਂ ਵਾ ਜਿਹੜੀ ਸਾਡਾ CNS ਸੈਂਟਰ ਨਰਵਸ ਸਿਸਟਮ ਉੱਥੇ ਜਿਹੜੀਆਂ ਪਹੁੰਚਾਉਂਦੀਆਂ ਵਾ। ਅਤੇ ਸੈਂਟਰ ਨਰਵਸ ਸਿਸਟਮ ਤੱਕ ਜਾਣਕਾਰੀ ਨੂੰ ਕੀ ਕਰਨਾ ਵਾ, ਉਹਨੂੰ ਮਤਲਬ ਕਿ ਜੋ ਜਾਣਕਾਰੀ ਉਹਦੇ ਕੋਲ ਮਿਲੀ ਉਹਨੂੰ ਉਹਨੇ ਵਰਤਣਾ ਅਤੇ ਸਮਝਣਾ ਵਾ। ਫਿਰ ਸਾਡੇ ਕੋਲ ਇਹਦੇ ਵਿੱਚ ਮੋਟਰ ਨਰਵਸ ਹੁੰਦੀਆਂ ਵਾ, ਜਿਹੜੀਆਂ ਸੈਂਟਰ ਨਰਵਸ ਸਿਸਟਮ ਨੂੰ ਜਾਣਕਾਰੀ ਦਿੰਦੀਆਂ, ਪੱਠਿਆਂ ਅਤੇ ਗ੍ਰੰਥੀਆਂ ਤੱਕ ਲੈ ਕੇ ਜਾਂਦੀਆਂ ਨੇ। ਠੀਕ ਆ, ਇਹ ਸਾਡੇ ਮਤਲਬ ਕਿ ਮੇਨ ਜਿਹੜੇ ਹੁੰਦੇ ਆ CNS, ਮੋਟਰ ਨਰਵਸ ਸਿਸਟਮ, ਇਹ ਸਾਰੇ ਸਾਡੇ ਕਿਹਦੇ ਅੰਡਰ ਆਉਂਦੇ ਆ? ਨਰਵਸ ਸਿਸਟਮ ਦੇ ਅੰਡਰ ਆਉਂਦੇ ਆ। ਸੋ ਬੱਚਿਓ, ਇਹਦਾ ਜਿਹੜੀ ਸਟਰਕਚਰ, ਇਹਦਾ ਢਾਂਚਾ ਕਿੱਦਾਂ ਦਾ ਹੈਗਾ? ਨਾੜੀ ਤੰਤਰ ਨੂੰ ਆਪਾਂ ਦੋ ਹਿੱਸਿਆਂ 'ਚ ਵੰਡਿਆ ਹੋਇਆ ਵਾ। ਠੀਕ ਹੈ, ਇੱਕ ਹੁੰਦਾ ਵਾ ਕੇਂਦਰੀ ਨਾੜੀ ਤੰਤਰ, ਠੀਕ ਆ, CNS, ਜੋ ਦਿਮਾਗ ਅਤੇ ਰੀੜ੍ਹ ਦੀ ਨਾੜੀ ਦੇ ਵਿੱਚ ਜਿਹੜਾ ਆ ਜਾਂਦੇ ਆ। ਠੀਕ ਹੈ, ਇਹ ਅੰਗ ਜਿਹੜੇ ਹੁੰਦੇ ਆ ਸਾਡੀ ਖੋਪੜੀ ਅਤੇ ਰੀੜ੍ਹ ਦੀ ਹੱਡੀ ਦੁਆਰਾ ਬਣਾਏ ਜਾਂਦੇ ਆ। ਅਤੇ ਇੱਕ ਤਰਲ ਇਹਨਾਂ ਦੇ ਵਿੱਚ ਪਦਾਰਥ ਹੁੰਦਾ ਵਾ ਸਾਈਬੋ ਸਪਾਈਨਲ ਫਲੂਇਡ। ਠੀਕ ਆ, ਜੋ ਸਾਡੇ ਸਰਾਣੇ ਜਾਂ ਝਟਕੇ ਅਤੇ ਬਚਾਓ ਦਾ ਕੰਮ ਕਰਦਾ ਵਾ। ਮਤਲਬ ਕਿ ਸਾਡੇ ਬ੍ਰੇਨ ਦੇ ਵਿੱਚ ਇੱਕ ਫਲੂਇਡ ਹੁੰਦਾ ਵਾ ਜੋ ਸਾਡੇ ਮੰਨ ਲਓ ਕੋਈ ਸਾਨੂੰ ਟੱਕਰ ਮਾਰੀ, ਕੋਈ ਝਟਕਾ ਲੱਗਾ ਤਾਂ ਉਹ ਸਾਨੂੰ ਬਚਾ ਕੇ ਰੱਖਦਾ ਵਾ। ਦੂਸਰਾ ਸਾਡੇ ਕੋਲ ਹੈਗਾ ਪੈਰੀਫਲ ਸਿਸਟਮ, ਜੋ ਕੇਂਦਰੀ ਨਾੜੀ ਤੰਤਰ ਨੂੰ ਬਾਕੀ ਸਰੀਰ ਨਾਲ ਜੋੜਦਾ ਵਾ। ਠੀਕ ਆ, ਦਿਮਾਗ ਅਤੇ ਸੁਖਨਾ ਨਾੜੀ ਜਿਹੜੀ ਹੁੰਦੀ ਆ, ਸਪਾਈਨਲ ਕੋਡ ਵਗੈਰਾ, ਉਹ ਸਾਰਾ ਇਹਦੇ ਵਿੱਚ ਆਉਂਦਾ ਵਾ। ਤੋਂ ਬੱਚੇ, ਸਾਡੇ ਕੋਲ ਅੱਗੇ ਹੈਗਾ ਬ੍ਰੇਨ ਅਤੇ ਸਪਾਈਨਲ ਕੋਡ। ਜਿਹੜਾ ਦਿਮਾਗ ਆ ਮੁਲਾਇਮ ਨਾੜੀ ਤੰਤੂਆਂ ਦਾ ਬਣਿਆ ਹੁੰਦਾ ਵਾ, ਉਹਦੇ ਵਿੱਚ ਇੱਕ ਖੋਪੜੀ ਹੁੰਦੀ ਹੈ ਜੋ ਹੈ ਨਾ ਆਪਾਂ ਮੇਨ ਬੋਲ ਲੈਂਦੇ ਹਾਂ। ਅਤੇ ਜਿਹੜੀ ਹੈਗੀ ਆ ਨਾੜੀਆਂ ਤੰਤੂਆਂ ਗ੍ਰੇ ਪਦਾਰਥ, ਗ੍ਰੇ ਮੈਟਰ ਅਤੇ ਸੈੱਲ ਪ੍ਰਕਿਰਿਆ ਦੇ ਚਿੱਠੇ ਪਦਾਰਥ ਵਾਈਟ ਮੈਟਰ ਦਾ ਬਣਿਆ ਹੁੰਦਾ। ਜਿਹੜੀ ਸਾਡੀ ਮਤਲਬ ਕਿ ਨਾੜੀ ਤੰਤੂ ਹੈਗੀ ਆ, ਗ੍ਰੇ ਮੈਟਰ ਅਤੇ ਵਾਈਟ ਮੈਟਰ ਦਾ ਬਣਿਆ ਹੁੰਦਾ ਵਾ। ਅਤੇ ਜਿਹੜਾ ਮੈਟਰ ਹੈਗਾ ਉਹਦੀ ਦਿਮਾਗ ਦੀ ਪੈਰੀਫਰੀ ਅਤੇ ਸੁਖਮਾ ਜਿਹੜੀ ਨਾੜੀ ਕੇਂਦਰ ਹੈ, ਪੈਰੀਫਲ ਸਿਸਟਮ, ਉਹਦੇ ਵਿੱਚ ਹੁੰਦਾ ਵਾ। ਚਿੱਠਾ ਪਦਾਰਥ ਜਿਹੜਾ ਸਾਡੇ ਡੂੰਘੇ ਦਿਮਾਗ ਦੀ ਸੁਖਨਾ ਨਾੜੀ ਦੀ ਪਰਿਧੀ ਪੈਰੀਫਲ ਨਾੜਾਂ ਦੇ ਰੂਪ ਵਿੱਚ ਪਾਇਆ ਜਾਂਦਾ ਵਾ। ਅਤੇ ਜਿਹੜੀ ਸੁਖਨਾ ਨਾੜੀ ਹੈਗੀ ਆ ਤਕਰੀਬਨ 45 ਸੈਂਟੀਮੀਟਰ ਜਿਹੜੀ ਲੰਮੀ ਹੈਗੀ ਆ ਦੇਖੋ। ਠੀਕ ਆ, ਜਿਹੜੀ ਸਪਾਈਨਲ ਕੋਡ ਆ, ਰੀੜ੍ਹ ਦੀ ਹੱਡੀ ਆਪਾਂ ਜਿਹਨੂੰ ਬੋਲ ਲੈਂਦੇ ਹਾਂ ਨਾ, ਵੇਖੋ ਪਿਕਚਰ ਦੇ ਵਿੱਚ ਵੇਖੋ ਜਿੱਥੇ ਲਿਖਿਆ ਹੋਇਆ ਸਪਾਈਨਲ ਕੋਡ ਕਿੰਨੀ 45 ਸੈਂਟੀਮੀਟਰ ਲੰਮੀ ਹੈਗੀ ਆ। ਅਤੇ ਦਿਮਾਗ ਅਤੇ ਬਾਕੀ ਦੇ ਸਰੀਰ ਦੇ ਵਿੱਚ ਸੰਦੇਸ਼ ਦਾ, ਕਮਿਊਨੀਕੇਸ਼ਨ ਦਾ ਕੰਮ ਕਰਦੀ ਆ। ਨਾੜਾਂ ਦਿਮਾਗ ਤੋਂ ਜਿਹੜੀਆਂ ਵੇਵਸ ਹੈਗੀਆਂ ਵਾ, ਤਰੰਗਾਂ ਲੈ ਕੇ ਜਾਂਦੀਆਂ, ਜਿਹੜੀਆਂ ਉਹਨਾਂ ਨੂੰ ਮੋਟਰ ਜਾਂ ਚਲਾਉਣ ਵਾਲੀਆਂ ਨਾੜਾਂ ਵੀ ਕਿਹਾ ਜਾਂਦਾ ਵਾ। ਠੀਕ ਆ, ਪੈਰੀਫਲ ਨਰਵਸ ਜਿਹੜੀਆਂ ਸਾਡੀਆਂ ਲੱਤਾਂ ਦੇ ਵਿੱਚ ਹੈਗੀਆਂ ਨੇ, ਬ੍ਰੇਨ ਸਭ ਤੋਂ ਉੱਪਰ ਵੇਖੋ ਉਹਨਾਂ ਨੇ ਸ਼ੋਅ ਕੀਤਾ ਹੋਇਆ ਵਾ। ਠੀਕ ਆ, ਅਤੇ ਇਹ ਸੁਖਨਾ ਨਾੜੀ ਰਾਹੀਂ ਸਰੀਰ ਦੇ ਵੱਖ-ਵੱਖ ਅੰਗਾਂ ਤੱਕ ਜਾਂਦੀਆਂ ਹੋਈਆਂ ਨੇ। ਬਹੁਤ ਹੀ ਵਧੀਆ ਸਿਸਟਮ ਬੱਚਿਓ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਵਾ ਸਾਡੇ ਸਰੀਰ ਦੀ ਰਚਨਾ ਕਰਕੇ। ਮਤਲਬ ਕਿ ਉਹਨੇ ਹਰ ਇੱਕ ਜਗ੍ਹਾ 'ਤੇ ਹਰ ਇੱਕ ਸਿਸਟਮ ਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਨਵਾਜਿਆ ਹੋਇਆ, ਜਿਨ੍ਹਾਂ ਦਾ ਬਹੁਤ ਹੀ ਵਧੀਆ ਕੰਮ ਹੈਗਾ ਵਾ, ਆਪਸ ਵਿੱਚ ਆਪਣਾ ਤਾਲਮੇਲ ਹੈਗਾ ਵਾ ਆਪਸ ਸਰੀਰ ਨੂੰ ਚਲਾਉਣ ਦੇ ਵਿੱਚ। ਸੋ ਬੱਚਿਓ, ਨੈਕਸਟ ਸਾਡੇ ਕੋਲ ਆ ਜਾਂਦਾ ਵਾ ਯੂਰਨਰੀ ਸਿਸਟਮ। ਯੂਰਨਰੀ ਸਿਸਟਮ ਜਿਹੜਾ ਹੈਗਾ ਸਾਡਾ, ਜੋ ਅਸੀਂ ਖਾਂਦੇ ਪੀਂਦੇ ਹਾਂ ਅਤੇ ਉਹਦੀ ਆਊਟਪੁੱਟ ਵੀ ਜਿਹੜੀ ਕਰਦੇ ਹਾਂ। ਠੀਕ ਆ, ਮਤਲਬ ਕਿ ਇਹ ਨਹੀਂ ਵੀ ਜੋ ਅਸੀਂ ਖਾਈ ਗਏ ਅਤੇ ਉਹ ਅੰਦਰ ਹੀ ਇਕੱਠਾ ਹੋਈ ਗਿਆ ਅਤੇ ਬਾਹਰ ਨਿਕਲਿਆ ਹੀ ਨਹੀਂ ਕੋਈ। ਠੀਕ ਆ, ਯੂਰਨਰੀ ਸਿਸਟਮ ਨੂੰ ਆਪਾਂ ਗੁਰਦਾ ਪ੍ਰਣਾਲੀ ਦੇ ਨਾਲ ਵੀ ਜਾਣਿਆ ਜਾਂਦਾ ਵਾ। ਇਹਦੇ ਵਿੱਚ ਦੋ ਗੁਰਦੇ ਹੁੰਦੇ ਆ। ਠੀਕ ਆ, ਯੂਰਨਰੀ ਜਿਹੜੀ ਯੂਟਰਸ ਹੁੰਦੇ ਆ, ਯੂਰਨਰੀ ਬਲੈਡਰ ਹੁੰਦਾ ਵਾ, ਯੂਟਰ ਹੁੰਦਾ ਵਾ। ਠੀਕ ਆ, ਗੁਰਦਾ ਪ੍ਰਣਾਲੀ ਦਾ ਆਦੇਸ਼ ਕੀ ਹੁੰਦਾ ਵਾ? ਮੇਨ ਇਹਦਾ ਪਰਪਸ ਹੁੰਦਾ ਕਿ ਜੋ ਸਾਡੇ ਸਰੀਰ ਦੀ ਰਹਿੰਦ ਖੂੰਹਦ ਆ ਉਹਨੂੰ ਅਸੀਂ ਬਾਹਰ ਕੱਢਣਾ ਵਾ। ਖੂਨ ਦੇ ਇਹ ਦਬਾਅ ਨੂੰ ਜਿਹੜਾ ਕੰਟੀਨਿਊ ਰੂਪ ਵਿੱਚ ਜਿਹੜਾ ਵਾ ਚਲਾਈ ਰੱਖਣਾ ਵਾ। ਅਤੇ ਗੁਰਦਿਆਂ ਦਾ ਤੁਹਾਨੂੰ ਬੱਚਿਓ ਮੇਨ ਪਤਾ ਹੀ ਆ ਵੀ ਗੁਰਦੇ ਕੀ ਕਰਦੇ ਆ, ਜੋ ਮਤਲਬ ਕਿ ਸਾਡੇ ਸਰੀਰ ਦਾ ਵਿੱਚੋਂ ਰਹਿੰਦ ਖੂੰਹਦ ਆ ਉਹਨਾਂ ਨੂੰ ਫਿਲਟਰ ਕਰਕੇ ਆਪਣੇ ਬਾਥਰੂਮ ਦੇ ਰੂਪ ਦੇ ਵਿੱਚ, ਯੂਰਨ ਦੇ ਰੂਪ ਵਿੱਚ ਬਾਹਰ ਕੱਢ ਦਿੰਦੇ ਆ। ਠੀਕ ਆ, ਇਹ ਪਿਕਚਰ ਵੇਖੋ ਅੱਗੇ ਇਹਦੇ ਵਿੱਚ ਇੱਕ ਵਾਰ ਪਹਿਲਾਂ, ਜਿੱਦਾਂ ਵੇਖੋ ਦੋ ਕਿਡਨੀਆਂ ਹੁੰਦੀਆਂ ਸਾਡੇ ਸਰੀਰ ਦੇ ਵਿੱਚ, ਰਾਈਟ ਕਿਡਨੀ ਅਤੇ ਲੈਫਟ ਕਿਡਨੀ। ਯੂਥਰਾ ਵਾ, ਬਲਾਡਰ ਆ, ਯੂਟਰਸ ਆ। ਠੀਕ ਆ, ਇਹ ਸਾਰੀ ਸਾਡੀ ਕਾਹਦੇ ਸਿਸਟਮ ਦੀ ਫੋਟੋ ਹੈਗੀ ਆ? ਯੂਰਨਰੀ ਸਿਸਟਮ ਦੀ। ਇਹਦੇ ਫੰਕਸ਼ਨ ਕੀ ਆ ਯੂਰਨਰੀ ਸਿਸਟਮ ਦੇ? ਜੋ ਅਸੀਂ ਖਾਧਾ ਪੀਤਾ ਸਰੀਰ ਵਿੱਚੋਂ ਰਹਿੰਦ ਖੂੰਹਦ ਜਿਹੜੀ ਹੈਗੀ ਆ, ਯੂਰੀਆ, ਯੂਰਿਕ ਐਸਿਡ, ਉਹਨੂੰ ਬਾਹਰ ਕੱਢਦੀ ਹੈਗੀ ਆ। ਜੋ ਸਾਡੇ ਇਲੈਕਟ੍ਰੋਲਾਈਟਸ ਹੁੰਦੇ ਆ, ਸੋਡੀਅਮ, ਪੋਟਾਸ਼ੀਅਮ, ਉਹਨਾਂ ਨੂੰ ਮੇਨਟੇਨ ਕਰਕੇ ਰੱਖਦੀ ਆ। ਠੀਕ ਹੈ, ਜੋ ਸਾਡਾ ਹੈਗਾ ਵਾ ਰੈਗੂਲਰ ਕਰਦੀ ਹੈਗੀ ਐਸਿਡ ਬੇਸ ਹੀਮੋਸਟੇਸਿਸ, ਉਹਨੂੰ ਮੇਨਟੇਨ ਕਰਕੇ ਰੱਖਦੀ ਆ। ਸਾਡਾ ਕੰਟਰੋਲ ਕਰਦੀ ਹੈਗੀ ਆ ਬਲੱਡ ਵੋਲੀਅਮ ਅਤੇ ਮੇਨਟੇਨ ਕਰਦੀ ਹੈਗੀ ਆ ਬਲੱਡ ਪ੍ਰੈਸ਼ਰ ਨੂੰ।
ਇਹ ਸਾਡਾ ਮੇਨ ਜਿਹੜੇ ਫੰਕਸ਼ਨ ਹੈਗੇ ਆ ਯੂਰਨਰੀ ਸਿਸਟਮ ਦੇ। ਸੋ ਬੱਚਿਓ ਨੈਕਸਟ ਹੈਗਾ ਵਾ ਇੰਟੈਗੂਮੈਂਟਰੀ ਸਿਸਟਮ, ਠੀਕ ਹੈ, ਜੋ ਚਮੜੀ ਨਾਲ ਸੰਬੰਧਿਤ ਹੈਗਾ ਵਾ, ਸਕਿਨ ਦੇ ਨਾਲ, ਠੀਕ ਆ। ਇਹਦੇ ਵਿੱਚ ਇਹਦੇ ਮੇਨ ਫੰਕਸ਼ਨ ਕੀ ਹੈਗੇ ਆ? ਸਭ ਤੋਂ ਪਹਿਲਾਂ ਪ੍ਰੋਟੈਕਸ਼ਨ, ਜਿਵੇਂ ਪਿੱਛੇ ਆਪਾਂ ਟਿਸ਼ੂਸ ਦੇ ਵਿੱਚ ਵੀ ਪੜ੍ਹਿਆ ਸੀ, ਠੀਕ ਆ। ਉਹਦੇ ਸਕਿਨ ਦਾ ਮੇਨ ਕੰਮ ਕੀ, ਸਾਨੂੰ ਬਚਾ ਕੇ ਰੱਖਦੀ ਆ। ਫਿਰ ਸਾਡਾ ਟੈਂਪਰੇਚਰ ਰੈਗੂਲੇਸ਼ਨ ਕਰਦੀ ਆ। ਚਮੜੀ ਜਿਹੜੀ ਆ ਖੂਨ ਦੀ ਸਪਲਾਈ ਭਰਪੂਰ ਹੁੰਦੀ ਆ, ਜੋ ਟੈਂਪਰੇਚਰ ਨੂੰ ਜਿਹੜਾ ਮੇਨਟੇਨ ਰੱਖਦੀ ਆ, ਜ਼ਰੂਰੀ ਹੈਗੀ ਆ। ਵੇਖੋ ਜਦੋਂ ਅਸੀਂ ਉਦਾਹਰਨ ਦੇ ਤੌਰ 'ਤੇ ਜਦੋਂ ਸਾਨੂੰ ਗਰਮੀ ਲੱਗਦੀ ਆ ਤਾਂ ਖੂਨ ਦੀ ਸਪਲਾਈ ਚਮੜੀ ਵੱਲ ਵੱਧ ਜਾਂਦੀ ਆ ਅਤੇ ਗਰਮੀ ਰੇਡੀਏਸ਼ਨ ਨਾਲ ਉੱਡ ਜਾਂਦੀ ਆ। ਅਤੇ ਚਮੜੀ ਤਾਪਮਾਨ ਨੂੰ ਕਿਹਦੇ ਨਾਲ ਕੰਟਰੋਲ ਕਰਦੀ ਆ? ਜਿਹੜਾ ਸਾਡੇ ਸਰੀਰ ਦੇ ਵਿੱਚੋਂ ਸਵੈਟਿੰਗ ਹੁੰਦੀ ਆ, ਪਸੀਨਾ ਨਿਕਲਦਾ ਵਾ, ਉਹਦੇ ਨਾਲ ਸਾਡੀ ਜਿਹੜੀ ਹੈਗੀ ਆ, ਜਦੋਂ ਸਾਨੂੰ ਪਸੀਨਾ ਆਉਂਦਾ ਤਾਂ ਗਰਮੀ ਭਾਫ ਬਣ ਕੇ ਉੱਡ ਜਾਂਦੀ ਆ। ਨੈਕਸਟ ਬੱਚੋ ਮੇਨ ਜਿਹੜਾ ਹੋਰ ਕੰਮ ਕੀ ਹੈਗਾ ਚਮੜੀ ਦਾ? ਸੈਂਸਰੀ ਇਨਪੁੱਟ, ਜਿਹੜੀਆਂ ਮਤਲਬ ਕਿ ਇਹਦੇ ਵਿੱਚ ਆਪਣੀ ਵੇਖੋ ਆਪਾਂ ਧਿਆਨ ਦਾ ਨਾਲ ਆਪਣੀ ਚਮੜੀ ਵੇਖੀ, ਇਹਦੇ ਵਿੱਚ ਛੋਟੀਆਂ ਛੋਟੀਆਂ ਜਿਹੜੀਆਂ ਸਾਨੂੰ ਬਲੂ ਕਲਰ ਦੀਆਂ ਜਾਂ ਗ੍ਰੀਨ ਕਲਰ ਦੀਆਂ ਨਾੜਾਂ ਜਿਹੜੀਆਂ ਨਜ਼ਰ ਆਉਂਦੀਆਂ ਵਾ, ਜਿਹੜੀਆਂ ਸਾਨੂੰ ਦਰਦ, ਗਰਮੀ, ਠੰਡ ਤੋਂ ਮਹਿਸੂਸ ਕਰਾਉਂਦੀਆਂ ਨੇ, ਠੀਕ ਆ। ਅਤੇ ਹੋਰ ਮੇਨ ਕੀ ਕਰਦੀ ਆ? ਜਿਹੜੀ ਇਹ ਪਾਣੀ ਦੀ ਰਹਿੰਦ ਖੂੰਹਦ ਆ ਉਹਨੂੰ ਵੀ ਬਾਹਰ ਕੱਢਦੀ ਆ। ਵਿਟਾਮਿਨ ਡੀ ਦਾ ਉਤਪਾਦਨ ਹੈਗੀ ਆ, ਠੀਕ ਆ। ਚਮੜੀ ਦੇ ਵਿੱਚ ਕੀ ਜਿਹੜਾ ਵਿਟਾਮਿਨ ਬਣਦਾ ਵਾ, ਮੈਨੂਫੈਕਚਰ ਹੈਗੀ ਆ ਵਿਟਾਮਿਨ ਡੀ ਦੀ। ਇਹਦੀ ਪਿਕਚਰ ਜਿਹੜੀ ਹੈਗੀ ਆ ਵੇਖੋ, ਇਹਦੇ ਵਿੱਚ ਇੱਕ ਵਾਰ ਵੇਖੋ ਇਹਦੀ ਹੇਅਰਸ ਹੈਗੇ ਆ ਸਾਡੇ ਚਮੜੀ ਦੇ ਜਿਹੜੇ ਹੁੰਦੇ ਆ, ਹੇਅਰ ਸਕਿਨ ਹੁੰਦੇ ਆ, ਹੇਅਰ ਸ਼ਾਫਟ ਹੈਗੀ ਆ, ਹੇਅਰ ਫੋਲੀਕਲਸ ਹੈਗੇ ਆ, ਗਲੈਂਡਸ ਹੈਗੇ ਆ, ਹੇਅਰ ਰੂਟਸ ਨੀਚੇ ਤੱਕ ਹੈਗੀਆਂ ਵਾ, ਐਡੀਪੋਸ ਟਿਸ਼ੂ ਨੇ, ਸੈਂਸਰੀ ਜਿਹੜੇ ਹੈਗੇ ਆ, ਨਰਵਸ ਮਹਿਸੂਸ ਕਰਨ ਵਾਲੀਆਂ ਨਾੜਾਂ ਵਾ, ਡਰਮਿਸ, ਹੈਪੋਡਰਮਿਸ। ਤਿੰਨ ਮੇਨ ਜਿਹੜੀਆਂ ਚਮੜੀ ਦੀਆਂ ਤੁਹਾਨੂੰ ਪਤਾ ਲੇਅਰਸ ਹੁੰਦੀਆਂ ਵਾ। ਸਭ ਤੋਂ ਉੱਪਰ ਵਾਲੀ ਨੂੰ ਜਿਹੜਾ ਐਪੀਡਰਮਿਸ ਬੋਲਦੇ ਆ, ਉਹ ਤੋਂ ਨੀਚੇ ਵਾਲੀ ਨੂੰ ਡਰਮਿਸ, ਅਤੇ ਜਿਹੜੀ ਸਭ ਤੋਂ ਨੀਚੇ ਹੁੰਦੀ ਆ ਉਹਨੂੰ ਆਪਾਂ ਹੈਪੋਡਰਮਿਸ ਬੋਲਦੇ ਹੈਗੇ ਆ। ਸੋ ਬੱਚਿਓ ਇਹਦੇ ਅੱਗੇ ਆ ਗਿਆ ਸਾਡਾ ਸੈਂਸਰੀ ਔਰਗਨਸ। ਸੈਂਸਰੀ ਔਰਗਨਸ ਤੁਹਾਨੂੰ ਪਤਾ ਹੀ ਆ 5 ਸੈਂਸਰਸ ਹੁੰਦੀਆਂ ਨੇ ਸਾਡੀਆਂ। ਸਭ ਤੋਂ ਪਹਿਲਾਂ ਉਹਦੇ ਵਿੱਚ ਆ ਗਿਆ ਟੰਗ, ਜੀਭ ਬਾਰੇ। ਜੀਭ ਕੀ ਕਰਦੀ ਆ? ਸਾਡਾ ਸਵਾਦ ਮਤਲਬ ਟੇਸਟ ਕਰਦੀ ਹੈਗੀ ਆ ਨਾ, ਪਤਾ ਲੱਗ ਜਾਂਦਾ ਸਾਨੂੰ ਜੀਭ ਦੇ ਟੇਸਟ ਤੋਂ ਪਤਾ ਲੱਗਦਾ ਨਾ ਵੀ ਆਹ ਚੀਜ਼ ਖੱਟੀ ਆ, ਇਹ ਮਿੱਠੀ ਆ। ਜਿਹਦੇ 4 ਮੇਨ ਟੇਸਟ ਆਪਾਂ ਚੈੱਕ ਕਰਦੇ ਹਾਂ ਜੀਭ ਦੇ ਨਾਲ: ਸਵੀਟ, ਸਾਲਟ, ਬਿਟਰ, ਕੌੜਾ, ਸੋਰ, ਖੱਟਾ, ਠੀਕ ਆ। ਇਸ ਜਿਹੜੇ ਜੀਭ ਦੇ ਸਾਡੇ ਜੇ ਤੁਸੀਂ ਧਿਆਨ ਨਾਲ ਵੇਖੋ ਆਪਣੀ ਟੰਗ ਤੋਂ, ਉਹਦੇ ਵਿੱਚ ਅੱਗੇ ਅੱਗੇ ਛੋਟੇ ਛੋਟੇ ਜਿਹੜੇ ਪਿੰਕ ਜਿਹੇ ਕਲਰ ਦੇ ਪੋਰ ਬਣੇ ਹੁੰਦੇ ਆ, ਠੀਕ ਆ, ਜਾਂ ਇਹਨਾਂ ਨੂੰ ਅਸੀਂ ਵੀ ਟੇਸਟ ਬਰਡਸ ਕਹਿ ਲੈਂਦੇ ਆ, ਠੀਕ ਆ। ਉੱਪਰ ਖੁਰਦਰੇ ਜਿਹੇ ਥਾਂ 'ਤੇ ਹੁੰਦੇ ਆ, ਅਤੇ ਜਦੋਂ ਇਹ ਕੈਮੀਕਲ ਦੇ ਨਾਲ ਥੁੱਕ ਵਿੱਚ ਰਲਦੇ ਆ ਅਤੇ ਦਿਮਾਗ ਨੂੰ ਸਵਾਦ ਪਛਾਣਨ ਦੀਆਂ ਕਮਿਊਨੀਕੇਸ਼ਨ ਜਿਹੜੀਆਂ ਵੇਵਸ ਜਾਂ ਤਰੰਗਾਂ ਜਿਹੜੀਆਂ ਭੇਜਦੇ ਨੇ। ਮਤਲਬ ਕਿ ਇਹਨਾਂ ਨੇ ਇੱਥੋਂ ਆਪਣੀ ਆਪਾਂ ਜਦੋਂ ਆਪਣੇ ਟੰਗ 'ਤੇ ਕੁਛ ਵੀ ਖਾਣ ਵਾਲੀ ਚੀਜ਼ ਰੱਖੀ ਤਾਂ ਉਹਨੇ ਉਸ ਵੇਲੇ ਜਿਹੜੀਆਂ ਸਾਡੀਆਂ ਨਰਵਸ ਨੇ, ਆਪਾਂ ਪਿੱਛੇ ਪੜ੍ਹਿਆ ਨਾ ਨਰਵਸ ਸਿਸਟਮ 'ਚ ਕਿਵੇਂ ਕੰਮ ਕਰਦੇ ਨੇ, ਪੈਰੀਫਲ ਨਰਵਸ ਵਗੈਰਾ ਹੈਗੀਆਂ ਨੇ, ਉਸ ਵੇਲੇ ਜਿਹੜਾ ਕਮਿਊਨੀਕੇਟ ਕਰਦੀਆਂ ਸਾਡੇ ਦਿਮਾਗ ਨੂੰ, ਅਤੇ ਸਾਡੇ ਦਿਮਾਗ ਤੋਂ ਉਸ ਵੇਲੇ ਸਾਨੂੰ ਜਿਹੜਾ ਪਤਾ ਲੱਗ ਜਾਂਦਾ ਵੀ ਇਹਦਾ ਟੇਸਟ ਜਿਹੜਾ ਵਾ ਉਹ ਖੱਟਾ ਹੈਗਾ ਵਾ। ਨੈਕਸਟ ਬੱਚੋ ਆ ਜਾਂਦਾ ਨੋਜ਼। ਤੁਹਾਨੂੰ ਪਤਾ ਕੀ ਕੰਮ ਕਰਦਾ ਵਾ? ਸਮੈਲ ਦਾ ਕੰਮ ਕਰਦਾ ਵਾ, ਠੀਕ ਆ। ਸਮੈਲ ਦੀ ਜਿਹੜੀ ਆ ਇਹਦੀ ਮਤਲਬ ਕਿ ਸਾਨੂੰ ਜਿਹੜੀ ਕਿਸੇ ਦੀ ਸਮੈਲ ਤੋਂ ਪਤਾ ਲੱਗ ਜਾਂਦਾ ਵੀ ਇਹ ਬੈਡ ਸਮੈਲ ਹੈ ਜਾਂ ਇਹ ਹੈਗੀ ਆ ਸਹੀ ਸਮੈਲ ਹੈਗੀ ਆ। ਇਹਦੀ ਪਿਕਚਰ ਵੇਖੋ, ਠੀਕ ਆ। ਨੋਜ਼ ਦੇ ਵਿੱਚ ਵੇਖੋ ਨੈਜ਼ਲ ਕੈਵਿਟੀ ਬਣੀ ਹੋਈ ਆ। ਜਿਹੜਾ ਸੁਪੀਰੀਅਰ ਨੈਜ਼ਲ ਕੋਰਨਾ ਵਾ, ਫਰੰਟਲ ਵਾਲਾ ਸੈਂਸਸ ਆ, ਮਿਡਲ ਨੈਜ਼ਲ ਕੋਨਵਾ, ਨੈਸੋਫੈਰਿੰਗਸ ਹੈਗੇ ਆ, ਇਨਫੀਰੀਅਰ ਨੈਜ਼ਲ ਹੈਗਾ ਵਾ ਕੋਰਨਾ। ਇਹ ਸਾਰੀਆਂ ਜਿਹੜੀ ਪਿਕਚਰ ਹੈਗੀ ਆ ਨੋਜ਼ ਦੀ ਆ। ਨੈਕਸਟ ਬੱਚੇ ਸਾਡੇ ਕੋਲ ਆ ਜਾਂਦਾ ਵਾ ਹੇਅਰਿੰਗ ਐਂਡ ਬੈਲੈਂਸ ਦਾ ਈਅਰ। ਕੰਨ ਦੇ ਜਿਹੜੇ ਬੱਚੇ ਮੇਨ ਜਿਹੜਾ ਵਾ ਬਾਹਰੋਂ ਵੇਖਣ ਨੂੰ ਦੇਖੋ ਕੰਨ ਹੈਗਾ ਵੀ ਅੰਦਰੋਂ ਬਾਰੇ 3 ਭਾਗਾਂ ਵਿੱਚ ਵੰਡਿਆ ਹੋਇਆ ਵਾ: ਬਾਹਰੀ ਕੰਨ, ਐਕਸਟਰਨਲ ਈਅਰ, ਮਿਡਲ ਈਅਰ ਐਂਡ ਇਨਰ ਈਅਰ। ਜਿਹੜਾ ਬਾਹਰੀ ਦੇ ਵਿਚਕਾਰਲਾ ਕੰਨ ਆ ਉਹ ਸੁਣਨ ਦੀ ਭੂਮਿਕਾ ਨਿਭਾਉਂਦਾ ਵਾ, ਅਤੇ ਜਿਹੜਾ ਅੰਦਰਲਾ ਕੰਨ ਆ ਉਹ ਸੁਣਨਾ ਵੀ ਆ ਅਤੇ ਸੰਤੁਲਿਤ ਬੈਲੈਂਸ ਵੀ ਬਣਾ ਕੇ ਰੱਖਦਾ ਵਾ ਦੋਨਾਂ ਦੇ ਕੰਮਾਂ ਦੇ ਵਿੱਚ, ਠੀਕ ਹੈ। ਇਹਦੇ ਕੰਨ ਦੇ ਵਿੱਚ ਇਹਦੀ ਪਿਕਚਰ ਵੇਖੋ, ਉਹਦੇ ਵਿੱਚ ਇੱਕ ਹੁੰਦਾ ਵਾ ਬਾਹਰੀ ਕੰਨ ਜਿਹੜਾ ਉਹਨੂੰ ਅਸੀਂ ਪਿੰਨਾ ਬੋਲਦੇ ਆ, ਠੀਕ ਆ। ਬਾਹਰਲੀ ਸੁਣਨ ਦੀ ਜਿਹੜੀ ਨਾਲੀ ਦਾ ਬਣਿਆ ਹੁੰਦਾ ਵਾ, ਇਹਦੇ ਵਿੱਚ ਬਾਹਰਲੀ ਸੁਣਨ ਲਈ ਜਿਹੜੀਆਂ ਗ੍ਰੰਥੀਆਂ ਹੁੰਦੀਆਂ ਵਾ, ਜਿਹੜੀ ਕੰਨਾਂ ਵਿੱਚ ਮੋਮ ਜਾਂ ਸੈਰਮਨ ਛੱਡਦੀਆਂ ਨੇ। ਅੱਜ ਕੱਲ੍ਹ ਵੈਸੇ ਬੱਚਿਓ ਇਹ ਗੱਲ ਧਿਆਨ ਰੱਖਣੀ ਪਈ, ਅੱਜ ਕੱਲ੍ਹ ਡਾਕਟਰ ਕਹਿੰਦੇ ਆ ਜਿਹੜੇ ਤੁਸੀਂ ਕੰਨ ਸਾਫ਼ ਕਰਦੇ ਹੋ ਈਅਰਬਡਸ ਦੇ ਨਾਲ, ਅਤੇ ਉਹ ਨਹੀਂ ਕਰਨੇ ਚਾਹੀਦੇ, ਕਿਉਂਕਿ ਜਿਹੜੀ ਉਹ ਇੱਕ ਤਾਂ ਹੁੰਦੀ ਆ ਮਤਲਬ ਕਿ ਜਿਹੜੀ ਉਹ ਵੈਕਸ ਹੁੰਦੀ ਆ ਉਹ ਸਾਡੇ ਕੰਨਾਂ ਨੂੰ ਪ੍ਰੋਟੈਕਟ ਕਰਕੇ ਰੱਖਦੀ ਆ, ਜਿਹੜੇ ਸਾਡੇ ਅੰਦਰ ਵਾਲੇ ਔਰਗਨਸ ਜਿਹੜੇ ਸੁਣਨ ਵਾਲੇ ਸੈਂਸਸ ਹੈਗੀਆਂ ਉਹਨਾਂ ਨੂੰ ਬਚਾ ਕੇ ਰੱਖਦੀ ਆ। ਉਹ ਕਹਿੰਦੇ ਨਾ ਮਤਲਬ ਕਿ ਈਅਰਬਡਸ ਨਾ ਯੂਜ਼ ਕਰੋ ਅੱਜ ਕੱਲ੍ਹ। ਇਹਦੀ ਪਿਕਚਰ ਵੇਖੋ, ਇਹਦੇ ਵਿੱਚ ਵੇਖੋ ਇਨਕਸ ਆ, ਵੈਸਟੀਬੂਲਰ ਨਰਵ ਹੈਗੀ ਆ,
ਟਪੈਨਿਕ ਕੈਵਿਟੀ ਆ, ਐਕਸਟਰਨਲ ਆਰਡੀਨਰੀ ਕੈਨਲ ਆ, ਟਪੈਨਿਕ ਮੈਂਬਰ ਹੈ ਜੋ ਸਾਡੇ ਕੰਨ ਦੇ ਨਾਲ, ਠੀਕ ਆ। ਇਹ ਸਾਰੇ ਇਹਦੀਆਂ ਜਿਹੜੇ ਆ ਔਰਗਨਸ ਹੈਗੇ ਆ। ਨੈਕਸਟ ਬੱਚਿਓ ਸਾਡੇ ਕੋਲ ਆ ਜਾਂਦਾ ਹੈਗਾ ਵਾ ਆਈ। ਸੈਂਸ ਔਰਗਨ ਦੇ ਵਿੱਚ ਲਾਸਟ ਵਰਡ ਹੈਗਾ ਵਾ ਆਈ। ਆਈ ਕੀ ਹੁੰਦਾ ਵਾ? ਆਈ ਦੇ ਇੱਕ ਉਹ ਜਿਹੜੀ ਹੋਲੋਸਪੀਅਰ ਹੁੰਦੀ ਆ, ਖੋਖਲਾ ਅੰਡਾਕਾਰ ਹੁੰਦਾ ਵਾ, ਜਿਹਦੇ ਅੱਖਾਂ ਦੇ ਢਾਂਚੇ ਦੇ ਪੁਰਜੇ ਵਿੱਚ ਅੱਖ ਦੇ ਪੱਠੇ ਹੁੰਦੇ ਆ, ਹੰਝੂ ਹੁੰਦੇ ਆ, ਗ੍ਰੰਥੀਆਂ ਹੁੰਦੀਆਂ ਵਾ, ਛੇਕ, ਪਲਕਾਂ ਦੇ ਵਾਲ ਹੁੰਦੇ ਆ, ਕੰਜੈਕਟਿਵਾ ਹੁੰਦਾ ਵਾ ਜਿਹਦੇ ਅਗਲੇ ਪਾਸੇ, ਠੀਕ ਹੈ, ਪਿਊਪਲ, ਕੋਰਨਾ, ਵਿਟਰਸ ਬੋਡੀ, ਇਰਿਸ, ਠੀਕ ਹੈ, ਰੈਟੀਨਾ, ਆਪਟਿਕ ਨਰਵ, ਇਹ ਸਾਰੇ ਪਾਰਟਸ ਜਿਹੜੇ ਹੈਗੇ ਆ ਇਹ ਆਪਣੇ ਅੱਖ ਦੇ ਹੈਗੇ ਨੇ, ਜਿਹੜੇ ਮਿਲ ਕੇ ਸਾਨੂੰ ਕੀ ਕਰਦੇ ਆ, ਸਾਡੇ ਵੇਖਣ ਦੇ ਵਿੱਚ ਹੈਲਪ ਕਰਦੇ ਆ। ਜੋ ਵੀ ਅਸੀਂ ਵੇਖਦੇ ਆ ਚੀਜ਼ ਜਾਂ ਉਹ ਸਟਿਮੂਲਾਈ ਜਿਹੜੇ ਆ ਬ੍ਰੇਨ ਨੂੰ ਕਰਦੇ ਹੈਗੇ ਆ। ਸੋ ਬੱਚਿਓ ਨੈਕਸਟ ਸਾਡੇ ਕੋਲ ਬੱਚੇ ਇਹਦਾ ਸੈਸ਼ਨ ਇਹ ਸਾਰਾ ਅਸੀਂ ਜਿੰਨਾ ਪੜ੍ਹਿਆ ਇਹ ਸਾਰਾ ਸਾਡੇ ਕੋਲ ਇਸ ਯੂਨਿਟ ਦਾ ਪਹਿਲਾ ਟੌਪਿਕ ਹੀ ਅਨਾਟਮੀ, ਸਰੀਰ ਦੀ ਆਇਡੈਂਟੀਫਾਈ ਆਫ ਹਿਊਮਨ ਬੋਡੀ ਪਾਰਟਸ, ਸਰੀਰ ਦੇ ਅੰਗਾਂ ਦੀ ਪਹਿਚਾਣ। ਹੁਣ ਸਾਡੇ ਕੋਲ ਇਹਦੇ ਵਿੱਚ ਦੂਸਰਾ ਟੌਪਿਕ ਹੈਗਾ ਵਾ ਡੈਮੋਸਟ੍ਰੇਟ ਦਾ ਨੌਲੇਜ ਆਫ ਨਿਊਟ੍ਰੀਐਂਟਸ ਇਨ ਦਾ ਨਿਊਟ੍ਰੀਸ਼ਨ ਐਂਡ ਗਰੋਥ ਆਫ ਹਿਊਮਨ ਬੋਡੀ, ਮਤਲਬ ਕਿ ਹਿਊਮਨ ਬੋਡੀ ਦੀ ਗਰੋਥ ਵਾਸਤੇ ਸਾਨੂੰ ਕਿਹੜੇ ਨਿਊਟ੍ਰੀਸ਼ਨ ਜਾਂ ਕਿਹੜੇ ਤੱਤ ਜਿਹੜੇ ਆ ਚਾਹੀਦੇ ਹੈਗੇ ਆ। ਸਭ ਤੋਂ ਪਹਿਲਾਂ ਬੱਚੇ ਦੇ 'ਚ ਹੈਗਾ ਵਾਈ ਇਜ਼ ਨਿਊਟ੍ਰੀਸ਼ਨ ਇਜ਼ ਇੰਪੋਰਟੈਂਟ, ਮਤਲਬ ਕਿ ਨਿਊਟ੍ਰੀਸ਼ਨ ਜਿਹੜੀ ਹੈਗੀ ਆ ਪੋਸ਼ਣ ਕਿਉਂ ਜ਼ਰੂਰੀ ਹੈਗਾ ਸਾਡੇ ਵਿੱਚ। ਵੇਖੋ ਬੱਚੋ ਅੱਜ ਕੱਲ੍ਹ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਜਿਹੜੀਆਂ ਬਹੁਤ ਸਮੇਂ ਦੇ ਵਿੱਚ ਤੇਜ਼ੀ ਨਾਲ ਬਦਲ ਗਈਆਂ ਵਾ, ਜਿਹਦਾ ਸਾਡੀ ਸਿਹਤ 'ਤੇ ਬਹੁਤ ਵੱਡਾ ਪ੍ਰਭਾਵ ਪਿਆ ਵਾ। ਜੋ ਵੀ ਅਸੀਂ ਖਾਂਦੇ ਹਾਂ ਉਹ ਸਾਡੇ ਸਹੀ ਵਿਕਾਸ ਵਧਣ, ਸਿਹਤਮੰਦ ਰਹਿਣ, ਤਕੜੇ ਰਹਿਣ ਵਿੱਚ ਮਦਦ ਕਰਦਾ ਵਾ, ਠੀਕ ਆ। ਜਿਹੜੀ ਸਾਡੀ ਡਾਇਟ ਆ ਉਹ ਸਾਡੇ ਜਿਹੜੀ ਡਿਊਰਿੰਗ ਪ੍ਰੈਗਨੈਂਸੀ ਬੱਚੇ ਦੀ ਵਧੀਆ ਸਰੀਰਕ ਵਾਸਤੇ, ਸਮਾਜਿਕ ਮਾਨਸਿਕ ਵਿਕਾਸ ਵਾਸਤੇ, ਬੱਚੇ ਦੀ ਗਰੋਥ ਡਿਵੈਲਪਮੈਂਟ ਵਾਸਤੇ ਬਹੁਤ ਵਧੀਆ ਰੋਲ ਨਿਭਾਉਂਦੀ ਆ, ਠੀਕ ਆ। ਅਤੇ ਜਿਹੜੀ ਮਤਲਬ ਕਿ ਖਾਣਾ ਹੈਗਾ ਵਾ ਜਿਹੜਾ ਡਾਇਟ ਆ ਉਹ ਸਾਨੂੰ ਬਿਮਾਰ ਵੀ ਕਰ ਸਕਦਾ ਵਾ ਅਤੇ ਸਾਨੂੰ ਠੀਕ ਵੀ ਕਰ ਸਕਦਾ ਵਾ। ਉਹ ਵੇਖੋ ਕਿਵੇਂ, ਹੁਣ ਮੈਂ ਤੁਹਾਨੂੰ ਇੱਥੇ ਛੋਟੀ ਜਿਹੀ ਐਗਜ਼ਾਮਪਲ ਦੇਵਾਂਗੀ। ਵੇਖੋ ਜੇ ਮੰਨ ਲਓ ਕਿਸੇ ਨੂੰ ਸ਼ੂਗਰ ਹੈਗੀ ਆ, ਡਾਇਬਟੀ ਹੈਗੀ ਆ, ਤਾਂ ਉਹਨੂੰ ਡਾਕਟਰ ਕਹਿੰਦੇ ਆ ਵੀ ਤੂੰ ਸ਼ੂਗਰ ਨਹੀਂ ਖਾਣੀ, ਮਤਲਬ ਮਿੱਠਾ ਨਹੀਂ ਖਾਣਾ। ਅਤੇ ਜੇ ਉਹ ਮਿੱਠਾ ਨਹੀਂ ਖਾਏਗਾ ਤਾਂ ਆਟੋਮੈਟਿਕਲੀ ਉਹਦੀ ਜਿਹੜੀ ਸ਼ੂਗਰ ਆ ਉਹ ਕੰਟਰੋਲ 'ਚ ਰਹੇਗੀ ਅਤੇ ਉਹ ਬੰਦਾ ਠੀਕ ਠਾਕ ਰਹੇਗਾ, ਉਹ ਵਿਅਕਤੀ ਠੀਕ ਠਾਕ ਰਹੇਗਾ। ਇੱਥੇ ਹੋ ਗਿਆ ਨਾ, ਡਾਇਟ ਨੇ ਮਤਲਬ ਕਿ ਖਾਣੇ ਨੇ ਕੰਟਰੋਲ ਕਰਤਾ ਹੀ ਨਾ, ਬਿਮਾਰੀ ਨੂੰ ਠੀਕ ਕਰਤਾ। ਇਹਦੇ ਵਿੱਚ ਇੱਕ ਐਗਜ਼ਾਮਪਲ ਤੁਹਾਨੂੰ ਮੈਂ ਹੋਰ ਦਿੰਦੀ ਹਾਂ ਵੀ ਮੰਨ ਲਓ ਕਿ ਇਹਨੂੰ ਹਾਈਪਰਟੈਂਸ਼ਨ ਦੀ ਪ੍ਰੋਬਲਮ ਆ, BP ਵੱਧਦਾ ਵਾ ਕਿਸੇ ਦਾ, ਤਾਂ ਉਹਨੂੰ ਆਪਾਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਤੁਸੀਂ ਤਲੀਆਂ ਚੀਜ਼ਾਂ ਨਹੀਂ ਲੈਣੀਆਂ, ਜ਼ਿਆਦਾ ਨਮਕ ਵਾਲੀ ਚੀਜ਼ ਨਹੀਂ ਲੈਣੀ। ਅਤੇ ਜੇ ਉਹ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੇਗਾ, ਦਵਾਈ ਦੇ ਨਾਲ ਨਾਲ ਉਹ ਇਹਨਾਂ ਚੀਜ਼ਾਂ ਦਾ ਵੀ ਪਰਹੇਜ਼ ਕਰੇਗਾ ਅਤੇ ਉਹ ਵਿਅਕਤੀ ਬਿਲਕੁਲ ਠੀਕ ਠਾਕ ਰਹੇਗਾ। ਮਤਲਬ ਕਿ ਡਾਇਟ ਬੰਦੇ ਦੇ ਇਲਾਜ ਦੇ ਨਾਲ ਨਾਲ, ਉਹ ਆਖਦੇ ਆ ਨਾ ਵੀ ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਵਧੀਆ। ਇਲਾਜ ਦੇ ਨਾਲ ਨਾਲ ਪਰਹੇਜ਼ ਵੀ ਆਪਾਂ ਜੇ ਜਿਨ੍ਹਾਂ ਚੀਜ਼ਾਂ ਦਾ ਖਾਣ ਪੀਣ 'ਚ ਕਰਾਂਗੇ, ਕੁਛ ਬਿਮਾਰੀਆਂ ਐਵੇਂ ਦੀਆਂ ਜਿਨ੍ਹਾਂ 'ਚ ਅਸੀਂ ਖਾਣ ਪੀਣ ਦਾ ਪਰਹੇਜ਼ ਕਰਾਂਗੇ ਤਾਂ ਅਸੀਂ ਬਿਲਕੁਲ ਠੀਕ ਠਾਕ ਰਹਾਂਗੇ। ਹੁਣ ਜੇ ਦੂਜੇ ਪਾਸੇ ਬੱਚੇ ਵੇਖਿਆ ਜਾਏ ਵੀ ਜਿਹਨਾਂ ਬੱਚਿਆਂ ਨੂੰ ਜਾਂ ਜਿਨ੍ਹਾਂ ਲੋਕਾਂ ਨੂੰ ਸਹੀ ਖਾਣਾ ਨਹੀਂ ਮਿਲਦਾ, ਉਹਨਾਂ 'ਚ ਮਾਲ ਨਿਊਟ੍ਰੀਸ਼ਨ ਹੋ ਜਾਂਦੀ ਆ, ਠੀਕ ਆ। ਉਹਨਾਂ ਨੂੰ ਕਈ ਇਹੋ ਜਿਹੀਆਂ ਮਤਲਬ ਕਿ ਡਿਸੀਜ਼ ਲੱਗ ਜਾਂਦੀਆਂ ਜਾਂ ਬਿਮਾਰੀਆਂ ਲੱਗ ਜਾਂਦੀਆਂ ਜਿਹੜਾ ਉਹਨਾਂ ਦੇ ਖਾਣ ਪੀਣ ਦਾ ਹੀ ਕਾਰਨ ਹੁੰਦਾ ਵਾ, ਮਾੜੀ ਖੁਰਾਕ ਦਾ ਖਾਣਾ ਹੁੰਦਾ ਵਾ। ਜਿਵੇਂ ਅੱਜ ਕੱਲ੍ਹ ਵੇਖੋ, ਅੱਜ ਕੱਲ੍ਹ ਆਪਣੇ ਤੁਸੀਂ ਬੱਚੇ ਲੋਕ ਜ਼ਿਆਦਾ ਜੰਕ ਫੂਡ ਖਾਂਦੇ ਹੋ, ਤੁਹਾਨੂੰ ਕਈ ਤਰ੍ਹਾਂ ਦੀਆਂ ਅਲਰਜੀਜ਼ ਹੋ ਜਾਂਦੀਆਂ ਵਾ, ਪੇਟ ਨਾਲ ਸੰਬੰਧਿਤ ਬਿਮਾਰੀਆਂ ਆ ਜਾਂਦੀਆਂ ਵਾ। ਕਈ ਬੱਚੇ ਜਿਹੜੇ ਆ ਦੁੱਧ ਨਹੀਂ ਪੀਂਦੇ, ਉਹਨਾਂ 'ਚ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਆ, ਹੱਡੀਆਂ ਕਈਆਂ ਬੱਚਿਆਂ ਦੀਆਂ ਵਿੰਗੀਆਂ ਜਾਂ ਜਲਦੀ ਟੁੱਟ ਜਾਂਦੀਆਂ ਨੇ, ਥੋੜ੍ਹਾ ਜਿਹਾ ਵੀ ਡਿੱਗ ਕੇ ਅਤੇ ਭਾਰ ਪੈ ਕੇ ਟੁੱਟ ਜਾਂਦੀਆਂ ਨੇ। ਉਹਦਾ ਮੇਨ ਕਾਰਨ ਕੀ ਹੈਗਾ ਕਿ ਤੁਸੀਂ ਆਪਣੀ ਡਾਇਟ ਜਿਹੜੀ ਆ ਉਹ ਸਹੀ ਢੰਗ ਨਾਲ ਨਹੀਂ ਲੈਂਦੇ। ਇਸ ਕਰਕੇ ਬੱਚੇ ਜਿਹੜਾ ਸਾਡਾ ਖਾਣ ਪੀਣ ਆ, ਸਾਡੇ ਫੂਡ ਹੈਬਿਟਸ ਨੇ, ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀਆਂ ਹੈਗੀਆਂ ਵਾ ਸਾਨੂੰ ਠੀਕ ਰੱਖਣ ਵਿੱਚ ਵੀ ਅਤੇ ਸਾਨੂੰ ਬਿਮਾਰ ਕਰਨ ਵਿੱਚ ਵੀ। ਸੋ ਬੱਚਿਓ ਨੈਕਸਟ ਸਾਡੇ ਕੋਲ ਜਿਹੜੀ ਹਿਊਮਨ ਬੋਡੀ ਆ ਉਹਨੂੰ 2 ਮੇਜਰ ਟਾਈਪਸ ਜਿਹੜੇ ਨਿਊਟ੍ਰੀਐਂਟਸ ਚਾਹੀਦੇ ਹੈਗੇ ਆ, ਮੈਕਰੋ ਅਤੇ ਮਾਈਕਰੋ, ਠੀਕ ਆ। ਮੈਕਰੋ ਨਿਊਟ੍ਰੀਐਂਟਸ ਦੇ ਵਿੱਚ ਬੱਚਿਓ ਸਾਨੂੰ ਮੇਨ ਜਿਹੜੇ ਚਾਹੀਦੇ ਆ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਫਾਈਬਰਸ ਅਤੇ ਵਾਟਰ। ਕਾਰਬੋਹਾਈਡਰੇਟਸ ਕੀ ਹੁੰਦੇ ਆ ਬੱਚੇ? ਇੱਕ ਅਜਿਹਾ ਕਣ ਹੁੰਦਾ ਜਿਹਦੇ ਵਿੱਚ ਕਾਰਬਨ, ਹਾਈਡਰੋਜਨ, ਆਕਸੀਜਨ ਦੇ ਛੋਟੇ ਛੋਟੇ ਅਣੂ ਹੁੰਦੇ ਆ, ਠੀਕ ਆ। ਇਹ 'ਚ ਮੋਨੋਸਕਰਾਈਡ, ਗਲੂਕੋਜ਼, ਫਰੈਕਟੋਜ਼, ਗਲੈਕਟੋਜ਼, ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਵਾ, ਠੀਕ ਆ। ਸਾਨੂੰ ਇਹ ਮਤਲਬ ਕਿ ਸਾਡੇ ਗਰੋਥ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ, ਠੀਕ ਆ। ਇਹਦੇ ਵਿੱਚ ਇੱਕ ਗੁੰਝਲਦਾਰ ਸ਼ੱਕਰ ਦੇ ਕਣਾਂ ਦੀ ਲੜੀ ਹੁੰਦੀ ਆ ਜਿਹੜੀ ਮਤਲਬ ਕਿ ਸਾਡੇ ਸਰੀਰ ਨੂੰ ਐਨਰਜੀ ਦਿੰਦੀ ਹੈਗੀ ਆ, ਅਤੇ ਸਾਨੂੰ ਇਹ 1 ਗ੍ਰਾਮ ਵਿੱਚ ਲਗਭਗ 4 ਕੈਲੋਰੀ ਦੀ ਤਾਕਤ
ਦਿੰਦੀ ਆ ਜਾਂ ਲੋੜ ਹੁੰਦੀ ਆ ਸਾਡੇ ਸਰੀਰ ਨੂੰ। ਨੈਕਸਟ ਬੱਚੇ ਹੈਗੇ ਪ੍ਰੋਟੀਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਨੇ। ਜਿਹਦੇ ਪ੍ਰੋਟੀਨ ਕੀ ਹੁੰਦੇ, ਉਹ ਕਣ ਹੁੰਦੇ ਜਿਹਦੇ ਵਿੱਚ ਨਾਈਟ੍ਰੋਜਨ, ਕਾਰਬਨ, ਹਾਈਡਰੋਜਨ ਤੇ ਆਕਸੀਜਨ ਹੁੰਦੀ ਆ, ਠੀਕ ਆ। ਇਹਨੂੰ ਆਪਾਂ ਇਹਦੇ ਵਿੱਚ ਮੋਨੋਮਰਸ ਵੀ ਹੁੰਦੇ ਆ ਤੇ ਪੋਲੀਮਰਸ ਵੀ ਹੁੰਦੇ ਆ, ਠੀਕ ਆ। ਜਿਹੜੇ ਪ੍ਰੋਟੀਨ ਆ ਉਹ ਸਾਡੇ ਸਰੀਰ ਦੇ ਤੰਤੂਆਂ ਨੂੰ, ਆਪਾਂ ਪਿੱਛੇ ਪੜ੍ਹਿਆ ਸੀ ਨਾ, ਸਾਡੇ ਮਤਲਬ ਕਿ ਸੈੱਲ ਮਿਲ ਕੇ ਟਿਸ਼ੂ ਬਣਾਉਂਦੇ ਆ, ਤੇ ਤੰਤੂਆਂ ਨੂੰ ਬਣਾਉਣ ਵਿੱਚ ਤੇ ਉਹਨਾਂ ਨੂੰ ਠੀਕ ਕਰਨ ਵਿੱਚ ਵੀ ਕੰਮ ਕਰਦੇ ਨੇ, ਠੀਕ ਆ। ਸਾਨੂੰ ਇਹਨਾਂ ਤੋਂ ਇੱਕ ਹਿਸਾਬ ਦੀ ਐਨਰਜੀ ਮਿਲਦੀ ਆ, ਤੇ ਸਾਨੂੰ 1 ਗ੍ਰਾਮ ਦੇ ਨਾਲ ਤਕਰੀਬਨ 4 ਕੈਲਰੀ ਜਿਹੜੀ ਆ ਤਾਕਤ ਦਿੰਦੇ ਆ। ਨੈਕਸਟ ਬੱਚੇ ਹੈਗਾ ਸਾਡੇ ਕੋਲ ਚਰਬੀ, ਫੈਟ ਦੇ ਵਿੱਚ ਸਾਡੇ ਕੋਲ ਕਾਰਬਨ, ਹਾਈਡਰੋਜਨ ਤੇ ਆਕਸੀਜਨ ਹੁੰਦੀ ਆ, ਠੀਕ ਆ। ਇਹਦੇ ਵਿੱਚ ਸਾਨੂੰ 1 ਗ੍ਰਾਮ ਦੇ ਵਿੱਚ ਲਗਭਗ 9 ਕੈਲਰੀ ਜਿਹੜੀ ਆ ਤਾਕਤ ਮਿਲਦੀ ਆ ਸਾਨੂੰ ਇਹਦੇ ਵਿੱਚ, ਠੀਕ ਆ। ਰੇਸ਼ੇ ਜਿਹੜੇ ਹੁੰਦੇ ਆ ਫਾਈਬਰਸ ਕੀ ਹੁੰਦੇ ਆ, ਜਿਹੜੇ ਕਾਰਬੋਹਾਈਡਰੇਟਸ ਤੋਂ ਬਣੇ ਹੁੰਦੇ ਆ, ਤੇ ਕਿਸੇ ਹੱਦ ਤੱਕ ਸਾਡੇ ਸਰੀਰ ਦੇ ਵਿੱਚ ਹੀ ਪਾਏ ਜਾਂਦੇ ਆ, ਠੀਕ ਆ। ਇਹਦੇ ਵਿੱਚ ਮਨੁੱਖੀ ਪੋਸ਼ਣ ਦਾ ਇੱਕ ਜ਼ਰੂਰੀ ਅੰਗ ਹੈਗੇ ਨੇ ਫਾਈਬਰਸ। ਨੈਕਸਟ ਬੱਚੇ ਹੈਗਾ ਵਾਟਰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਰੀਰ ਦਾ ਜਿਹੜਾ 70% ਹਿੱਸਾ ਵਾ ਉਹ ਪਾਣੀ ਤੋਂ ਬਣਿਆ ਹੋਇਆ ਵਾ, ਠੀਕ ਆ। ਤੇ ਸਾਡੇ ਸਰੀਰ ਨੂੰ ਪਾਣੀ ਦੀ ਕਿੰਨੀ ਲੋੜ ਹੈ, ਅੰਦਾਜ਼ੇ ਹੀ ਆ ਸਾਰੇ ਵੀ ਇੰਨਾ ਪੱਕਾ ਕਿਸੇ ਨੂੰ ਨਹੀਂ ਪਤਾ। ਵੱਖਰੇ ਜਿਹੜੇ ਆ ਰਿਸਰਚ ਸਟੱਡੀਜ਼ ਦੇ ਹਿਸਾਬ ਨਾਲ ਕੋਈ ਕਹਿ ਦਿੰਦਾ ਵੀ 1 ਦਿਨ 'ਚ 7 ਲੀਟਰ ਪਾਣੀ ਪੀਣਾ ਕੋਈ ਚਾਹੀਦਾ ਵਾ, ਕੋਈ ਕਹਿੰਦਾ ਵੀ 8 ਲੀਟਰ ਪਾਣੀ ਪੀਣਾ ਚਾਹੀਦਾ। ਹਰ ਇੱਕ ਵਿਅਕਤੀ ਦੀ ਆਪਣੀ ਬਾਡੀ ਦੇ ਹਿਸਾਬ ਨਾਲ ਉਹਨੂੰ ਮਤਲਬ ਕਿ ਲੋੜ ਹੈਗੀ ਆ ਪਾਣੀ ਪੀਣ ਦੀ, ਠੀਕ ਆ। ਪਰ ਜਿਹੜੀ ਮੇਨ ਸਟੱਡੀ ਜਾਂ ਰਿਸਰਚ ਦੇ ਆਪਾਂ ਮੰਨਦੇ ਤਾਂ ਕਹਿੰਦੇ ਕਿ 1 ਦਿਨ ਦੇ ਵਿੱਚ ਸਾਨੂੰ 7 ਲੀਟਰ ਜਿਹੜਾ ਪਾਣੀ ਪੀਣਾ ਚਾਹੀਦਾ ਹੈਗਾ, ਠੀਕ ਆ। ਇਹ ਸਾਰੇ ਬੱਚੇ ਹੈਗੇ ਸੀ ਮੈਕਰੋਨਿਊਟ੍ਰੀਐਂਟਸ। ਨੈਕਸਟ ਸਾਡੇ ਕੋਲ ਹੈਗੇ ਆ ਮਾਈਕਰੋਨਿਊਟ੍ਰੀਐਂਟਸ, ਜਿਹਦੇ ਵਿੱਚ ਸਾਨੂੰ ਆ ਜਾਂਦੇ ਆ, ਸਭ ਤੋਂ ਪਹਿਲਾਂ ਆ ਜਾਂਦਾ ਮਿਨਰਲਸ, ਖਣਿਜ ਜਿਹਨਾਂ ਨੂੰ ਆਪਾਂ ਬੋਲਦੇ ਆ, ਠੀਕ ਆ। ਖਣਿਜ ਦੇ ਵਿੱਚ ਜਿਹੜੇ ਆ ਸਾਨੂੰ ਵੱਖਰੇ ਆਪਾਂ ਭੋਜਨ ਤੋਂ ਲੈਂਦੇ ਆ, ਠੀਕ ਆ। ਜਿੱਦਾਂ ਲੂਣ ਹੋ ਗਿਆ ਆਇਓਡੀਨ ਵਾਲਾ, ਠੀਕ ਆ। ਅੱਜ ਕੱਲ੍ਹ ਤੁਹਾਨੂੰ ਪਤਾ ਵਾ ਕਿ 700 ਕਰੋੜ ਦੇ ਲਗਭਗ ਲੋਕ ਜਿਹੜੇ ਹੈਗੇ ਆ ਆਇਓਡੀਨ ਦਾ ਨਹੀਂ ਲੈਂਦੇ ਲੂਣ, ਤਾਂ ਉਹਨਾਂ ਨੂੰ ਗਿੱਲਟ ਦਾ ਰੋਗ, ਜਿਹੜਾ ਗੋਇਟਰ ਦਾ ਰੋਗ ਲੱਗ ਜਾਂਦਾ ਵਾ। ਨੈਕਸਟ ਬੱਚਾ ਹੈਗਾ ਪੋਟਾਸ਼ੀਅਮ ਵੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈਗਾ ਵਾ। ਇਹ ATP ਮਤਲਬ ਕਿ ਜਿਹੜੇ ਸਾਡੇ ਊਰਜਾ ਵਾਲੇ ਸੈੱਲ ਹੈਗੇ ਆ ਉਹਨਾਂ ਵਿੱਚ ਕੰਮ ਕਰਦੇ ਆ। ਪੋਟਾਸ਼ੀਅਮ ਦੀ ਕੁਛ ਬੱਚੇ ਸਾਡੇ ਸਰੀਰ 'ਚ ਇਵੇਂ ਦੇ ਜਿਹੜੇ ਹੈਗੇ ਆ ਮਤਲਬ ਕਿ ਐਲੀਮੈਂਟਸ ਜਾਂ ਨਿਊਟਰੈਂਟਸ ਆ, ਨਾ ਤਾਂ ਉਹ ਵੱਧ ਹੋਣੇ ਚਾਹੀਦੇ ਆ ਨਾ ਘੱਟ ਹੋਣੇ ਚਾਹੀਦੇ। ਉਹਨਾਂ ਵਿੱਚ ਸਾਡੇ ਕੋਲ ਹੈਗਾ ਪੋਟਾਸ਼ੀਅਮ, ਫਾਸਫੋਰਸ, ਮੈਗਨੀਜ਼ੀਅਮ, ਕੈਲਸ਼ੀਅਮ, ਨਾ ਤਾਂ ਵੱਧ ਹੋਣੇ ਚਾਹੀਦੇ ਆ ਤੇ ਨਾ ਇਹ ਘੱਟ ਹੋਣੇ ਚਾਹੀਦੇ। ਜਿੰਨੀ ਸਾਡੇ ਸਰੀਰ ਨੂੰ ਲੋੜ ਹੈਗੀ ਆ ਉਨੇ ਹੀ ਇਹ ਮੇਨਟੇਨੈਂਸ ਬੈਲੈਂਸ ਹੋਣਾ ਚਾਹੀਦਾ। ਪੋਟਾਸ਼ੀਅਮ ਦੇ ਘੱਟ ਨਾਲ ਬੱਚੇ ਤੁਹਾਨੂੰ ਪਤਾ ਦਿਲ ਦੀ ਜਿਹੜੀ ਹਾਈਪੋਕਲੀਮੀਆ ਨੂੰ ਆਪਾਂ ਬੋਲਦੇ ਹਾਂ, ਦਿਲ ਦੀ ਬਿਮਾਰੀ ਨੁਕਸਾਨ ਹੁੰਦਾ ਵਾ। ਤੇ ਜਦੋਂ ਇਹ ਲੋੜ ਤੋਂ ਜ਼ਿਆਦਾ ਹੋ ਜਾਏਗਾ ਤੇ ਇਹਨੂੰ ਆਪਾਂ ਹਾਈਪਰਕਲੀਮੀਆ ਬੋਲਾਂਗੇ, ਠੀਕ ਆ। ਉਸ ਤੋਂ ਅੱਗੇ ਆ ਜਾਂਦਾ ਬੱਚੇ ਕੋਲੋਰਾਇਡ ਵੀ ਜਿਹੜਾ ਹੈਗਾ ਉਹਦੀ ਘਾਟ ਨਾਲ ਨਮਕ ਦਾ ਪੱਧਰ ਜਿਹੜਾ ਸਾਡਾ ਸਰੀਰ 'ਚ ਘੱਟ ਜਾਂਦਾ ਵਾ, ਠੀਕ ਆ। ਉਹ ਤੋਂ ਅੱਗੇ ਬੱਚਾ ਆ ਜਾਂਦਾ ਸੋਡੀਅਮ ਦੀ ਘਾਟ ਨਾਲ ਸਾਡੇ ਸੈੱਲਾਂ ਦੇ ਜਿਹੜੇ ਕੰਮ ਹੁੰਦੇ ਆ ਉਹਨਾਂ ਵਿੱਚ ਕਮੀ ਆ ਜਾਂਦੀ ਆ। ਇਹਦੀ ਘਾਟ ਨੂੰ ਆਪਾਂ ਹੈਪੋਨਟਰੀਮੀਆ ਬੋਲਦੇ ਹਾਂ। ਤੇ ਜੇ ਸਾਡੇ ਸੋਡੀਅਮ ਸਰੀਰ ਦੇ ਵਿੱਚ ਵੱਧ ਗਿਆ ਤੇ ਤਾਂ ਵੀ ਕੰਮਾਂ ਦੇ ਵਿੱਚ ਜਿਹੜਾ ਵਾ ਲੋੜ ਤੋਂ ਜ਼ਿਆਦਾ ਜਦੋਂ ਸੈੱਲਾਂ ਦੇ ਵਿੱਚ ਹੋ ਜਾਂਦਾ ਤਾਂ ਉਹਨੂੰ ਆਪਾਂ ਹੈਪੋਨਟਰੀਮੀਆ ਆਖਦੇ ਹਾਂ, ਤਾਂ ਵੀ ਉਹ ਸਾਡੀ ਸਿਹਤ ਲਈ ਖਤਰਨਾਕ ਹੁੰਦਾ ਵਾ। ਸੋ ਬੱਚਿਓ ਨੈਕਸਟ ਹੈਗਾ ਸਾਡੇ ਕੋਲ ਫਾਸਫੋਰਸ ਜਿਹੜਾ ਸਾਡਾ ਹੱਡੀਆਂ ਦਾ ਅਹਿਮ ਅੰਗ ਹੁੰਦਾ ਵਾ, ਠੀਕ ਆ। ਆਪਾਂ ਪੜ੍ਹਿਆ ਸੀ ਨਾ ਬੋਨਸ ਦੇ ਵਿੱਚ ਵੀ ਸਾਡੇ ਬੋਨਸ ਦੇ ਵਿੱਚ ਜਿਹੜਾ ਫਾਸਫੋਰਸ ਤੇ ਕੈਲਸ਼ੀਅਮ ਹੋਣਾ ਚਾਹੀਦਾ ਵਾ। ਤੇ ਇਹਦੀ ਘਾਟ ਨਾਲ ਬੱਚਿਆਂ ਦੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਤੇ ਵਾਧੇ ਨਾਲ ਜਿਹੜਾ ਵਾ ਉਹ ਗੁਰਦਿਆਂ 'ਚ ਜਿਹੜਾ ਕੰਮ ਕਰਨਾ ਜਿਹੜਾ ਛੱਡ ਦਿੰਦੇ ਨੇ। ਸੋ ਬੱਚਿਓ ਨੈਕਸਟ ਹੈਗਾ ਸਾਡੇ ਕੋਲ ਮੈਗਨੀਸ਼ੀਅਮ ਦੀ ਘਾਟ ਨੂੰ ਆਪਾਂ ਹਾਈਪੋਮੈਗਨੀਸ਼ੀਅਮ ਬੋਲਦੇ ਹਾਂ। ਇਹਦੀ ਘਾਟ ਨਾਲ ਸਾਡੇ ਜਿਹੜੇ ਹੱਥਾਂ ਪੈਰਾਂ ਵਿੱਚ ਜਿਹੜਾ ਖਿਚਾਅ ਹੋਊਗਾ, ਖਿੱਚਿਆ ਜਾਣਾ ਹੋਊਗਾ, ਨਾੜਾਂ ਦਾ ਚੜ੍ਹਨਾ, ਇੱਦਾਂ ਦੀ ਪ੍ਰੋਬਲਮਸ ਹੋਣਗੀਆਂ। ਤੇ ਜੇ ਜ਼ਿਆਦਾ ਹੋ ਗਿਆ ਵਾ ਵੱਧ ਹੋ ਗਿਆ ਵਾ ਹਾਈਪਰਮੈਗਨੀਸ਼ੀਅਮ ਹੋ ਗਿਆ ਵਾ, ਵੱਧ ਗਿਆ ਵਾ, ਤਾਂ ਉਹਦੇ ਵਿੱਚ ਸਾਨੂੰ ਸਾਹ ਦੀ ਤਕਲੀਫ ਹੋਊਗੀ, ਮਤਲਬ ਕਿ ਖੂਨ ਦਾ ਦੌਰੇ ਦਾ ਘਟੇਗਾ, ਇਹੋ ਜਿਹੀਆਂ ਪ੍ਰੋਬਲਮ ਆਉਂਦੀਆਂ। ਨੈਕਸਟ ਬੱਚਿਓ ਇਹਦੇ ਵਿੱਚ ਹੈਗਾ ਜ਼ਿੰਕ ਦੀ ਘਾਟ ਨਾਲ ਸਾਡੀ ਜਿਹੜੀ ਕੀ ਹੁੰਦੀ ਆ ਸਰੀਰ ਦੀ ਲੰਬਾਈ ਘੱਟ ਜਾਂਦੀ ਆ, ਖੂਨ ਦੀ ਕਮੀ ਹੋ ਜਾਂਦੀ ਹੈ, ਸਾਡੀ ਚਮੜੀ ਦਾ ਰੰਗ ਗੂੜਾ ਹੋ ਜਾਂਦਾ ਵਾ, ਠੀਕ ਆ। ਇਹ ਵਾਲੀ ਇਹਦੇ ਨਾਲ ਹੁੰਦੀਆਂ ਵਾ, ਘਾਟਸ ਹੋ ਜਾਂਦੀਆਂ ਵਾ। ਤੇ ਜੇ ਜ਼ਿਆਦਾ ਹੋ ਗਿਆ ਵਾ ਜ਼ਿੰਕ ਸਾਡਾ, ਤੇ ਫਿਰ ਸਾਡਾ ਜ਼ਿੰਕ ਜਿਹੜਾ ਕਾਪਰ ਲੋਹਾ ਦੇ ਸੋਖਣ ਦੀ ਸ਼ਕਤੀ ਘਟਾ ਦਿੰਦਾ ਵਾ। ਨੈਕਸਟ ਬੱਚਿਓ ਸਾਡੇ ਕੋਲ ਹੈਗਾ ਆਇਰਨ ਜਿਹੜਾ ਲੋਹਾ ਪ੍ਰੋਟੀਨ ਪਹੁੰਚਾਉਣ ਵਾਲੇ ਤੱਤਾਂ ਵਿੱਚ ਜਿਹੜਾ ਹੀਮੋਗਲੋਬਿਨ ਉਹ ਜ਼ਰੂਰੀ ਹੁੰਦਾ ਵਾ। ਤੇ ਆਇਰਨ ਦੀ ਘਾਟ ਨਾਲ ਸਾਡੇ ਸਰੀਰ 'ਚ ਕੀ ਹੋ ਜਾਂਦਾ ਤੁਹਾਨੂੰ ਪਤਾ ਹੀ ਆ, ਖੂਨ ਦੀ ਕਮੀ ਹੋ ਜਾਂਦੀ ਆ। ਤੇ ਵਾਧੇ ਦੇ ਨਾਲ ਕੀ ਹੁੰਦਾ ਵਾ ਸਾਡੇ ਅੰਗਾਂ ਦੇ ਵਿੱਚ ਖੂਨ ਜਿਹੜਾ ਵਾ ਜਮ੍ਹਾਂ ਹੋਣਾ ਸ਼ੁਰੂ ਹੋ ਜਾਂਦਾ ਵਾ। ਨੈਕਸਟ ਬੱਚਿਓ ਇਹਦੇ ਵਿੱਚ ਹੈਗਾ ਵਾ ਕੋਪਰ ਐਂਡ ਆਇਓਡੀਨ।
ਇਹ ਕੁਛ ਬੱਚੇ ਇੱਦਾਂ ਦੇ ਤੱਤ ਹੈਗੇ ਕਿ ਨਾ ਤੇ ਜ਼ਿਆਦਾ ਹੋਣੇ ਚਾਹੀਦੇ ਆ ਤੇ ਨਾ ਹੀ ਘੱਟ ਹੋਣੇ ਚਾਹੀਦੇ ਸੀ। ਸੋ ਆਇਓਡੀਨ ਤੁਹਾਨੂੰ ਪਤਾ ਬੱਚਿਓ, ਆਇਓਡੀਨ ਜਿਹੜਾ ਹੈਗਾ ਵਾ ਉਹਦੀ ਘਾਟ ਨਾਲ ਕੀ ਹੋਊਗਾ, ਸਾਡੀ ਗਰੋਥ ਤੇ ਡਿਵੈਲਪਮੈਂਟ ਵਿੱਚ ਕਮੀ ਆਉਂਦੀ ਆ। ਤੇ ਜੇ ਜ਼ਿਆਦਾ ਵੱਧ ਗਿਆ ਤਾਂ ਸਾਨੂੰ ਥਾਇਰੋਇਡ ਦੀ, ਜਿਹੜੇ ਸਾਡੇ ਗਲੇ ਦੇ ਥਾਇਰੋਇਡ ਦੇ ਗਲੈਂਡ ਹੁੰਦੇ ਆ ਉਹਨਾਂ ਵਿੱਚ ਡਿਸਟਰਬੈਂਸ ਆ ਜਾਂਦੀ ਆ। ਸੋ ਬੱਚੇ ਇਹ ਸੀ ਸਾਡੇ ਬੋਡੀ ਨੂੰ ਵੀ ਇੰਨੀ ਤਰ੍ਹਾਂ ਦੇ ਨਿਊਟ੍ਰੀਐਂਟਸ ਜਿਹੜੇ ਆ ਸਾਨੂੰ ਚਾਹੀਦੇ ਨੇ, ਤੇ ਇਹਨਾਂ ਵਿੱਚ ਕੁਛ ਜਿਹੜੇ ਨਿਊਟ੍ਰੀਐਂਟਸ ਆ ਉਹ ਪੂਰੇ ਬੈਲੈਂਸ ਮਾਤਰਾ ਵਿੱਚ ਹੋਣੇ ਚਾਹੀਦੇ ਆ, ਨਾ ਤਾਂ ਵੱਧ ਹੋਣੇ ਚਾਹੀਦੇ ਆ ਤੇ ਨਾ ਹੀ ਘੱਟ ਹੋਣੇ ਚਾਹੀਦੇ ਆ। ਸੋ ਬੱਚਿਓ ਨੈਕਸਟ ਹੈਗਾ ਪੈਰਾਮਿਡ ਆਫ ਨਿਊਟ੍ਰੀਸ਼ਨ। ਪੈਰਾਮਿਡ ਆਫ ਨਿਊਟ੍ਰੀਸ਼ਨ ਵਿੱਚ ਵੇਖੋ ਦਿੱਤਾ ਹੋਇਆ ਵਾ ਵੀ ਕਿਹੜੀ ਕਿਹੜੀ ਨਿਊਟ੍ਰੀਸ਼ਨ ਜਿਹੜੀ ਆ ਇਹ ਸਾਨੂੰ ਚਾਹੀਦੀ ਆ ਕਿਹੜੇ ਟਾਈਮ 'ਤੇ, ਜਾਂ ਕਿਹੜਾ ਹੋਣਾ ਚਾਹੀਦਾ। ਸਭ ਤੋਂ ਉੱਪਰ ਉਹਨਾਂ ਨੇ ਰੱਖਿਆ ਹੋਇਆ ਵਾ ਫੈਟ ਅਤੇ ਆਇਲ ਵਾਲੀਆਂ ਜਿਹੜੀਆਂ ਚੀਜ਼ਾਂ ਸਵੀਟ। ਸੈਕਿੰਡ ਵਿੱਚ ਐਨੀਮਲ ਸੋਰਸ ਰੱਖੇ ਹੋਏ ਆ ਉਹਨਾਂ ਨੇ, ਅਤੇ ਉਸ ਤੋਂ ਨੀਚੇ ਉਹਨਾਂ ਫਰੂਟਸ ਅਤੇ ਵੈਜੀਟੇਬਲ ਦਿੱਤੀਆਂ ਹੋਈਆਂ ਵਾ। ਸਭ ਤੋਂ ਬੇਸ 'ਤੇ ਉਹਨਾਂ ਬ੍ਰੈਡ, ਸੀਰੀਅਲ ਅਤੇ ਪਾਸਤਾ ਵਗੈਰਾ ਜਿਹੜੇ ਆ ਦਿੱਤੇ ਹੋਏ ਆ। ਨੈਕਸਟ ਬੱਚਿਓ ਸਾਡੇ ਕੋਲ ਆ ਗਿਆ ਵਿਟਾਮਿਨਸ। ਵਿਟਾਮਿਨਸ ਮੈਨੂੰ ਯਾਦ ਹੈ ਕਿ ਜਿਹੜੀ 9ਵੀਂ ਦੀ ਸਾਇੰਸ ਦੀ ਬੁੱਕ ਆ ਉਹਦੇ ਵਿੱਚ ਪਰਟੀਕੂਲਰ ਇੱਕ ਚੈਪਟਰ ਦਿੱਤਾ ਹੁੰਦਾ ਵਾ ਵਿਟਾਮਿਨਸ ਬਾਰੇ, ਠੀਕ ਆ। ਅਤੇ ਜੇ ਤੁਹਾਨੂੰ ਵੀ ਯਾਦ ਹੋਏ ਵਿਟਾਮਿਨਸ ਬਾਰੇ ਕਿ ਵਿਟਾਮਿਨਸ ਕੀ ਹੁੰਦੇ ਆ, ਜਿਹੜੇ ਸਾਨੂੰ ਇਹ ਇੱਕ ਤਰ੍ਹਾਂ ਦਾ ਜੈਵਿਕ ਮਿਸ਼ਰਣ ਹੁੰਦੇ ਆ ਜਿਹੜੇ ਇਹਨਾਂ ਦੀ ਸਾਨੂੰ ਥੋੜ੍ਹੀ ਮਾਤਰਾ ਵਿੱਚ ਲੋੜ ਹੁੰਦੀ ਆ। ਅਤੇ ਵਿਟਾਮਿਨ ਚਮੜੀ ਰਾਹੀਂ ਨਹੀਂ ਲਏ ਜਾ ਸਕਦੇ। ਜੇਕਰ ਇਹ ਸਾਰੀ ਚਮੜੀ ਰਾਹੀਂ ਲਏ ਵੀ ਜਾਣ ਤਾਂ ਸਾਡੇ ਸਰੀਰ ਦੀ ਜਿਹੜੀ ਲੋੜ ਆ ਪੂਰੀ ਨਹੀਂ ਕਰ ਸਕਦੇ, ਠੀਕ ਆ। ਵਿਟਾਮਿਨ ਜਿਹੜੇ ਆਪਣੇ ਕੰਮਾਂ ਦੀ ਪਛਾਣ ਹੁੰਦੀ ਆ, ਠੀਕ ਹੈ। ਇਹਨਾਂ ਵਿੱਚ ਵਿਟਾਮਿਨ ਤੁਹਾਨੂੰ ਬੱਚੋ ਪਤਾ ਹੀ ਆ ਕਿ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਪਾਣੀ ਵਿੱਚ ਘੁਲਣਸ਼ੀਲ ਹੁੰਦੇ ਆ ਅਤੇ ਇੱਕ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਆ, ਠੀਕ ਹੈ। ਮੇਨ 13 ਤਰ੍ਹਾਂ ਦੇ ਵਿਟਾਮਿਨ ਜਿਹੜੇ ਮਨੁੱਖ ਹਿਊਮਨ ਬੋਡੀ ਵਿੱਚ ਪਾਏ ਜਾਂਦੇ ਆ। ਇਹਨਾਂ ਵਿੱਚੋਂ ਜਿਹੜੇ 4 ਵਿਟਾਮਿਨ ਹੁੰਦੇ ਆ A, D, E, K, ਠੀਕ ਹੈ, ਇਹ ਫੈਟ ਵਿੱਚ ਘੁਲਦੇ ਆ, ਮਤਲਬ ਚਰਬੀ ਵਿੱਚ ਘੁਲਣਸ਼ੀਲ ਹੁੰਦੇ ਆ। ਅਤੇ ਜਿਹੜੇ ਬਾਕੀ 9 ਵਿਟਾਮਿਨ ਹੈਗੇ ਆ ਉਹ ਜਿਹੜੇ ਆ ਪਾਣੀ ਵਿੱਚ ਘੁਲਣਸ਼ੀਲ ਜਿਹੜੇ ਹੁੰਦੇ ਆ। ਸੋ ਸਭ ਤੋਂ ਪਹਿਲਾਂ ਵੇਖੋ ਵਿਟਾਮਿਨ ਏ ਬੱਚੋ, ਜਿਹੜੇ ਮੈਂ ਇੱਥੇ ਚਾਰਟ ਸ਼ੋ ਕੀਤਾ ਹੋਇਆ ਵਿਟਾਮਿਨ ਏ, ਉਹ ਕਾਹਦੇ ਵਾਸਤੇ ਹੈਲਪ ਹੁੰਦਾ ਵਾ ਸਾਡੇ ਵਾਸਤੇ, ਕਾਹਦੇ ਵਾਸਤੇ ਬੋਡੀ ਵਾਸਤੇ ਵਰਤੋਂ ਵਿੱਚ ਆਉਂਦਾ ਵਾ, ਸਾਡੀ ਵਿਜ਼ਨ ਵਾਸਤੇ, ਸਕਿਨ, ਬੋਨਸ, ਟੀਥ ਵਾਸਤੇ ਜਿਹੜਾ ਵਿਟਾਮਿਨ ਏ ਹੈਲਪ ਕਰਦਾ ਵਾ। ਅਤੇ ਇਹਦੇ ਗੁੱਡ ਸੋਰਸ ਕਿੱਥੇ ਆ, ਕਿੱਥੋਂ ਮਿਲੂਗਾ ਸਾਨੂੰ, ਲੀਵਰ ਤੋਂ ਮਿਲੂਗਾ, ਐਗਸ ਤੋਂ ਮਿਲੂਗਾ, ਫਿਸ਼ ਤੋਂ ਮਿਲੂਗਾ, ਮਿਲਕ ਤੋਂ ਮਿਲੂਗਾ, ਸਵੀਟ ਪੋਟੈਟੋਸ ਤੋਂ ਮਿਲੂਗਾ, ਠੀਕ ਆ। ਵਿਟਾਮਿਨ ਬੀ ਜਿਹਨੂੰ ਆਪਾਂ ਥਾਇਆਮੀਨ ਵੀ ਬੋਲ ਲੈਂਦੇ ਹਾਂ, ਇਹ ਹੈਲਪ ਕਰਦਾ ਸਾਡਾ ਕਨਵਰਟ ਕਰਦਾ ਫੂਡ ਇਨਟੂ ਐਨਰਜੀ ਐਂਡ ਇਟ ਇਜ਼ ਕ੍ਰਿਟੀਕਲ ਫੋਰ ਨਰਵਸ ਸਿਸਟਮ, ਮਤਲਬ ਕਿ ਸਾਡੇ ਨਰਵਸ ਸਿਸਟਮ ਵਿੱਚ ਹੈਲਪ ਕਰਦਾ ਵਾ। ਸਾਨੂੰ ਕਿੱਥੋਂ ਮਿਲੂਗਾ, ਸੋਇਆ ਤੋਂ, ਵਾਟਰਮੈਲਨ ਤੋਂ, ਟਮਾਟੋ, ਸਪਿੰਚ, ਪਾਲਕ ਵਗੈਰਾ ਤੋਂ। ਨੈਕਸਟ ਬੱਚੇ ਵਿਟਾਮਿਨ B2 ਹੈਗਾ ਵਾ ਰਾਈਬੋਫਲੈਵਿਨ। ਇਹ ਹੈਲਪ ਕਰਦਾ ਕਨਵਰਟ ਫੂਡ ਇਨਟੂ ਐਨਰਜੀ ਐਂਡ ਸਪੋਰਟ ਹੈਲਦੀ ਸਕਿਨ, ਹੇਅਰ, ਬਲੱਡ ਐਂਡ ਬ੍ਰੇਨ, ਮਤਲਬ ਕਿ ਇਹਨਾਂ ਚੀਜ਼ਾਂ ਦੇ ਵਿੱਚ ਸਾਡੇ ਜਿਹੜਾ ਵਿਟਾਮਿਨ B2 ਹੈਲਪ ਕਰਦਾ ਵਾ। ਇਹ ਸਾਨੂੰ ਡੇਅਰੀ ਪ੍ਰੋਡਕਟਸ ਜਿਹੜੇ ਹੈਗੇ ਆ ਨਾ, ਗ੍ਰੀਨ ਲੀਫੀ ਵੈਜੀਸ ਹੈਗੀਆਂ ਵਾ, ਉਹਨਾਂ ਤੋਂ ਮਿਲੇਗਾ। ਨੈਕਸਟ ਬੱਚਿਓ ਸਾਡੇ ਕੋਲ ਹੈਗਾ ਵਾ ਵਿਟਾਮਿਨ B3 ਨਾਇਆਸਿਨ, ਜਿਹੜਾ ਹੈਲਪ ਕਰਦਾ ਵਾ ਕਨਵਰਟ ਫੂਡ ਇਨਟੂ ਐਨਰਜੀ ਐਂਡ ਇਟਸ ਅਸੈਂਸ਼ੀਅਲ ਫॉर ਹੈਲਦੀ ਨਰਵਸ ਸਿਸਟਮ, ਜਿਹੜਾ ਸਾਡੇ ਨਰਵਸ ਸਿਸਟਮ ਵਾਸਤੇ ਬਹੁਤ ਹੈਲਪਫੁਲ ਹੈਗਾ ਵਾ। ਇਹ ਸਾਨੂੰ ਕਿੱਥੋਂ ਮਿਲੇਗਾ, ਬੀਫ, ਚਿਕਨ, ਐਵੋਕੈਡੋ, ਪੀਨਟ, ਟਮਾਟੋ, ਸਪਿੰਚ ਤੋਂ। ਨੈਕਸਟ ਬੱਚਿਓ ਸਾਡੇ ਕੋਲ B6 ਹੈਗਾ ਵਾ, ਜਿਹੜਾ ਹੈਲਪ ਕਰਦਾ ਵਾ ਮੇਕ ਰੈੱਡ ਬਲੱਡ ਸੈੱਲ, ਜਿਹੜੇ ਸਾਡੇ ਰੈੱਡ ਬਲੱਡ ਸੈੱਲਸ ਆ ਉਹਨਾਂ ਨੂੰ ਹੈਲਪ ਬਣਾਉਣ ਵਿੱਚ ਮਦਦ ਕਰਦਾ ਵਾ। ਸਾਡੀ ਇੰਪਰੂਵ ਕਰਦਾ ਸਲੀਪ ਨੂੰ, ਐਪੇਟਾਈਟ ਸਾਡੀ ਭੁੱਖ ਨੂੰ ਇੰਪਰੂਵ ਕਰਦਾ ਵਾ, ਅਤੇ ਸਾਡੇ ਮੂਡ ਨੂੰ ਠੀਕ ਕਰਦਾ, ਇੰਪਰੂਵ ਕਰਦਾ ਵਾ। ਇਹ ਸਾਨੂੰ ਟੋਫੂ ਤੋਂ, ਚਿਕਨ ਤੋਂ, ਫਿਸ਼ ਤੋਂ, ਵਾਟਰਮੈਲਨ, ਬਨਾਨਾ ਤੋਂ ਮਿਲੇਗਾ। ਨੈਕਸਟ ਬੱਚਿਓ B7 ਆ, ਜਿਹੜਾ ਹੈਲਪ ਕਰਦਾ ਕਨਵਰਟ ਫੂਡ ਟੂ ਐਨਰਜੀ ਐਂਡ ਬ੍ਰੇਕ ਡਾਊਨ ਗਲੂਕੋਸ। ਇਹ ਸਾਨੂੰ ਮਿਲੂਗਾ ਹੋਲ ਗ੍ਰੇਨ ਤੋਂ, ਐਗਸ ਤੋਂ, ਆਲਮੰਡਸ ਤੋਂ, ਸੋਇਆਬੀਨ, ਫਿਸ਼ ਤੋਂ। ਨੈਕਸਟ ਬੱਚਿਓ ਸਾਡੇ ਕੋਲ ਹੈਗਾ B9, ਜਿਹੜਾ ਵਾਈਟਲ ਫॉर ਨਿਊ ਸੈੱਲ ਕ੍ਰੀਏਸ਼ਨ ਐਂਡ DNA ਸੈਂਥੇਨਾਈਜ਼। ਜਿਹੜਾ ਸਾਨੂੰ B9 ਆ ਉਹ ਕੀ ਕਰਦਾ, ਜਿਹੜੇ ਨਵੇਂ ਸੈੱਲ ਕ੍ਰੀਏਟ ਕਰਦੇ ਆ, ਕ੍ਰੀਏਸ਼ਨ ਹੁੰਦੀ ਉਹਨਾਂ ਵਿੱਚ ਹੈਲਪ ਕਰਦਾ ਵਾ। ਇਹ ਸਾਨੂੰ ਮਿਲਦਾ ਵਾ ਲੀਫੀ ਗ੍ਰੀਨ ਚਿਕ ਪੀਸ ਤੋਂ, ਟਮਾਟੋ ਤੋਂ, ਠੀਕ ਆ। ਨੈਕਸਟ B12 ਹੈਗਾ ਵਾ, ਉਹ ਬ੍ਰੇਕ ਡਾਊਨ ਕਰਦਾ ਫੈਟੀ ਐਸਿਡ ਅਤੇ ਅਮਾਈਨੋ ਐਸਿਡ ਨੂੰ, ਹੈਲਪ ਮੇਕ ਰੈੱਡ ਬਲੱਡ ਸੈੱਲ। ਇਹ ਡੇਅਰੀ ਪ੍ਰੋਡਕਟਸ ਤੋਂ ਮਿਲਦਾ ਸਾਨੂੰ। ਨੈਕਸਟ ਬੱਚਿਓ ਵਿਟਾਮਿਨ C ਐਕਟ ਐਜ਼ ਐਨ ਐਂਟੀਆਕਸੀਡੈਂਟ, ਹੈਲਪ ਮੇਕ ਨਿਊ ਸੈੱਲ, ਇੰਪਰੂਵ ਇਮਿਊਨ ਸਿਸਟਮ। ਜਿਹੜੇ ਸਾਡੇ ਇਮਿਊਨ ਸਿਸਟਮ ਵਾਸਤੇ ਵਿਟਾਮਿਨ C ਸਾਡੇ ਵਾਸਤੇ ਬਹੁਤ ਹੈਲਪਫੁਲ ਹੁੰਦਾ ਵਾ। ਇਹ ਸਾਨੂੰ ਫਰੂਟਸ ਤੋਂ ਮਿਲੂਗਾ, ਫਰੂਟ ਜੂਸ ਤੋਂ ਮਿਲੂਗਾ, ਬਰੋਕਲੀ ਤੋਂ, ਟਮਾਟੋ, ਸਪਿੰਚ ਤੋਂ। ਵਿਟਾਮਿਨ D ਇਹ ਤੁਹਾਨੂੰ ਪਤਾ ਵਾ, ਜਿਹੜਾ ਆਪਾਂ ਪਿੱਛੇ ਵੀ ਪੜ੍ਹਿਆ ਮਸਕੂਲਰ ਸਿਸਟਮ ਦੇ ਵਿੱਚ, ਵਿਟਾਮਿਨ D ਸਾਡੇ ਹੱਡੀਆਂ ਵਾਸਤੇ ਬਹੁਤ ਜ਼ਰੂਰੀ ਹੈਗਾ ਵਾ, ਠੀਕ ਹੈ। ਸਾਡੇ ਬੋਨਸ ਵਾਸਤੇ, ਸਾਡੇ ਟੀਥ ਵਾਸਤੇ ਬੜਾ ਜ਼ਰੂਰੀ ਹੈ। ਅਤੇ ਵਿਟਾਮਿਨ D ਸਾਨੂੰ ਕਿੱਥੋਂ ਮਿਲਦਾ ਵਾ, ਐਗ ਯੋਕ ਤੋਂ, ਸਨਲਾਈਟ ਤੋਂ ਮੇਨ, ਠੀਕ ਆ। ਸਨਲਾਈਟ ਤੋਂ ਸਾਨੂੰ ਮਿਲਦਾ ਵਾ,
ਟੀ ਫਿਸ਼ ਤੋਂ ਮਿਲਦਾ ਵਾ, ਲੀਵਰ ਤੋਂ ਮਿਲਦਾ ਵਾ। ਨੈਕਸਟ ਬੱਚਿਓ ਵਿਟਾਮਿਨ ਈ ਆ, ਉਹ ਹੈਲਪ ਕਰਦਾ ਵਾ ਸਾਡੀ ਸੈੱਲ ਮੈਂਬਰਨ ਨੂੰ ਸਟੈਬਲਾਈਜ਼ ਕਰਨ ਵਿੱਚ। ਉਹ ਨਟਸ ਤੋਂ ਮਿਲੂਗਾ, ਐਵੋਕੈਡੋਸ ਤੋਂ ਮਿਲੂਗਾ, ਠੀਕ ਆ, ਸੀਡਸ ਤੋਂ ਮਿਲੂਗਾ। ਵਿਟਾਮਿਨ ਕੇ ਬੱਚਿਓ ਲਾਸਟ ਵਿੱਚ, ਜਿਹੜਾ ਵਿਟਾਮਿਨ ਕੇ ਆ ਉਹ ਹੈਗਾ ਸਾਡੇ ਬਲੱਡ ਕਲੋਟਿੰਗ, ਸਾਡੇ ਬਲੱਡ ਨੂੰ ਜੰਮਣ ਦੇ ਵਿੱਚ ਹੈਲਪ ਕਰਦਾ ਵਾ, ਅਤੇ ਸਾਡੀ ਬਲੱਡ ਜਿਹੜੀ ਕੈਲਸ਼ੀਅਮ ਹੈਗਾ ਉਹਨੂੰ ਵੀ ਰੈਗੂਲਰ ਕਰਦਾ ਵਾ, ਹੈਲਪ ਕਰਦਾ ਉਹਦੇ ਵਿੱਚ। ਇਹ ਸਾਨੂੰ ਬਰੋਕਲੀ ਤੋਂ ਮਿਲੂਗਾ, ਲੀਵਰ ਤੋਂ ਮਿਲੂਗਾ, ਲੀਫ ਗ੍ਰੀਨ ਵੈਜੀਟੇਬਲਸ ਤੋਂ ਮਿਲੂਗਾ। ਇਹ ਸੀ ਬੱਚੇ ਸਾਡੇ ਵਿਟਾਮਿਨਸ ਜਿਹੜੇ ਸਾਡੇ ਸਰੀਰ ਵਾਸਤੇ ਚਾਹੀਦੇ ਨੇ, ਜਾਂ ਸਾਡੇ ਸਰੀਰ ਦੇ ਵੱਖ ਵੱਖ ਮਤਲਬ ਕਿ ਜਿਹੜੇ ਕੰਮ ਹੈਗੇ ਉਹਨਾਂ ਵਿੱਚ ਹੈਲਪ ਕਰਦੇ ਨੇ। ਸੋ ਬੱਚਿਓ ਇਹ ਸੀ ਸਾਡਾ ਅੱਜ ਦਾ ਟੋਪਿਕ, ਜਾਂ ਮੇਰਾ ਅੱਜ ਦੀ ਪ੍ਰੈਜੈਂਟੇਸ਼ਨ 11th ਕਲਾਸ ਦੀ ਯੂਨਿਟ 4th, ਜਿਹਦੇ ਵਿੱਚ ਮੈਂ ਤੁਹਾਨੂੰ ਮੇਨਲੀ 2 ਟੋਪਿਕ ਦੱਸੇ। ਇੱਕ ਤਾਂ ਦੱਸਿਆ ਆਪਣਾ ਅਨਾਟਮੀ ਫਿਜ਼ੋਲੋਜੀ ਹਿਊਮਨ ਬੋਡੀ ਦੀ, ਜਿਹਦੇ ਵਿੱਚ ਸਾਰੇ ਆਪਾਂ ਔਰਗਨਸ ਪੜ੍ਹੇ, ਸਾਰੇ ਆਪਾਂ ਸਿਸਟਮ ਪੜ੍ਹੇ ਵੀ ਕਿਹੜੇ ਕਿਹੜੇ ਸਿਸਟਮ ਮਿਲ ਕੇ ਸਾਡੇ ਸਰੀਰ ਨੂੰ ਚਲਾਉਂਦੇ ਪਏ ਨੇ, ਸਾਰੇ ਸਿਸਟਮ ਦਾ ਕੀ ਕੰਮ ਆ, ਜਾਂ ਉਹ ਗਾਂਹ ਕਿਹੜੇ ਅੰਗਾਂ ਦੇ ਨਾਲ ਮਿਲ ਕੇ, ਔਰਗਨਸ ਦਾ ਮਿਲ ਕੇ ਕੰਮ ਕਰਦੇ ਨੇ। ਨੈਕਸਟ ਬੱਚਿਓ ਆਪਾਂ ਉਹਦੇ ਵਿੱਚ ਪੜ੍ਹਿਆ ਸਾਡੀ ਬੋਡੀ ਨੂੰ ਕਿਹੜੀ ਕਿਹੜੀ ਨਿਊਟ੍ਰੀਸ਼ਨ ਚਾਹੀਦੀ ਆ, ਕਿਉਂ ਚਾਹੀਦੀ ਆ ਨਿਊਟ੍ਰੀਸ਼ਨ, ਅਤੇ ਜਾਂ ਨਿਊਟ੍ਰੀਸ਼ਨ ਸਾਨੂੰ ਕਿਵੇਂ ਠੀਕ ਕਰਦੀ ਆ ਜਾਂ ਕਿਵੇਂ ਬਿਮਾਰ ਕਰਦੀ ਆ। ਵਿਟਾਮਿਨਸ ਪੜ੍ਹੇ ਆਪਾਂ ਇਹਦੇ ਵਿੱਚ। ਆਈ ਹੋਪ ਸੋ ਕਿ ਬੱਚਿਓ ਤੁਹਾਨੂੰ ਸਾਰਿਆਂ ਨੂੰ ਮੇਰਾ ਇਹ ਟੋਪਿਕ ਅੱਛੀ ਤਰ੍ਹਾਂ ਸਮਝ ਆ ਗਿਆ ਹੋਊਗਾ, ਸਾਰੀ ਪ੍ਰੈਜੈਂਟੇਸ਼ਨ ਮੇਰੀ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਗਈ ਹੋਏਗੀ, ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ। ਧੰਨਵਾਦ।